सो टाइम कांस्टेंट ऑफ आरसी सर्किट। सो देखो इस तो पिछले लेक्चर ਦੇ ਵਿੱਚ ਆਪਾਂ ਕਿਸੇ आरसी सर्किट ਦੇ ਵਿੱਚ ਚਾਰजिंग ਦੀ ਗੱਲ ਕੀਤੀ ਹੈ, ਚਾਰजिंग ਆਫ ਅ ਕੈਪੈਸਿਟਰ ਦੀ। ਆਬਵੀਅਸਲੀ ਅੱਜ ਆਪਾਂ ਥੋੜਾ ਡਿਸਚਾਰजिंग ਦੀ ਗੱਲ ਵੀ ਕਰਾਂਗੇ, ਪਰ ਪਹਿਲਾਂ ਆਪਾਂ ਮੁੱਖ ਤੌਰ ਤੇ ਦੇਖ ਲਈ ਤਿੰਨ ਸਟੇजेस ਆਪਾਂ ਗੱਲ ਕਰ ਚੁੱਕੇ ਹਾਂ। ਟਾਈਮ ਕਾਂਸਟੈਂਟ ਇਹਦੇ ਵਿੱਚੋਂ ਕੱਢ ਦਾਂਗੇ ਆਪਾਂ। ਇੱਕ ਤਾਂ ਹੈਗਾ ਕਿ ਸਭ ਤੋਂ ਸਿੰਪਲੈਸਟ ਸਰਕਟ ਹੈ ਆਰ ਐਂਡ ਸੀ। ਇੱਥੇ ਇਸ ਤਰ੍ਹਾਂ ਲਗਾਣੇ ਆਪਾਂ ਰੈਜ਼ਿਸਟਰ ਐਂਡ ਕੈਪੈਸਿਟਰ, ਤੇ ਇੱਥੇ ਆਪਾਂ ਕੋਈ ਸਵਿਚ ਲਾ ਦਿੰਨੇ ਆ ਤੇ ਇੱਥੇ ਬੈਟਰੀ ਲਾ ਦਿੰਨੇ ਆ। ਤੇ ਬੈਟਰੀ ਆਪਾਂ ਆਈਡੀਅਲ ਲੈ ਕੇ ਚੱਲ ਰਹੇ ਹਾਂ। ਅੱਛਾ, ਕੋਈ ਕਹੇ ਨਾ ਬੈਟਰੀ ਆਈਡੀਅਲ ਨਹੀਂ ਹੋਈ ਤਾਂ ਜੇ ਬੈਟਰੀ ਆਈਡੀਅਲ ਨਾ ਹੋਈ ਤਾਂ ਬੈਟਰੀ ਦਾ ਜਿਹੜਾ ਰੈਜ਼ਿਸਟਰ ਹੋਏਗਾ ਹੈ ਤਾਂ ਇੱਕੋ ਹੀ ਲੂਪ ਆ ਨਾ ਇਹ। ਤਾਂ ਬੈਟਰੀ ਦੇ ਮੰਨ ਲਓ ਆ ਆਰ ਜਿਹੜਾ 10 ਓਮ ਲੱਗਿਆ ਹੈ, ਮੰਨ ਲਓ ਆ ਵਾਲਾ, ਤੇ ਬੈਟਰੀ ਦੀ ਇੰਟਰਨਲ ਰੈਜ਼ਿਸਟੈਂਸ 1 ਹੋਈ ਤਾਂ 1 ਨੂੰ ਉੱਪਰ ਚੱਕ ਕੇ 11 ਕਰ ਦੋਗੇ ਤੁਸੀਂ, ਉਹ ਤਾਂ ਕੋਈ ਗੱਲ ਹੀ ਹੈ ਨਾ, ਉਹਦਾ ਕੋਈ ਫਰਕ ਤਾਂ ਨਹੀਂ ਪੈਣਾ। ਸਮਝ ਲੱਗ ਰਹੀ ਮੇਰੀ ਗੱਲ? ਸਮਝ ਲੱਗ ਰਹੀ ਗੱਲ? ਹਾਂਜੀ ਸਰ। ਉਹਦਾ ਕੋਈ ਫਰਕ ਨਹੀਂ ਪੈਂਦਾ। ਜੇ ਬੈਟਰੀ ਮੈਂ ਆਈਡੀਅਲ ਲੈ ਲੈਣਾ ਤਾਂ ਉਹਦੇ ਨਾਲ ਕੋਈ ਬਹੁਤਾ ਨੁਕਸਾਨ ਨਹੀਂ ਹੈ। ਬੈਟਰੀ ਦਾ ਜਿਹੜਾ ਸਮਾਲ ਆਰ ਉਹ ਵੀ ਮੰਨ ਲਓ ਆਰ ਦੇ ਵਿੱਚ ਐਡਜਸਟ ਕਰਤਾ ਉੱਪਰੀ ਆਪਾਂ, ਇੱਕੋ ਗੱਲ ਹੀ ਹੈ। ਤੇ ਆਪਾਂ ਜਿਹੜਾ ਇਹਨੂੰ ਬੰਦ ਕਰਨਾ ਸਰਕਟ ਸੌਰੀ ਇਸ ਵਿੱਚ ਉਹ ਟਾਈਮ t = 0 ਤੇ ਬੰਦ ਕਰਨਾ ਹੁੰਦਾ ਆ। ਇਹ ਹੁੰਦੀ ਹੈ ਆਪਣੀ ਸਭ ਤੋਂ ਪਹਿਲੀ ਸਟੇਜ। ਠੀਕ ਹੈ, ਤਿੰਨ ਸਟੇजेस ਵਿੱਚ ਆਪਾਂ ਸਮਝਦੇ ਹਾਂ ਇਸ ਚੀਜ਼ ਨੂੰ, ਇਸ ਸਰਕਟ ਨੂੰ। ਸੋ ਪਹਿਲੀ ਸਟੇਜ ਜਿਹੜੀ ਆ ਉਹ ਹੈਗੀ ਹੈ ਜਦੋਂ ਟਾਈਮ t = 0 ਹੈ, यानी switch just closed the switch, just closed switch। ਤੇ ਇਸ ਕੇਸ ਵਿੱਚ ਤੁਹਾਨੂੰ ਪਤਾ ਹੈ ਸਾਰਾ ਕੁਝ ਕਿ ਸਾਰਾ ਜਿਹੜਾ ਵੋਲਟੇਜ ਹੈ ਕਿਹਦੇ ਅਕ੍ਰੋਸ ਹੋਏਗਾ, ਰੈਜ਼ਿਸਟਰ ਦੇ ਅਕ੍ਰੋਸ ਹੋਏਗਾ। ਤੇ ਚਾਰਜ ਔਨ ਕੈਪੈਸਿਟਰ ਕਿੰਨਾ ਹੋਏਗਾ? 0, ਕਿਉਂਕਿ ਆਪਾਂ ਐਮਟੀ ਲਿਆ ਵਾ, ਆਬਵੀਅਸਲੀ ਉਹ 0 ਹੋਏਗਾ। ਠੀਕ ਹੈ, ਉਸ ਤੋਂ ਬਾਅਦ ਆ ਆਏਗੀ ਪਹਿਲੀ ਸਟੇਜ, ਜੋ ਚਾਰਜ ਔਨ ਕੈਪੈਸਿਟਰ 0 ਹੋਏਗਾ, ਸਾਰਾ ਵੋਲਟੇਜ ਆਰ ਦੇ ਕ੍ਰਾਸ ਹੋਏਗਾ। ਇਹ ਸਾਰੇ ਗੱਲਾਂ ਪਰ ਪਤਾ ਤੇ ਆਪਾਂ ਨੂੰ ਪਤਾ ਹੈ ਕਿ ਆਈ ਕਿੰਨਾ ਹੋਏਗਾ, ਕਰੰਟ ਇਨ ਦਾ ਸਰਕਟ ਆਈ ਹੋਏਗਾ ਨਾ। ਯੈਸ ਸਰ। ਇਹ ਵੀ ਕਰ ਚੁੱਕੇ ਆਪਾਂ। ਆ ਮੈਕਸਿਮਮ ਵੈਲਿਊ ਹੋਏਗੀ ਕਰੰਟ ਦੀ, ਆ ਵੀ ਤੁਹਾਨੂੰ ਪਤਾ ਹੈ ਨਾ। ਹਾਂਜੀ। ਤੇ ਆ ਮਿਨੀਮਮ ਵੈਲਿਊ ਹੋਏਗੀ ਚਾਰਜ ਦੀ, ਆਬਵੀਅਸਲੀ 0, ਇਹ ਵੀ ਤੁਹਾਨੂੰ ਪਤਾ ਹੀ ਹੈ। ਜਾਂ ਫਿਰ ਜਿੰਨੀ ਵੀ ਇਸ ਟਾਈਮ ਕੈਪੈਸਿਟਰ ਦੀ ਵੈਲਿਊ ਹੋਏਗੀ ਉਹ ਚਾਰਜਿੰਗ ਵੇਲੇ ਜੇ ਸ਼ੁਰੂ ਚ ਮੰਨ ਲਓ ਥੋੜਾ ਬਹੁਤਾ ਚਾਰਜ ਹੋਇਆ ਤਾਂ ਉਹ ਜੋ ਵੀ ਵੈਲਿਊ ਆਏਗੀ ਇੱਥੇ t = 0 ਤੇ ਉਹ ਮਿਨੀਮਮ ਵੈਲਿਊ ਹੋਏਗਾ ਚਾਰਜ ਦੀ। ਇੱਥੇ 0 ਲੈ ਕੇ ਚੱਲ ਰਿਹਾ ਮੈਂ, ਉਹਨੂੰ ਮੈਕਸਿਮਮ ਲੈ ਕੇ ਚੱਲ ਰਿਹਾ। ਸੋ ਚਾਰਜ ਦੇ ਬਾਰੇ ਤੇ ਕਰੰਟ ਦੇ ਬਾਰੇ ਆਪਾਂ ਗੱਲ ਕਹਿ ਸਕਦੇ ਹਾਂ ਇਸ ਸਟੇਜ ਤੇ ਜਦੋਂ ਟਾਈਮ t = 0 ਹੈਗਾ। ਆ ਦੋ ਗੱਲਾਂ ਹੋ ਗਈਆਂ। ਉਸ ਤੋਂ ਬਾਅਦ ਆਪਾਂ ਸਟੇਜ 1 ਆ ਹੋ ਗਈ। ਮੰਨ ਲਓ ਸਟੇਜ 3 ਦੀ ਗੱਲ ਕਰੀ ਸਿੱਧਾ ਹੀ। ਸਟੇਜ 3 ਤੇ ਕੀ ਹੁੰਦਾ, ਉਹਨੂੰ ਕਹਿੰਦੇ ਆ ਸਟੈਡੀ ਸਟੇਟ। ਇਹ ਮੈਂ ਤੁਹਾਨੂੰ ਦੱਸ ਚੁੱਕਾ ਪਿਛਲੇ ਲੈਕਚਰ ਵਿੱਚ। ਸਟੈਡੀ ਸਟੇਟ ਦਾ ਕਹਿਣ ਦਾ ਭਾਵ ਇਹ ਹੈ ਕਿ ਕੈਪੈਸਿਟਰ ਪੂਰੀ ਤਰ੍ਹਾਂ ਭਰ ਚੁੱਕਿਆ ਹੋਏਗਾ। ਠੀਕ ਹੈ, ਜਿਹੜੀ ਸਟੇਜ 3 ਆਂਦੀ ਹੈ, ਇਹ ਕਿਹਦੇ ਆਂਦੀ, ਕਦੋਂ ਆਂਦੀ ਹੈ? ਟਾਈਮ t = ਇਨਫਿਨਿਟੀ ਤੇ ਆਂਦੀ ਹੈ ਨਾ। ਇਹਦੇ ਆਪਾਂ ਕਹਿੰਦੇ ਕਿ ਕੈਪੈਸਿਟਰ ਜਿਹੜਾ ਸ਼ੁਰੂ ਵਿੱਚ ਚਾਰਜ ਤਾਂ ਹੋਇਆ 99% ਦਾ ਚਾਰਜ ਹੋ ਜਾਂਦਾ ਹੋਣਾ, ਲਾਸਟ ਵਿੱਚ ਨਾ ਉਹਦਾ ਬਹੁਤ ਸਲੋ ਡਾਊਨ ਹੋ ਜਾਂਦਾ ਪ੍ਰੋਸੈਸ। ਫਿਰ ਇਸ ਲਈ ਉਹ ਲਗਭਗ ਮੰਨ ਕੇ ਚੱਲਦੇ ਆ ਕਿ ਇਨਫਿਨਿਟੀ ਟਾਈਮ ਤੇ ਬੋਲ ਦਿੰਦੇ ਆ ਕਿ ਫੁੱਲੀ ਚਾਰਜ ਹੋਏਗਾ। ਤੇ ਸਟੈਡੀ ਸਟੇਟ ਜਦੋਂ ਆਏਗੀ, ਸਟੈਡੀ ਸਟੇਟ ਆਉਣ ਤੇ ਜਿਹੜਾ ਕਰੰਟ ਕਿੰਨਾ ਹੋ ਜਾਂਦਾ ਸਰਕਟ ਤੇ ਦੱਸੋ? 0 ਹੋ ਜਾਂਦਾ ਨਾ। ਕਰੰਟ ਸਰਕਟ ਦਾ 0 ਹੋ ਜਾਂਦਾ ਨਾ। ਮੈਕਸਿਮਮ ਸੀਗਾ E/R 0 ਟਾਈਮ ਤੇ ਕੱਟ ਕੇ 0 ਹੋ ਗਿਆ। ਤੇ ਚਾਰਜ ਕਿੰਨਾ ਹੋ ਜਾਂਦਾ? C × E ਹੈ ਨਾ। ਆ ਮੈਕਸਿਮਮ ਵੈਲਿਊ ਸੀਗੀ ਨਾ, ਜਿਹਨੂੰ Q0 ਵੀ ਕਹਿ ਸਕਦੇ ਆ, ਜਾਂ ਇਹਨੂੰ ਨੂੰ ਆਪਾਂ ਇਹਨੂੰ I0 ਵੀ ਕਹਿ ਸਕਦੇ ਹਾਂ ਮੈਕਸਿਮਮ ਵੈਲਿਊ। ਤੇ ਇੱਥੇ ਆਪਾਂ ਇਹਨੂੰ CE ਨੂੰ Q0 ਵੀ ਕਹਿ ਸਕਦੇ ਹਾਂ ਮੈਕਸਿਮਮ ਵੈਲਿਊ, ਪਰ ਵੈਲਿਊ ਪਤਾ ਹੋਣੀ ਚਾਹੀਦੀ CE, ਉਹ ਆਪਾਂ ਐਕਸਪ੍ਰੈਸ਼ਨ ਲਿਖਦੇ ਹਾਂ। ਤੇ ਆ ਕਰੰਟ 0 ਹੋਏਗਾ। ਆ ਇਹਨੂੰ ਕਹਿੰਦੇ ਸਟੈਡੀ ਸਟੇਟ ਪਹਿਲੀ ਸਟੇਜ। ਠੀਕ ਆ, ਹੁਣ ਸਟੇਜ ਜਿਹੜੀ ਸੈਕਿੰਡ ਹੈ, ਜਿਹੜੀ ਇਹਨਾਂ ਦੇ ਇਨ ਬਿਟਵੀਨ ਹੁੰਦੀ ਹੈ, ਉਹਦੇ ਚ ਆਪਾਂ ਦੇਖਿਆ ਡਿਊਰਿੰਗ ਦਾ ਚਾਰਜਿੰਗ। ਅੱਛਾ, ਚਾਰਜਿੰਗ ਆਫ ਕੈਪੈਸਿਟਰ ਨੂੰ ਆਪਾਂ ਗਰੋਥ ਆਫ ਚਾਰਜ ਵੀ ਕਹਿ ਸਕਦੇ ਹਾਂ। ਗਰੋਥ ਆਫ ਚਾਰਜ, ਵੀ ਚਾਰਜ ਗਰੋ ਕਰ ਰਿਹਾ ਵਾ ਉਹਦੇ ਅੰਦਰ, ਤਾਂ ਕਿਵੇਂ ਗਰੋ ਕਰਦਾ ਹੈ? Q = C × E 1 - e⁻t / RC। ਹੁਣ ਇਹ ਐਕਸਪ੍ਰੈਸ਼ਨ ਤੁਹਾਨੂੰ ਨਵਾਂ ਤਾਂ ਲੱਗ ਨਹੀਂ ਰਿਹਾ ਹੋਣਾ ਹੈ ਨਾ, ਕਰਾਈ ਚੁੱਕਾ ਮੈਂ। ਸਮਝ ਲੱਗੀ ਗੱਲ ਸਾਰਿਆਂ ਨੂੰ? ਤੇ ਇਸ ਵੇਲੇ ਆਪਾਂ ਐਸਾ ਇਹਨੂੰ ਐ ਕਹਿ ਸਕਦੇ ਹਾਂ Q = Q0 ਕਹਿ ਦਈਏ ਇਹਨੂੰ, ਮੈਕਸਿਮਮ ਵੈਲਿਊ ਨੂੰ, -t / RC। ਕਲੀਅਰ ਹੈ?
ਤੇ ਜੇ ਚਾਰਜ ਦੀ ਵੈਲਿਊ ਸੌਰੀ ਕਰੰਟ ਕਰੀਏ ਤਾਂ ਆਪਾਂ ਡੈਰੀਵੇਟਿਵ ਕੀਤਾ ਸੀ ਕਰੰਟ, ਤਾਂ ਕਰੰਟ ਕੀ ਆਇਆ ਸੀ I = I naught e raised par minus t by RC। ਇਹ ਯਾਦ ਹੈ ਸਭ ਨੂੰ ਕਿ ਨਹੀਂ? Yes sir। Yes। तो आ अपना दूजी स्टेज है जो इन बिटवीन एट एनी टाइम टी ਅਸੀਂ यूज करना होवे ਤਾਂ आम करके जे सवाल ਤੁਹਾਨੂੰ ਪੁੱਛਿਆ ਗਿਆ ਹੋਵੇ ਕੋਈ ਸਰਕਟ ਸਿੱਧਾ ਹੀ ਕਹਿ ਦੇਣ ਦੱਸੋ ਕੈਪੈਸਿਟਰ ਦਾ ਕਿੰਨਾ ਚਾਰਜ ਹੈ ਇਸ ਟਾਈਮ ਜਾਂ ਕਿੰਨਾ ਚਾਰਜ ਹੋਇਆ ਹੈ ਜਾਂ ਨਹੀਂ, ਮਤਲਬ ਕੁਝ ਕੋਈ ਕੀ ਸਟੇਜ ਨਹੀਂ ਦੱਸੀ ਤਾਂ ਉਹ ਆਟੋਮੈਟਿਕਲੀ ਸਟੈਡੀ ਸਟੇਟ ਹੀ ਮੰਨੀ ਜਾਊਗੀ, ਕਿਉਂਕਿ ਜਿਹੜਾ ਕੈਪੈਸਿਟਰ ਹੈ ਉਹ ਚਾਹੇ ਇਨਫਿਨਿਟੀ ਟਾਈਮ ਤਾਂ ਆਪਾਂ ਕਹਿੰਦੇ ਇਨਫਿਨਿਟੀ ਟਾਈਮ ਤਾਂ ਬਹੁਤ ਜ਼ਿਆਦਾ ਹੋ ਗਿਆ, ਪਰ ਅਸਲ ਵਿੱਚ 99% ਚਾਰਜ ਤਾਂ ਉਹ ਬਹੁਤ ਜਲਦੀ ਹੋ ਜਾਂਦਾ। इसीलिए जिवें तुसीं कैपेसिटर च लगाया स्विच ऑन किया विद इन मिनट्स और विद इन फ्यू सेकंड्स भी हो सकता है कि 4-5-10 सेकंड ले लो चार्ज हो जाता। रजिस्टर ना होंदा एकदम तो एब्रप्टली इंस्टेंटली चार्ज होना सी, हुण हौली हौली चार्ज होंदा 5-6 सेकंड विच ही 99.9% चार्ज हो जाता। बाकी जिहड़ा 0.01% है ना उहदे लई बहुत टाइम लगदा, बहुत हौली 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 हौली। इसलिए आपां उहनूं मान लैंदे आ कि जे आपां कोई स्टेट नहीं गिवन तां स्टैडी स्टेट ही है, तां आपां ऑटोमैटिकली मान लेना कि डायरेक्ट करंट कैपेसिटर चो पास नहीं करेगा। सिंपल जी गल है, द कैपेसिटर ब्लॉक्स डायरेक्ट करंट, ब्लॉक कर दिंदा वो। तुसी आप सोच के देखो, वैसे कोई आम बंदे नूं ना ये सारा कुछ पढ़ाया जाए, इनू सारे नूं खत्म करो, वैसे ही सोचो कि कैपेसिटर लगा उसदी प्लेटां ने, प्लेटां विच तार जुड़ियां तां होईयां ने, तां तार टुट्टी हुई वाला हिसाब किताब नहीं हो गए जो विच तार ही टुट्टी हुई होवे, क्योंकि विच हवा भरी हुई है प्लेटां विच, हवा दे विचों थोड़ी निकल जूगा करंट। इट मीनस करंट स्टैडी स्टेट दे विच पास नहीं करता, जो ड्यूरिंग द चार्जिंग थोड़ा बहुत करंट हुंदा है वो बहुत शुरुआती टाइम विच हुंदा है, वो आ हुंदा है, वो आपां देखिए सर्किट दे विच। क्लियर है सब नूं गल? Yes sir। Yes sir। आपां इस एक्सप्रेशन तो शुरू करांगे टाइम कांस्टेंट बारे गल। हुण सब तो पहली गल तां आपां देखिए कि जिहड़ा चार्ज है ड्यूरिंग चार्जिंग अपने को जिहड़ा एट स्टेज 2 कोई आपां उस दी गल कर रहे हैं, Q आएगा अपना C E 1 माइनस e रेस्ट पर माइनस t बटा RC आएगा। ਹੁਣ ਤੁਹਾਨੂੰ ਡਾਇਮੈਂਸ਼ਨਲ ਐਨਾਲਿਸਿਸ ਤਾਂ ਪੜਾਈ ਹੋਈ ਹੈ ਨਾ, ਉਹ ਚ ਤੁਹਾਨੂੰ ਪਤਾ ਹੈ ਨਾ ਕਿ ਪਾਵਰ ਦੇ ਵਿੱਚ ਹਮੇਸ਼ਾ ਜੋ ਵੀ ਚੀਜ਼ਾਂ ਹੁੰਦੀਆਂ ਉਹਨਾਂ ਦੀ ਡਾਇਮੈਂਸ਼ਨ ਕੀ ਹੁੰਦੀ ਹੈ, ਡਾਇਮੈਂਸ਼ਨਲੈਸ ਹੁੰਦੀ ਹੈ ਨਾ। ਉਹ ਸੋ ਜੇ e ਦੀ ਪਾਵਰ ਹੈ, ਜਿਵੇਂ ਕਹਿੰਦੇ ਆਪਾਂ 2 ਦੀ ਪਾਵਰ 3 ਕਿਲੋਗ੍ਰਾਮ ਥੋੜੀ ਲਿਖ ਸਕਦੇ ਹਾਂ ਨਾ, ਇਹ ਉੱਪਰ ਕਿਲੋਗ੍ਰਾਮ ਥੋੜੀ ਹੋ ਸਕਦਾ ਨਾਲ, ਪਾਵਰ ਦੇ ਵਿੱਚ ਕਦੀ ਵੀ ਕੋਈ ਯੂਨਿਟ ਜਾਂ ਸੌਰੀ ਕੋਈ ਡਾਇਮੈਂਸ਼ਨ ਨਹੀਂ ਹੁੰਦੀ। इसी लई e रेस्ट पर माइनस t by RC ਦੇ ਵਿੱਚ ਵੀ t by RC ਦੀ ਡਾਇਮੈਂਸ਼ਨ ਕੀ ਹੋਣੀ ਚਾਹੀਦੀ ਹੈ, ਡਾਇਮੈਂਸ਼ਨਲੈਸ। ਤੇ ਡਾਇਮੈਂਸ਼ਨਲੈਸ ਤਾਂ ਹੋ ਸਕਦੀ ਜੇ t ਦੀ ਡਾਇਮੈਂਸ਼ਨ ਉੱਪਰ t ਹੈ ਟਾਈਮ ਵਾਲੀ ਹੈ, ਤਾਂ r ਤੇ c ਨੂੰ ਮਲਟੀਪਲਾਈ ਕਰਕੇ ਜੋ ਵੀ ਬਣੇਗਾ ਉਹਦੀ ਡਾਇਮੈਂਸ਼ਨ ਵੀ ਕੀ ਹੋਣੀ ਚਾਹੀਦੀ ਹੈ, ਟਾਈਮ। ਸੋ ਇਹ ਟਾਈਮ ਦੀ ਡਾਇਮੈਂਸ਼ਨ ਹੁੰਦੀ ਹੈ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਹੇਅਰ r and c ਨੂੰ ਜੋ ਮਲਟੀਪਲਾਈ ਕੀਤਾ ਆਪਾਂ ਨਾ, RC has dimensions of time, RC R into C has dimensions of time। and ਤੁਸੀਂ ਦੇਖੋ ਜੇ ਕੋਈ ਵੀ ਸਰਕਟ ਹੈ, ਜਿਹੜੇ ਸਰਕਟ ਤੁਸੀਂ ਕੋਈ ਨਾ ਕੋਈ ਕੈਪੈਸਿਟਰ ਲਗਾਇਆ, ਕੈਪੈਸਿਟਰ C ਦਾ ਤੇ R, C ਤੇ R ਕਾਂਸਟੈਂਟ ਨੇ ਕਿ ਬਦਲਦੇ ਰਹਿੰਦੇ ਨੇ ਡਿਊਰਿੰਗ ਆਲ ਹੈ, ਕਾਂਸਟੈਂਟ ਨੇ। ਇਹਦਾ ਮਤਲਬ ਕਿਸੇ ਵੀ ਸਰਕਟ ਦੇ ਵਿੱਚ R ਤੇ C ਕਾਂਸਟੈਂਟ ਹੋਣ ਕਰਕੇ R ਤੇ C ਨੂੰ ਗੁਣਾ ਕਰੋਗੇ ਉਹ ਵੀ ਕਾਂਸਟੈਂਟ ਹੋਏਗਾ, and ਇਹਨਾਂ ਦੀ ਡਾਇਮੈਂਸ਼ਨ ਵੀ ਟਾਈਮ ਦੀ ਹੈ, ਤਾਂ ਇਹਨੂੰ ਆਪਾਂ ਕੀ ਕਹਿੰਦੇ ਆ, RC is called time constant। RC is called time constant, ਇਹਨੂੰ ਟਾਈਮ ਕਾਂਸਟੈਂਟ ਬੋਲਦੇ ਆ ਆਫ RC ਸਰਕਟ, ਜੋ ਮੈਂ ਹੈਡਿੰਗ 'ਚ ਲਿਖਿਆ। ਸਿੰਪਲ ਜੀ ਗੱਲ ਆ, ਪਹਿਲਾਂ ਤਾਂ ਮਤਲਬ ਆਮ ਸਮਝ ਲਓ, ਫਿਰ ਮਤਲਬ ਕੱਢ ਦਿੰਦੇ ਆ। ਅੱਛਾ ਟਾਈਮ ਕਾਂਸਟੈਂਟ ਜਿਹੜਾ ਆਪਾਂ ਉਹਨੂੰ ਟੌ ਨਾਲ ਡਿਨੋਟ ਕਰਦੇ ਆ, ਸੋ ਆਪਾਂ ਕਹਿ ਸਕਦੇ ਜਿਹੜਾ ਟੌ ਹੈ ਉਹ ਟਾਈਮ ਕਾਂਸਟੈਂਟ ਹੈ, that is equal to R into C। ਸੋ therefore ਤੁਸੀਂ ਆਹ ਐਕਸਪ੍ਰੈਸ਼ਨ ਉੱਪਰ ਲਿਖਿਆ Q is equal to, ਤੁਸੀਂ ਉਹਨੂੰ ਲਿਖ ਸਕਦੇ ਹੋ Q naught यानी मैक्सिमम वैल्यू ऑफ चार्ज into 1 minus e ਦੀ ਪਾਵਰ minus t by tau, where ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ Q naught ਹੈ ਉਹ basically C into E ਹੈ, where E is the EMF of the cell जो भी लगाया सी, and जो tau है, tau की है R into C है। so आ गल्लां ਤੁਹਾਨੂੰ ਪਤਾ ਹੋਣੀ ਚਾਹੀਦੀਆਂ। This is the expression for the charge। ਹੁਣ
ਉਹਦਾ ਜਦੋਂ ਆਪਾਂ ਡਾਇਮੈਂਸ਼ਨ ਤੋਂ ਕਹਿਤਾ ਉਹਨੂੰ ਆਰਸੀ ਨੂੰ ਟਾਈਮ ਪਰ ਟਾਈਮ ਕਨਸਟੈਂਟ ਜਿਹੜਾ ਹੈ ਉਸ ਦੀ ਕੋਈ ਵੈਸੇ ਕੀ ਸਿਗਨੀਫੀਕੈਂਸ ਹੈ ਵੀ ਟਾਈਮ ਕਨਸਟੈਂਟ ਜੇ ਇੰਨਾ ਟਾਈਮ ਹੋ ਜਾਵੇ t = ਆਰਸੀ ਹੋ ਜਾਏ ਤਾਂ ਕੀ ਹੋਏਗਾ ਟਾਈਮ ਕਨਸਟੈਂਟ ਦੇ ਬਰਾਬਰ। ਉਹਦੇ ਲਈ ਤੁਸੀਂ ਇੱਥੋਂ ਦੇਖੋ। ਸੋ ਜਦੋਂ ਮੈਂ ਕਹਿ ਦਵਾਂ when time is equal to the time constant RC, ਜਦੋਂ टाइम कांस्टेंट के बराबर होएगा तो उस टाइम चार्ज कितना होएगा देखिए Q = Q0 ये क्या आ जाएगा 1 माइनस e की पावर -1 आ जाएगा, ठीक है। तो ये आ जाएगा Q0 1 - 1 by e आ जाएगा। e की वैल्यू ਤੁਹਾਨੂੰ ਮੈਂ ਕਿਹਾ ਹੈ ਨਾ 2.718 है ना, ਇਹਨੂੰ ਪੁੱਟ ਕਰੋਗੇ ਇਹ ਵੈਲਿਊ ਕਰ ਕੇ 0.37 ਦੇ ਲਗਭਗ ਆ ਜਾਂਦੀ ਆ ਵੈਲਿਊ 1/e। ਸੋ 1/e ਮੈਂ ਵੈਸੇ ਰਫਲੀ ਦੱਸ ਦਿੰਦਾ ਤੁਹਾਨੂੰ ਪਤਾ ਹੋਣਾ ਚਾਹੀਦੀ ਹੈ 1/e ਦੀ ਵੈਲਿਊ 0.37 ਦੇ ਬਰਾਬਰ ਆ ਜਾਂਦੀ ਹੈ ਲਗਭਗ। ਤੇ ਜੇ 0.37 ਆ ਗਿਆ 1 - 0.37 ਕਿੰਨਾ ਆ ਜਾਏਗਾ 0.63 Yes, sir. 0.63 of Q0 आ जाएगा मल्टीप्लाइड बाय। सो ਇਹਨੂੰ ਤੁਸੀਂ ਕਹਿ ਸਕਦੇ ਹੋ ਨਾ 63% ਕਹਿ ਸਕਦੇ ਹੋ of Q0। Yes, sir. यानी Q ਦੀ ਵੈਲਿਊ ਉਸ ਟਾਈਮ ਤੇ ਕਿੰਨੀ ਹੋਏਗੀ 63% ਹੋਏਗੀ ਮੈਕਸਿਮਮ ਵੈਲਿਊ ਦੀ। ਯਾਨੀ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਟਾਈਮ ਜਿਹੜੀ ਇਹਨੂੰ ਟਾਈਮ ਕਨਸਟੈਂਟ ਜਿਹੜਾ ਹੈ ਉਹ ਬੇਸਿਕਲੀ ਉਸ ਟਾਈਮ ਨੂੰ ਕਹਿੰਦੇ ਆ ਜਿਸ ਟਾਈਮ ਦੇ ਵਿੱਚ ਜਿਹੜਾ ਕੈਪੈਸਿਟਰ ਹੈ ਉਹ ਆਪਣੀ ਮੈਕਸਿਮਮ ਜੋ ਕੈਪੈਸਿਟੀ ਹੈ ਉਹਦੀ ਸੌਰੀ ਮੈਕਸਿਮਮ ਜੋ ਜਿੰਨਾ ਚਾਰਜ ਉੱਤੇ ਕਲੈਕਟ ਹੋ ਸਕਦਾ ਹੈ ਇਸ ਸਰਕਟ ਦੇ ਵਿੱਚ ਉਹਦਾ 63% ਚਾਰਜ ਕਲੈਕਟ ਹੋ ਜਾਂਦਾ ਉੱਤੇ ਉਸ ਟਾਈਮ ਤੱਕ, ਕਿਉਂਕਿ ਚਾਰਜ ਹੌਲੀ ਹੌਲੀ ਇਕੱਠਾ ਹੋਈ ਜਾ ਰਿਹਾ ਨਾ ਉਹ 'ਚ। ਗੱਲ ਸਮਝ ਲੱਗੀ ਸਭ ਨੂੰ? Yes, sir. तो ਇਹਨੂੰ ਮੈਂ ਡਿਫਾਈਨ ਕਰਨ ਦਾ ਇੱਕ ਤਰੀਕਾ ਹੋ ਗਿਆ ਬਸ, ਹੋਰ ਤਾਂ ਕੁਝ ਵੀ ਨਹੀਂ। ਸੋ ਜਿਵੇਂ ਇਹਨੂੰ ਮੈਂ ਕਰਾਂ ਜੇ ਵੀਡੀਓ ਆਨ ਹੋਇਆ ਕਿਸੇ ਦਾ ਆਫ ਕਰ ਲਓ ਵੀ ਇਹ ਸਾਈਡ ਤੇ ਵਿੰਡੋ ਜੀ ਪਤਾ ਨਹੀਂ ਕਿਉਂ ਓਪਨ ਹੋਈ। ਸੋ ਦੇਖੋ ਇਸ ਤਰ੍ਹਾਂ ਆਪਾਂ ਜੇ ਗ੍ਰਾਫ ਬਣਾਈਏ ਜਿਵੇਂ ਪਹਿਲਾਂ ਬਣਾ ਰਹੇ ਸੀ ਆਪਾਂ ਚਾਰਜ ਦਾ, ਚਾਰਜ ਆਪਾਂ ਦੇਖਿਆ ਨਾ ਚਾਰਜ ਵੱਧਦਾ ਹੈ टाइम के नाल चार्जिंग दे विच ते आपां नूं पता चार्ज वध के मैक्सिमम कितना हो जाएगा Q0। सो आ वाली वैल्यू अपनी Q0 दी है बेसिकली जो कि बेसिकली CE है, ये तुहानूं पता है। सो इस वैल्यू नूं अटेन करन दी कोशिश करदा है चार्ज कैपेसिटर दे विच ते ओह अटेन इस तरह करदा है। आ ग्राफ वगैरह आपां कल समझे सी कि किवें बनदे हैं ना, ऐ करके ये लगभग ओहदे होण दी कोशिश हुंदा रहेगा इनफिनिटी तक जाएगा। सो जदों टाइम दी वैल्यू टॉ दे बराबर होएगी तो Q0 ਦਾ 63% ਇੱਥੇ ਕਿਤੇ ਆ ਜਾਏਗਾ 63%। ਤੇ ਤੁਸੀਂ ਕਹਿੰਦੇ this is 0.63 times Q0 ਤੇ ਉਸ ਟਾਈਮ ਜਿਹੜਾ ਟਾਈਮ ਹੋਏਗਾ ਉਹ ਹੋਏਗਾ this tau is equal to RC of the circuit। ਸਮਝ ਲੱਗੀ ਸਭ ਨੂੰ ਗੱਲ? Yes, sir. ਠੀਕ ਹੈ। ਜੋ ਆਪਾਂ ਕੱਲ ਕੀਤਾ ਸੀ ਬੇਸਿਕਲੀ ਉਸੇ ਚੀਜ਼ ਨੂੰ ਆਪਾਂ ਥੋੜਾ ਜਿਹਾ ਉਹ ਕਰਕੇ ਹੋਰ ਗ੍ਰਾਫ ਦੇ ਵਿੱਚ ਟਾਈਮ ਕਨਸਟੈਂਟ ਨੂੰ ਦੇ ਬਾਰੇ ਪੜ ਰਹੇ ਹਾਂ, ਹੋਰ ਤਾਂ ਕੁਝ ਵੀ ਨਹੀਂ ਹੈ। ਤੇ ਜਿਹੜਾ करंट तुसी कैलकुलेट कर चुके सी इसे Q तो कैलकुलेट किया सी। हुण करंट इन टर्म्स ऑफ करंट अगर मैं यही गल करना चाहां इन टर्म्स ऑफ करंट मैं यही गल करना चाहां तो मैं करंट दा एक्सप्रेशन लूंगा ते करंट दा एक्सप्रेशन सीगा I = I0 e की पावर -t by tau। ठीक है, where I0 is equal to E by R ये भी पता है थानू। ਤੇ ਹੁਣ ਜੇ ਮੈਂ ਇੱਥੇ ਮੈਂ ਕਹਿ ਦਵਾਂ ਮੈਂ t ਦੀ ਵੈਲਿਊ ਮੈਂ ਟॉ ਪੁੱਟ ਕਰੂੰਗਾ। ਸੋ ਜੇ ਇਹਦੇ ਵਿੱਚ ਪੁੱਟ ਕਰ ਦੋ at t = τ ਤੁਹਾਨੂੰ ਪਤਾ ਹੈ ਜਿਹੜਾ i ਆਏਗਾ ਤੁਹਾਡਾ ਉਹ ਆਏਗਾ I0 e की पावर -1 यानी 1/e। 1/e ਦੀ ਵੈਲਿਊ 0.37 ਹੈ, ਹੁਣ ਦੇਖੀ ਸੀ ਪਿੱਛੇ I0। ਤੇ ਕਰੰਟ ਕੀ ਹੁੰਦਾ ਹੈ ਦੇਖੋ ਇਹ ਚ ਕਰੰਟ ਘਟਦਾ ਹੈ ਕਿ ਵੱਧਦਾ ਹੈ? ਘਟਦਾ ਹੈ। ਸੋ ਜੇ ਮੈਂ ਕਰੰਟ ਦੇ ਬਾਰੇ ਇਹੀ ਗੱਲ ਕਹਿਣਾ ਚਾਹਾਂ ਕਿ ਮੈਂ ਕਰੰਟ ਦਾ ਗ੍ਰਾਫ ਬਣਾਵਾਂ ਜੀ ਇਹਦੇ ਵਿੱਚ ਬਣਾ ਦਿੰਦੇ ਹਾਂ ਇਸ ਤਰ੍ਹਾਂ ਹੀ ਕਰੰਟ। ਤਾਂ ਕਰੰਟ ਦੀ ਮੈਕਸਿਮਮ ਵੈਲਿਊ ਹੁੰਦੀ ਹੈ t = 0 ਟਾਈਮ ਤੇ ਕੋਈ ਵੀ ਵੈਲਿਊ ਹੋ ਸਕਦੀ ਹੈ ਕਿਤੇ ਵੀ ਹੋ ਸਕਦੀ, ਮੰਨ ਲਓ ਇੱਥੇ ਹੈ ਕਿਉਂਕਿ ਉਹ E/R ਹੈ ਨਾ I0 ਤੇ I0 ਤੋਂ ਉਹ ਵੈਲਿਊ ਕੀ ਹੁੰਦੀ ਹੈ ਘਟਦੀ ਹੈ ਨਾ। Yes, sir. ਇਸ ਤਰ੍ਹਾਂ ਹੁੰਦੀ ਜਾਂਦੀ ਹੈ ਤੇ ਕਰੰਟ ਦੀ ਵੈਲਿਊ ਜਦੋਂ ਉਹਦੀ 37% ਤੇ ਤੱਕ ਘਟ ਕੇ ਆ ਜਾਵੇ ਘਟ ਦੀ ਟਾਈਮ ਦੇ ਨਾਲ ਤਾਂ ਕਰੰਟ ਦੀ ਵੈਲਿਊ ਜਦੋਂ 37% ਰਹਿ ਜੇ ਆਪਣੀ ਮੈਕਸਿਮਮ ਵੈਲਿਊ ਦੀ
ਤੇ ਉਦੋਂ ਜਾ ਕੇ ਜੋ ਟਾਈਮ ਹੋਏਗਾ ਬੇਸਿਕਲੀ ਉਹ ਆਪਣਾ ਟਾਈਮ ਕਾਂਸਟੈਂਟ। ਯਾਨੀ ਕਿ ਮੈਨੂੰ ਕੋਈ ਪੁੱਛੇ ਨਾ ਕਿ ਟਾਈਮ ਕਾਂਸਟੈਂਟ ਕਿਸੇ ਆਰਸੀ ਸਰਕਟ ਦਾ ਕੀ ਹੁੰਦਾ ਹੈ, ਮੰਨ ਲਓ ਟਾਈਮ ਕਾਂਸਟੈਂਟ 5 ਸੈਕਿੰਡ ਦਾ, ਤਾਂ ਇਹਦਾ ਮਤਲਬ ਹੈ ਕਿ 5 ਸੈਕਿੰਡ ਦੇ ਵਿੱਚ ਕੈਪੈਸਿਟਰ ਜਿਹੜਾ ਆ ਉਹ 0 ਤੋਂ ਸ਼ੁਰੂ ਹੋ ਕੇ ਆਪਣੇ ਮੈਕਸਿਮਮ ਵੈਲਿਊ ਦਾ 63% ਚਾਰਜ ਹੋ ਜਾਂਦਾ। ਤੇ ਸਟਾਰਟਿੰਗ 'ਚ ਕਿਉਂਕਿ ਕਰੰਟ ਦੀ ਵੈਲਿਊ ਮੈਕਸਿਮਮ ਹੁੰਦੀ ਹੈ I0, ਤੇ ਕਰੰਟ ਜਿਹੜਾ ਹੈ ਆਪਣੇ ਸ਼ੁਰੂ ਵਾਲੀ ਵੈਲਿਊ ਤੋਂ ਜਿੱਥੋਂ ਸ਼ੁਰੂ ਹੋਈ ਆ 37% ਤੱਕ ਰਹਿ ਜਾਂਦਾ ਵਾ ਆਇਆ, ਯਾਨੀ ਬਾਕੀ ਘਟ ਜਾਂਦਾ। ਸਮਝ ਲੱਗੀ ਗੱਲ ਸਭ ਨੂੰ? ਠੀਕ ਹੈ, ਆ ਇੱਕ ਜਨਰਲ ਜੀ ਗੱਲ ਹੈ ਟਾਈਮ ਕਾਂਸਟੈਂਟ ਦੇ ਬਾਰੇ ਜੋ ਆਪਾਂ ਸਮਝ ਸਕਦੇ ਹਾਂ। ਹੁਣ ਜਿਵੇਂ ਇਸ ਤਰ੍ਹਾਂ ਇਹਦੇ ਰਿਲੇਟਡ ਤੁਹਾਨੂੰ ਜਿਵੇਂ ਸਵਾਲ ਫਿਰ ਜਿਵੇਂ ਮਰਜ਼ੀ ਪੁੱਛ ਲਿਆ ਜਾਵੇ, ਹੁਣ ਤਾਂ ਐਕਸਪ੍ਰੈਸ਼ਨ ਤੁਹਾਨੂੰ ਹੈਗੇ ਹੀ ਨੇ। ਜਿਵੇਂ ਮੰਨ ਲਓ ਕੋਈ ਸਵਾਲ ਪੁੱਛ ਲਵੇ ਕਿ ਮੰਨ ਲਓ ਆ ਸਰਕਟ ਹੈ, ਇਹ ਆਰ ਗਿਵਨ ਵੀ ਹੋ ਸਕਦੀ, ਜ਼ਿਆਦਾਤਰ ਗਿਵਨ ਹੀ ਹੁੰਦੀ ਹੈ, ਮਤਲਬ ਆਪਾਂ ਤਾਂ ਹੁਣ ਉਹ ਕੱਲ ਜੋ ਕੀਤਾ ਆਪਾਂ ਉਹਦੇ ਵਿੱਚ ਹੀ ਨਾਲ ਜੋੜੀ ਜਾ ਰਹੇ ਹਾਂ, ਗਿਵਨ ਵੀ ਹੋ ਸਕਦੀ ਆਰ ਇੰਨੀ ਤੇ ਸੀ ਇੰਨਾ ਗਿਵਨ ਹੋ ਸਕਦਾ ਹੈ। ਤੇ ਮੰਨ ਲਓ ਆ ਆਪਣੀ ਬੈਟਰੀ ਹੈ, ਬੈਟਰੀ ਦਾ EMF E ਹੈ, ਤੇ ਇਸ ਤਰ੍ਹਾਂ ਮੰਨ ਲਓ ਇੱਥੇ ਕੀ ਲੱਗਾ ਹੋਇਆ ਵਾ ਐ ਵਾ ਜੋੜਦੇ ਹਾਂ, ਠੀਕ ਹੈ। ਤੇ ਆ ਮੰਨ ਲਓ ਜਿਹੜਾ ਕੀ ਬੰਦ ਹੁੰਦਾ ਆ ਇਹ ਟਾਈਮ t = 0 ਤੇ ਬੰਦ ਹੁੰਦਾ ਹੈ। ਆਪਾਂ ਜਸਟ ਉਹਨੂੰ ਔਨ ਕਰਦੇ ਹਾਂ। ਤੇ ਆਪਾਂ ਨੂੰ ਕਿਹਾ ਜਾ ਰਿਹਾ ਫਾਈਂਡ ਦਾ ਟਾਈਮ in which capacitor is 10% charged। 10% ਚਾਰਜ ਦਾ ਕੀ ਮਤਲਬ ਹੈ ਸੋਚੋ। ਅੱਛਾ ਪਹਿਲੀ ਗੱਲ ਤਾਂ ਦੇਖੋ ਇਹਦੇ ਵਿੱਚ ਆ ਜਿਹੜਾ ਐਕਸਪ੍ਰੈਸ਼ਨ ਆ ਆ ਵਾਲਾ ਇਹਦੇ ਚ ਟਾਈਮ ਨੂੰ ਛੱਡ ਕੇ ਬਾਕੀ ਸਭ ਤਾਂ ਕਾਂਸਟੈਂਟ ਹੀ ਹੈ ਨਾ। ਸੋ ਬੇਸਿਕਲੀ q ਦਾ t ਦਾ ਰਿਲੇਸ਼ਨ ਹੈ, ਫੰਕਸ਼ਨ ਹੈ। ਮੰਨ ਲਓ q ਇਜ਼ ਅ ਫੰਕਸ਼ਨ ਆਫ ਟਾਈਮ। ਸੋ ਜੇ ਤੁਹਾਨੂੰ ਚਾਰਜ ਦੱਸ ਦਿੱਤਾ ਜਾਵੇ ਤਾਂ ਤੁਸੀਂ ਟਾਈਮ ਪਤਾ ਕਰ ਸਕਦੇ ਹੋ, ਟਾਈਮ ਦੱਸ ਦਿੱਤਾ ਜਾਵੇ ਤਾਂ ਉਸ ਟਾਈਮ ਤੇ ਚਾਰਜ ਦੱਸ ਸਕਦੇ ਹੋ ਕਿੰਨਾ ਹੋਏਗਾ। ਕਲੀਅਰ ਹੈ ਗੱਲ ਕਿ ਨਹੀਂ? ਸੋ ਹੁਣ ਸਵਾਲ ਦੇ ਵਿੱਚ ਕੀ ਪੁੱਛਿਆ ਉਹਨਾਂ ਨੇ, 10% ਚਾਰਜਡ ਹੈ ਕੈਪੈਸਿਟਰ। ਤਾਂ ਹੁਣ ਤੁਸੀਂ ਆਪ ਸੋਚੋ ਵੀ ਰਿਲੇਸ਼ਨ ਤੁਹਾਡੇ ਕੋਲ ਗਿਵਨ ਹੈ q is equal to q0 1 - e - t ਵਟਾ RC। ਤੇ ਇੱਥੇ ਗਿਵਨ ਕੀ ਹੈ ਆਪਣੇ ਕੋਲ, ਚਾਰਜ ਜਿਹੜਾ ਹੈ ਕਿੰਨਾ 10%, ਯਾਨੀ ਫਿਰ q ਦੀ ਵੈਲਿਊ ਕੀ ਲਓਗੇ ਤੁਸੀਂ ਦੱਸੋ ਮੈਨੂੰ? 0.1 Q0। ਹਾਂ 0.1 Q0 ਜਾਂ Q0/10। ਸਮਝ ਲੱਗੀ ਗੱਲ? ਯੈਸ ਸਰ। ਤੇ ਇਹ ਬੇਸਿਕਲੀ Q0/10 ਪੁੱਟ ਕਰੋਗੇ ਇੱਥੇ ਤਾਂ ਆਟੋਮੈਟਿਕਲੀ Q0 ਨਾਲ Q0 ਕੱਟਿਆ ਜਾਏਗਾ। ਉਹ t ਤੱਕ ਪਹੁੰਚਣ ਦੀ ਉਹ ਖੇਚਲ ਕਰਨੀ ਹੈ ਬਸ ਕਿ ਕਿਵੇਂ ਕਰੀਏ। Q0 ਕੱਟਿਆ ਗਿਆ, ਆ ਬਣ ਜੂਗਾ 1 - e - t/RC = 1/10। ਤੇ ਇਹਦਾ ਮਤਲਬ ਬਣ ਜੂਗਾ e - t/RC ਬਰਾਬਰ ਹੈ 1 - 1/10 9/10। ਫਿਰ ਇਹਨੂੰ ਸੋਲਵ ਕਰਨਾ ਲਈ ਲੌਗ ਲਗਾਉਣਾ ਪਏਗਾ। ਦੇਖੋ ਦੋਨੋਂ ਪਾਸੇ ਨੈਚੁਰਲ ਲੌਗ ਲਓਗੇ ਤਾਂ ਬੇਸਿਕਲੀ ਇੱਧਰ ਬਣ ਜਾਏਗਾ -t/RC। ਤੁਹਾਨੂੰ ਕਿਹਾ ਨਾ ਐਕਸਪੋਨੈਂਸ਼ੀਅਲ ਇੱਧਰ ਹੁੰਦਾ, ਉਧਰ ਜਾ ਕੇ ਨੈਚੁਰਲ ਲੌਗ ਬਣ ਜਾਂਦਾ। ਇਹ ਤਾਂ ਤੁਹਾਨੂੰ ਕਰਵਾਇਆ ਕਈ ਵਾਰੀ, +2 ਚ ਹੋ ਗਏ ਹੋ, ਕਿੰਨੀ ਵਾਰੀ ਗੱਲ ਹੋਈ ਹੋਣੀ ਹੈ ਕਿ ਨਹੀਂ? ਸਮਝਾਈ ਗੱਲ? ਨੈਚੁਰਲ ਲੌਗ ਹੋ ਗਿਆ, ਇੱਧਰ ਐਕਸਪੋਨੈਂਸ਼ੀਅਲ ਤੋਂ ਜਾ ਕੇ ਨੈਚੁਰਲ ਲੌਗ ਬਣ ਜਾਂਦਾ ਹੈ। ਤੇ ਹੁਣ ਜੇ ਨੈਚੁਰਲ ਲੌਗ ਬਣ ਗਿਆ, ਨੈਚੁਰਲ ਲੌਗ ਨੂੰ ਜੇ log to base 10 ਚ ਕਨਵਰਟ ਕਰਨਾ ਤਾਂ ਆਪਾਂ ਨੂੰ ਕੀ ਕਰਨਾ ਪੈਂਦਾ ਹੈ? 2.303 ਨਾਲ ਗੁਣਾ ਕਰਨਾ ਪੈਂਦਾ ਨਾ। ਯੈਸ ਸਰ। ਇਹ ਗੱਲ ਤੁਸੀਂ ਕੈਮੀਕਲ ਕਾਈਨੈਟਿਕਸ ਪੜ੍ਹ ਲਈ ਕੈਮਿਸਟਰੀ ਚ? ਪੜ੍ਹ ਰਹੇ ਹੋ? ਫਸਟ ਆਰਡਰ ਰਿਐਕਸ਼ਨਸ ਤੇ ਆ ਗਏ? ਯੈਸ ਸਰ। ਯੈਸ ਸਰ। ਬਸ ਫਿਰ ਫਸਟ ਆਰਡਰ ਰਿਐਕਸ਼ਨ ਤਾਂ ਤੁਸੀਂ ਕੀਤਾ ਹੀ ਹੋਣਾ 2.303। ਯੈਸ ਸਰ। ਬਸ ਫਿਰ ਤਾਂ ਤੁਹਾਨੂੰ ਪਤਾ ਹੀ ਹੈ। ਸੋ ਆ ਜਿਹੜਾ log 9/10 ਹੈ ਇਹਨੂੰ ਹੱਲ ਕਰ ਲਓ। ਅਸਲ ਵਿੱਚ ਕੁਝ ਵੈਲਿਊਜ਼ log ਦੀਆਂ ਨਾ ਆਪਾਂ ਨੂੰ ਯਾਦ ਹੀ ਰਹਿੰਦੀਆਂ, ਜਿਵੇਂ log to base 10 ਹੋਵੇ ਅਗਰ, ਠੀਕ ਹੈ, log to base 10 of 2 ਜਿਹੜਾ ਹੋਵੇ ਉਹਦੀ ਵੈਲਿਊ ਉੱਥੇ ਯੂਜ਼ ਹੁੰਦੀ 0.3010। ਤੇ ਜੇ log to base 10 of 3 ਹੋਵੇ ਉਹਦੀ ਵੈਲਿਊ 0.47 ਦੇ ਨੇੜੇ ਤੇੜੇ ਹੁੰਦੀ ਆ। ਦੋ ਵੈਲਿਊ ਤਾਂ ਯਾਦ ਹੀ ਰੱਖਿਓ, ਲਿਖ ਲਿਓ। ਇਹਨੂੰ ਵਰਤਦੇ ਨਾ ਆਪਾਂ ਉੱਥੇ ਰੇਟ ਕਾਂਸਟੈਂਟ ਦੇ ਨਾਲ ਜਦੋਂ ਕਰਦੇ ਆ ਹਾਫ ਲਾਈਫ ਟਾਈਮ ਆਫ ਦਾ ਰਿਐਕਸ਼ਨ ਕੀ ਆਂਦਾ ਆਪਣਾ 0.693 ਆਂਦਾ। ਫਿਰ 2.303 ਨੂੰ ਇਹਦੇ ਨਾਲ ਗੁਣਾ ਕਰ ਦੇਂਗੇ, ਫਿਰ 0.693 ਬਾय ਦਾ t ਹਾਫ ਰੇਟ ਕਾਂਸਟੈਂਟ ਇਜ਼ ਇਕੁਅਲ ਟੂ 1। ਸੋ ਚਲੋ ਇਹ ਤੁਸੀਂ ਉਹਦੇ ਵਿੱਚ ਕੀਤਾ ਹੋਣਾ। ਸੋ ਇੱਥੇ ਕੀ ਆ, ਇਹਨੂੰ ਹੱਲ ਕਰਨਾ ਕਿਵੇਂ, r ਤੇ c ਨੂੰ ਐਸਾ ਚ ਰੱਖਾਂਗੇ ਆਪਾਂ, ਉਧਰ ਜਾ ਕੇ ਮਲਟੀਪਲਾਈ ਕਰ ਦਾਂਗੇ ਬਸ। ਤੇ ਇਹ log 10 ਹੋ ਗਿਆ, log to base 10 ਹੋ ਗਿਆ ਸਮਝ ਲਓ। ਜੇ log ਲਿਖਤਾ log to base 10 ਹੋ ਗਿਆ, ਤੇ log to base 10 ਹੋ ਗਿਆ। ਇਹਨੂੰ log m - n ਕਰੋਗੇ, ਇਹ ਬਣ ਜੂਗਾ 2.303
log to base 10 of 9 minus log to base 10 of 10 log to base 10 of 10 ਕੀ ਹੁੰਦਾ 1 ਹੁੰਦਾ ਨਾ 1 2.303 ਇਹ 9 ਨੂੰ 3 ਦੀ ਸਕੁਅਰ ਕਰ ਦੋ ਤਾਂ 2 ਅੱਗੇ ਆ ਜਾਏਗਾ yes sir log to base 10 of 3 ਹੋ ਜਾਏਗਾ ਮਾਈਨਸ ਇਹ 1 ਹੀ ਹੈਗਾ ਇਹਦੀ ਵੈਲਿਊ ਪੁੱਟ ਕਰ ਦਿਓ ਉੱਪਰੋਂ ਆ ਵਾਲੀ ਵੈਲਿਊ ਇੱਥੇ ਜਾ ਕੇ ਇੱਥੇ ਪੁੱਟ ਕਰ ਦੋਗੇ ਜੋ ਵੀ ਵੈਲਿਊ ਆਨਸਰ ਆਏਗੀ ਦੇਖ ਲਿਓ ਇੱਥੇ ਤੇ ਉਸ ਤੋਂ ਬਾਅਦ आंसर नेगेटिव आएगा जो भी आएगा ऊपर करके देख लिया आप 0.47 ਨੂੰ ਪੁੱਟ ਕਰੋਗੇ ਨਾ ਇੱਥੇ ਤੇ 2 ਨਾਲ ਗੁਣਾ ਕਰੋਗੇ ਬਣ ਜੂਗਾ 47 दूना 94 0.94 माइनस 1 कितना बन जूगा -0.06 माइनस साइन है ना yes sir माइनस 0.06 आ जूगा माइनस ना माइनस कटिया गया ਤਾਂ ਤੁਹਾਡਾ ਆ ਟੀ ਜਿਹੜਾ ਟਾਈਮ ਆਊਗਾ ਉਹ ਆਊਗਾ ਆਰ ਤੇ ਸੀ ਦੀ ਜੋ ਵੈਲਿਊਜ਼ ਹੋਣਗੀਆਂ ਇੱਥੇ ਲਿਖ ਦਿਓ ਇੱਥੇ ਮੈਂ ਲਿਖਿਆ ਨਹੀਂ ਨਾ ਵੈਲਿਊਜ਼ ਮਤਲਬ ਸਵਾਲ ਚ ਦਿੱਤੀਆਂ ਹੋ ਸਕਦੀਆਂ ਬਸ ਇਹਨੂੰ ਗੁਣਾ ਕਰ ਦਿਓ ਜੋ ਵੀ ਕਰ ਕਰਾ ਕੇ ਆਊਗਾ ਬਸ ਆ ਆਪਣਾ ਆਨਸਰ ਕਰ ਲੋਗੇ ਇੰਨੇ ਸੈਕਿੰਡ ਆ ਜਾਊਗਾ ਆਪਾਂ ਤਾਂ ਬਸ ਆ ਕਰ ਰਹੇ ਹਾਂ ਕਿ ਜੇ ਆਪਾਂ ਨੂੰ ਕੋਈ ਗਿਵਨ ਹੋਵੇ ਕਿੰਨਾ ਚਾਰਜ ਹੈ ਤਾਂ ਉਸ ਹਿਸਾਬ ਨਾਲ ਆਪਾਂ ਟਾਈਮ ਪਤਾ ਕਰ ਸਕਦੇ ਹਾਂ ਕਲੀਅਰ ਹੈ ਗੱਲ yes sir ठीक है सो जरूरी नहीं कि अपन चार्ज बारे पूछा जाए होर भी कुछ पूछा जा सकता जिवें मान लो इस एक सवाल पूछ लैन कि मान लो चलो चार्ज बारे भी आप भी पूछ सकते हैं कि इफ द फाइंड द टाइम इन विच कैपेसिटर इज चार्ज टू 3/4 ऑफ इट्स मैक्सिमम वैल्यू ठीक है फिर ओदा इथे की आऊगा क्यू दी वैल्यू की आऊगी फिर 3/4 क्यू नोट आ जाऊगा है ना उसे नु एवं कह सकते 75% चार्ज 75% ਚਾਰਜ ਹੋਣ ਦਾ ਮਤਲਬ ਆਹੀ ਹੁੰਦਾ 3/4 ਆਫ ਦਾ ਮੈਕਸਿਮਮ ਵੈਲਿਊ ਇਹ ਪੁੱਟ ਕਰਕੇ ਅਗਲਾ ਤੁਸੀਂ ਸਾਰਾ ਹੱਲ ਹੁੱਲ ਕਰਕੇ ਲੌਗ ਲੂਗ ਲਗਾ ਕੇ ਟਾਈਮ ਪਤਾ ਕਰ ਸਕਦੇ ਹੋ ਹਾਂਜੀ ਯੋਗੇਸ਼ ਸਰ ਜਿਹੜਾ ਆਪਾਂ ਐਕਸਪੋਨੈਂਸ਼ੀਅਲ ਲੈ ਰਹੇ ਹਾਂ ਮਤਲਬ ਇਹਦੀ ਜਿਹੜੀ ਵੈਲਿਊ ਹੁੰਦੀ ਹੈ 2.78 ਫਿਕਸ ਹੈ 2.718 ਹੁੰਦੀ ਹੈ ਯੈਸ ਸਰ ਫਿਕਸ ਹੈ ਉਹ ਫਿਕਸ ਹੈ ਨੰਬਰ ਹੈ ਜਸਟ ਇੱਕ ਨੰਬਰ ਜੋ ਪਾਈ ਨਹੀਂ ਹੁੰਦਾ ਪਾਈ ਯੈਸ ਸਰ ਹਾਂ ਉਦਾਂ ਹੀ ਹੁੰਦਾ ਇਹ ਨੰਬਰ ਇੱਕ ਮਿੰਟ ਮੈਂ ਨਾ ਦੇਖ ਲਵਾਂ मेरे ना मैनू ऐ लग रहा है मैं वैल्यू गलत तो नहीं बोल रहा किते 2.718 ही है मैं ख्याल नाल देखना एक मिनट बरती नहीं बड़े टाइम हो गए ई दी वैल्यू एनु यूलर्स नंबर बोल दे वैसे अपन 2.718 ही है ठीक है आगे होर भी है नंबर 2.71828182845 एंड सो ऑन ठीक है ना इरेशनल नंबर है इसलिए आप 2.718 ਵਰਤ ਲੈਣੇ ਹੁੰਦੇ ਆ ਠੀਕ ਹੈ ਸਰ ਜਿੱਦਾਂ ਜਿਹੜਾ ਐਕਸਪੋਨੈਂਸ਼ੀਅਲ ਤੇਰਾ ਇਸ ਇਕੁਅਲ ਦੇ ਉੱਧਰ ਗਿਆ ਤਾਂ ਸਰ ਉਹ ਕਿ ਨੈਚੁਰਲ ਬਣ ਗਿਆ ਹਾਂਜੀ ਸਰ ਅਗਰ e ਦੇ ਅਗਰ ਆਪਾਂ ਮਤਲਬ ਕਿ e ਦੀ ਵੈਲਿਊ ਅਗਰ 10 ਲੈ ਲਾਂਗੇ ਤਾਂ ਉੱਧਰ ਜਾ ਕੇ log ਬਣ ਜਾਏਗਾ e ਦੀ ਵੈਲਿਊ ਜਿਹੜਾ e ਹੁੰਦਾ ਨਾ ਉੱਧਰ ਜਾ ਕੇ log ਬਣਦਾ ਹੈ e ਦੀ ਜਗ੍ਹਾ ਇੱਥੇ 10 ਹੁੰਦਾ ਨਾ 10 ਦੀ ਪਾਵਰ ਹੁੰਦੀ ਉੱਥੇ ਜਾ ਕੇ log to base 10 ਹੀ ਬਣਨਾ ਸੀ ਸਮਝ ਲੱਗੀ ਗੱਲ ਠੀਕ ਹੈ ਸਰ ਤੂੰ ਮੈਂ ਮੰਨ ਲਾ ਨਾ ਦੇਖ ਅਸਲ ਵਿੱਚ ਪਤਾ ਕੀ ਹੁੰਦਾ ਜਿਹੜਾ ਲੌਗ ਹੁੰਦੇ ਨੇ ਜਿਹੜੇ ਲੋਗੈਰਿਥਮ ਪਤਾ ਕੀ ਹੁੰਦਾ ਮੈਂ ਤੁਹਾਨੂੰ ਜਸਟ ਵੈਸੇ ਸਮਝਾਣਾ ਇੱਕ ਹੁੰਦਾ ਹੈ ਲੋਗੈਰਿਥਮ ਇੱਕ ਹੁੰਦਾ ਐਂਟੀ ਲੋਗੈਰਿਥਮ ਯਾਦ ਆ ਨਾ ਐਂਟੀ ਲੋਗੈਰਿਥਮ ਵੀ ਹੁੰਦੇ ਨੇ ਬੇਸਿਕਲੀ ਕੁਝ ਨਹੀਂ ਹੁੰਦਾ ਐਂਟੀ ਲੋਗੈਰਿਥਮ ਬੇਸਿਕਲੀ ਪਾਵਰ ਫੰਕਸ਼ਨ ਨੂੰ ਹੀ ਕਹਿੰਦੇ ਸੀ ਮਤਲਬ ਪਾਵਰ ਐਕਸਪੋਨੈਂਸ਼ੀਅਲ ਪਾਵਰ ਜਿਵੇਂ ਕਰਦੇ ਆ ਕਹਿਣ ਦਾ ਭਾਵ ਇਹ ਮੰਨ ਲਾ ਤੂੰ y ਨੂੰ ਫੰਕਸ਼ਨ ਲਿਖ ਲਾ y ਦੀ ਬਰਾਬਰ ਹੈ 3 ਦੀ ਪਾਵਰ x ਮੰਨ ਲਾ ਫੰਕਸ਼ਨ ਬਣ ਗਿਆ ਕਿ ਨਹੀਂ है ना इस फंक्शन ए फंक्शन ने की करा इधरले पासे x दी वैल्यूज लिख ला एक्चुअली मैं ना मेडिकल वाले बच्चों ने फंक्शन वगैरह नहीं पढ़े होंगे इसलिए थोड़ा वो होता है नॉन मेडिकल वाले तो पता ना फंक्शन बारे yes sir डोमेन रेंज बारे चलो मैं तुम दस देना योगेश यस सर एक दी वैल्यू दस की 0 दी वैल्यू की होगी जे 0 x दी वैल्यू इधर लिखियां y दी इधर लिखियां ने x ਨੂੰ ਉਧਰ y ਤੇ ਲੈ ਕੇ ਜਾਣਾ ਤਾਂ ਆ ਫੰਕਸ਼ਨ ਬਣੂਗਾ ਆਪਣਾ ਇਧਰੋਂ ਉਧਰ ਲੈ ਕੇ ਜਾਓਗੇ ਵੈਲਿਊਜ਼ ਜਿਵੇਂ x ਦੀ ਵੈਲਿਊ 0 y ਕਿੰਨੀ ਆਊਗੀ ਦੱਸ 1 ਆਊਗੀ है ना ਇਹ ਹਮੇਸ਼ਾ ਆਊਗੀ ਨਾ ਕਿਸੇ ਵਿੱਚ ਚਾਹੇ 3 ਦੀ ਜਗ੍ਹਾ 5 ਹੁੰਦਾ ਤਾਂ ਵੀ 0 1 ਹੀ ਆਣਾ ਸੀ ਨਾ ਯੈਸ ਸਰ ਅੱਛਾ 1 ਦੀ ਵੈਲਿਊ ਕੀ ਆਊਗੀ 3 ਆਊਗੀ ਵੈਰੀ ਗੁੱਡ 2 ਦੀ ਵੈਲਿਊ ਕੀ ਆਊਗੀ ਦੱਸ 9 ਆਊਗੀ 3 ਦੀ ਵੈਲਿਊ ਕੀ ਆਊਗੀ 27 इदा ही -1 ਦੀ ਵੈਲਿਊ ਦੱਸ ਕੀ ਆਊਗੀ -1/3 ਆਊਗੀ है ना एंड सो ऑन इधर भी ला ला इधर भी ला ला आगे है ना जो मर्जी
ਆ ਜਿਹੜਾ ਫੰਕਸ਼ਨ ਹੈ ਨਾ ਇਹਨੂੰ ਆਪਾਂ ਬੋਲਦੇ ਆ ਐਂਟੀ ਲੋਗੈਰਿਥਮ ਫੰਕਸ਼ਨ ਹੈ। ਇਹ ਬੇਸਿਕਲੀ ਇਹ ਐਂਟੀ ਲੌਗ ਆ ਟੂ ਬੇਸ 3। ਹੁਣ ਜੇ ਇਹਦਾ ਤੂੰ ਲੌਗ ਬਣਾਉਣਾ, ਜਿਵੇਂ ਮੈਂ ਫਿਲਹਾਲ ਇਹਨੂੰ ਫਿਲਹਾਲ ਇਹਨੂੰ ਕਹਿ ਦੇਣਾ, ਮੰਨ ਲਾ ਫੰਕਸ਼ਨ ਆ ਕੋਈ ਵੀ, ਵੀ ਇਹਦਾ ਨਾਮ ਬਾਅਦ ਚ ਰੱਖਦੇ ਆ। ਇਹਦਾ ਪੁੱਠਾ ਫੰਕਸ਼ਨ ਬਣਾਉਣਾ, ਪੁੱਠਾ ਫੰਕਸ਼ਨ ਬਣਾਉਣਾ ਪਤਾ ਕੀ ਕਰ, ਆਹ ਵਾਲੇ ਜਿਹੜੇ ਨੰਬਰ ਨੇ y ਵਾਲੇ ਇਧਰਲੇ ਪਾਸੇ ਰੱਖ ਲਾ, y ਵਾਲੇ ਇਧਰਲੇ ਪਾਸੇ ਰੱਖ ਲਾ, ਠੀਕ ਆ, ਸਾਰੇ ਨੰਬਰ x ਵਾਲੇ ਇਧਰਲੇ ਪਾਸੇ ਰੱਖ ਲਾ, ਤਾਂ ਰਿਵਰਸ ਫੰਕਸ਼ਨ ਬਣ ਜਾਂਦਾ ਨਾ ਇਹ ਇਧਰੋਂ ਇਧਰ। ਠੀਕ ਹੈ, ਹੁਣ ਆਹ ਜਿਹੜਾ ਫੰਕਸ਼ਨ ਬਣੇਗਾ ਰਿਵਰਸ ਫੰਕਸ਼ਨ ਬਣੇਗਾ ਉਹਦਾ। ਇਹ ਕਿਵੇਂ ਬਣੇਗਾ, ਇਹ ਜਿਹੜਾ 1 ਹੋਏਗਾ ਇੱਥੇ 1 ਦੀ ਵੈਲਿਊ ਉਧਰਲੇ ਪਾਸੇ ਕੀ ਆਊਗੀ, ਹੁਣ ਦੱਸ। ਆ 1 0 ਨੂੰ ਆ ਰਿਹਾ ਨਾ ਕਿ ਨਹੀਂ? ਹਾਂਜੀ 3 ਦੀ ਵੈਲਿਊ ਕੀ ਆਊਗੀ 1, 9 ਦੀ ਵੈਲਿਊ ਕੀ ਆਊਗੀ। ਹੁਣ ਵਿਚਕਾਰਲੇ ਨੰਬਰ ਵੀ ਹੋਣਗੇ, ਇੱਧਰ ਵੀ ਹੋਣਗੇ, ਇੱਧਰ ਵੀ ਤਾਂ ਸੀਗੇ 1 ਤੇ 2 ਵਿਚਕਾਰ ਵੀ ਤਾਂ ਨੰਬਰ ਸੀਗੇ, ਮੈਂ ਭਰੇ ਹੀ ਨਹੀਂ ਨਾ। ਯੈਸ ਮੈਂ ਆਪਾਂ ਤਾਂ ਜਸਟ ਤੈਨੂੰ ਸਮਝਾਉਣ ਲਈ ਕਹਿ ਰਿਹਾ ਨਾ। ਮੈਂ ਤਾਂ 9 ਦਾ ਕੀ ਆਊਗਾ ਦੱਸ, 2 ਆਊਗਾ। ਇਸ ਤਰ੍ਹਾਂ 27 ਦਾ ਕੀ ਆਊਗਾ 3 ਆਊਗਾ, ਐਂਡ ਸੋ ਔਨ ਐਂਡ ਵਟਐਵਰ ਜੋ ਵੀ ਹੈ ਨਾ। ਤਾਂ ਆ ਜਿਹੜਾ ਆ ਬਣਿਆ ਹੁਣ, ਆ ਜਿਹੜਾ ਹੁਣ ਬਣਿਆ ਹੈ, ਇਹਨੂੰ ਕਹਿੰਦੇ ਫੰਕਸ਼ਨ ਆਫ ਲੌਗ। ਇਹਨੂੰ ਫੰਕਸ਼ਨ ਦਾ ਨਾਮ ਰੱਖਦੇ ਆ f of x is equal to log to base 3 of x, log to base 3 of x ਹੈ। ਸਮਝ ਲੱਗੀ ਗੱਲ? ਯੈਸ ਸੋ ਕਹਿਣ ਦਾ ਭਾਵ ਇਹ ਹੈ ਕਿ ਜੇ ਮੈਂ ਹੁਣ ਇੱਥੇ ਕਹੂੰਗਾ, ਮੈਂ ਕਹੂੰਗਾ log to base 3 of 1 ਹਮੇਸ਼ਾ 0 ਆਏਗਾ। 3 ਦੀ ਬਜਾਏ 5 ਬੇਸ ਹੁੰਦਾ, ਪਰ ਇੱਥੇ ਆਪਾਂ 3 ਦੇਖ ਰਹੇ ਹਾਂ। log to base 3 of 3 ਕੀ ਆਏਗਾ ਦੇਖ, 27 1। ਇਧਰੋਂ ਚੱਕ ਨਾ, ਆ ਵੈਲਿਊ ਪੁੱਟ ਕਰ ਰਹੇ ਆਪਾਂ, ਹੁਣ ਆਨਸਰ ਉਧਰ ਆ ਰਿਹਾ। ਹਾਂਜੀ ਸਰ ਠੀਕ ਹੈ। f of x ਇਧਰਲੀ ਵੈਲਿਊ ਪੁੱਟ ਕਰਦੇ, ਆਨਸਰ ਇਧਰ ਆਉਂਦਾ ਨਾ। ਇਧਰ ਨੂੰ ਆਵਾਂ, ਆ ਐਰੋ ਇਧਰ ਨੂੰ, ਆ ਐਰੋ ਉਧਰ ਨੂੰ। ਆ ਜਿਹੜਾ ਰੈਡ ਕਲਰ ਦਾ ਫੰਕਸ਼ਨ ਬਣਾਇਆ ਤੇ ਇਹਨੂੰ ਹੀ ਬੋਲਦੇ ਨੇ ਐਂਟੀ ਲੋਗੈਰਿਥਮ। ਸਮਝ ਲੱਗੀ ਗੱਲ? ਠੀਕ ਹੈ ਸਰ। ਹੁਣ ਇਸੇ ਲਈ ਆਪਾਂ ਨੂੰ ਇੱਕ ਗੱਲ ਬੜੀ ਯਾਦ ਰੱਖਣੀ ਚਾਹੀਦੀ ਕਿ log to base a of a ਹੋਵੇ ਨਾ ਤਾਂ ਉਹ 1 ਹੀ ਆਉਂਦਾ ਹਮੇਸ਼ਾ। ਜੇ ਨੰਬਰ ਦਾ ਉਹ ਵੀ ਸੇਮ ਹੋਵੇ, ਬੇਸ ਵੀ ਸੇਮ ਹੋਵੇ। ਅੱਛਾ ਇਧਰ ਦੇਖ, 9 ਦਾ ਕੀ ਹੋਊਗਾ, log to base 3 of 9 ਕੀ ਹੋਊਗਾ, 2 ਆਊਗਾ। ਹੁਣ ਆਹ ਗੱਲ ਸਮਝ ਲੱਗੀ ਤੈਨੂੰ ਕਿ ਨਹੀਂ ਦੱਸਣਾ? ਹਾਂਜੀ ਸਰ। ਇਹਦਾ ਮਤਲਬ ਇਹ ਗਿਆ, ਇੱਕ ਫੰਕਸ਼ਨ ਹੈਗਾ f of x, ਆ ਫੰਕਸ਼ਨ ਹੈਗਾ f of x is equal to 3 raised per x। ਆਹ ਵਾਲਾ ਫੰਕਸ਼ਨ ਹੈਗਾ f of x is equal to log to base 3 of x। ਠੀਕ ਆ? ਯੈਸ ਸਰ। ਹੁਣ ਜੇ ਮੈਂ 3 raised per x ਦੇ ਵਿੱਚ ਯੋਗੇਸ਼, ਜੇ ਮੈਂ 2 ਨੂੰ ਲੈ ਕੇ ਜਾਵਾਂ, 2 ਨੂੰ ਕਿੱਥੇ ਲੈ ਕੇ ਜਾਏਗਾ ਉਹ ਦੱਸ? 9 ਤੇ ਲੈ ਕੇ ਜਾ ਰਿਹਾ ਨਾ। ਹਾਂਜੀ ਸਰ। ਤੇ ਜੇ ਮੈਂ ਉਸ 9 ਦੇ ਉੱਪਰ, ਹੁਣ ਆਹ ਵਾਲਾ 9 ਤੇ ਪਹੁੰਚ ਗਿਆ, 9 ਦੇ ਉੱਪਰ ਹੁਣ ਮੈਂ log ਲਗਾ ਦੇਵਾਂ ਤਾਂ log ਉਹਨੂੰ ਕਿੱਥੇ ਲੈ ਕੇ ਜਾ ਰਿਹਾ ਦੱਸ? ਵਾਪਸ 2 ਤੇ ਹੀ ਆ ਗਿਆ ਨਾ, ਜਿਹੜੇ 2 ਤੋਂ ਨਿਕਲਿਆ। ਹਾਂਜੀ ਸਰ। ਬੇਸਿਕਲੀ ਇਹ ਇਦਾਂ ਹੀ ਆ, ਆ 2 ਸੀਗਾ, ਉਹਨੂੰ ਇੱਕ ਫੰਕਸ਼ਨ ਲੈ ਕੇ ਗਿਆ, ਇੱਕ ਵਾਪਸ ਲੈ ਆਇਆ, ਤਾਂ ਮੁੜ ਕੋੜ ਕੇ ਤਾਂ ਤੂੰ ਉੱਥੇ ਹੀ ਆ ਗਿਆ ਨਾ। ਯੈਸ ਸਰ। ਤੇ ਜੇ ਮੈਂ ਇਹ ਗੱਲ ਪੁੱਠਾ ਸੋਚਾਂ ਵੀ ਇਧਰੋਂ ਤੂੰ ਲੈ ਕੇ ਗਿਆ ਤੇ ਵਾਪਸ ਲੈ ਆਇਆ, ਤਾਂ ਮੁੜ ਕੋੜ ਕੇ ਉੱਥੇ ਹੀ ਆ ਗਿਆ ਨਾ। ਯੈਸ ਸਰ। ਇਸ ਤਰ੍ਹਾਂ ਫੰਕਸ਼ਨ ਕੰਮ ਕਰਦੇ ਨੇ। ਬਸ ਤੈਨੂੰ ਵੈਸੇ ਬਹੁਤ ਰਫ ਆਈਡੀਆ ਦਿੱਤਾ ਮੈਂ, ਇਹ ਨਾਨ ਮੈਡੀਕਲ ਵਾਲਿਆਂ ਨੂੰ ਪਤਾ ਲੱਗ ਗਿਆ ਹੁਣ ਮੈਂ ਕਿੰਨਾ ਰਫ ਆਈਡੀਆ ਦਿੱਤਾ, ਕਿਉਂਕਿ ਇਹਨਾਂ ਨੂੰ ਬਹੁਤ ਪੜ੍ਹਨਾ ਪੈਂਦਾ ਇਹਦੇ ਲਈ। ਇਹਨਾਂ ਨੇ ਕਾਫੀ ਡਿਟੇਲ ਚ ਕੀਤਾ, ਪਰ ਮੈਂ ਤੈਨੂੰ ਸਮਝਾ ਰਿਹਾ ਸਿਰਫ। ਹੁਣ ਮੇਰੀ ਗੱਲ ਸਮਝ ਧਿਆਨ ਨਾਲ। ਇਹਦਾ ਮਤਲਬ ਇਹ ਆ ਕਿ ਜੇ ਇਸ ਪਾਸੇ log of x ਹੈਗਾ ਆ ਤੇ ਬੇਸ ਹੈਗਾ ਮੰਨ ਲਾ 2, ਬਰਾਬਰ ਹੈਗਾ ਮੰਨ ਲਾ ਕੁਝ ਵੀ a, ਤਾਂ ਮੈਂ ਕਹਿ ਸਕਦਾ ਜਿਹੜਾ ਮੇਰਾ x ਹੈ ਉਹ ਕਿਹਦੇ ਬਰਾਬਰ ਹੈ? 2 raised to power x 2 ਦੀ ਪਾਵਰ a। ਸਮਝ ਲੱਗੀ ਗੱਲ? ਯੈਸ। ਤੇ ਜੇ ਮੈਂ ਕਹਿ ਦਵਾਂ ਇੱਧਰ ਮੇਰਾ 2 ਦੀ ਪਾਵਰ x ਹੈਗਾ ਆ is equal to a, ਤਾਂ ਮੈਂ x ਕੀ ਕਹਾਂਗਾ, ਬਰਾਬਰ ਆਏਗਾ log to base 2 of a। ਯੈਸ। ਸਮਝ ਲੱਗੀ ਗੱਲ ਹੁਣ? ਯੈਸ। ਵੀ ਉਧਰ ਜਾ ਕੇ ਜਿਹੜਾ ਪਾਵਰ ਹੈ 2 ਦੀ ਪਾਵਰ ਚ, ਆ ਪਾਵਰ ਥੱਲੇ ਸਿੱਟ ਦੋ, ਆ 2 ਉਧਰ ਜਾ ਕੇ ਬੇਸ ਬਣਾ ਦੋ log ਦਾ। ਤੇ ਜੇ log ਦਾ ਬੇਸ ਹੈਗਾ ਤਾਂ ਉਹਨੂੰ ਉਧਰਲਾ ਜਿਹੜਾ ਨੰਬਰ ਹੈ ਚੱਕ ਕੇ ਉਹਦੀ ਪਾਵਰ ਤੇ ਮਾਰੋ। ਯੈਸ। ਹੁਣ ਗੱਲ ਕਲੀਅਰ ਹੈ? ਯੈਸ ਸਰ। ਬਲਜੀਤ ਤੈਨੂੰ ਸਮਝ ਲੱਗੀ ਗੱਲ? ਹੁਣ ਜਿਹੜਾ ਬੇਸ ਹੈ, ਬੇਸ ਦੇਖ ਹੁਣ ਇੱਧਰ ਯੋਗੇਸ਼, ਜੇ ਬੇਸ ਮੈਂ 3 ਦੀ ਬਜਾਏ 4 ਲੈ ਲੈਂਦਾ ਤਾਂ ਇੱਕ ਦਾ ਆਨਸਰ 4 ਆਣਾ ਸੀ ਨਾ। ਯੈਸ ਸਰ। ਫਿਰ ਇੱਧਰ 16 ਆਣਾ ਸੀ ਨਾ। ਯੈਸ ਸਰ। ਫਿਰ 64 ਆਣਾ ਸੀ, ਫਿਰ ਸਾਰਾ ਕੰਮ ਐ ਚੱਲਣਾ ਸੀ, ਫਿਰ ਇੱਧਰਲਾ ਵੀ ਐ ਚੱਲਣਾ ਸੀ, ਫਿਰ 16 64, ਫਿਰ log to base ਤੇ 4 ਲਿਖਣਾ ਪੈਣਾ ਸੀ। ਸੋ ਕਹਿਣ ਦਾ ਭਾਵ ਇਥੋਂ ਹੁਣ ਇੱਕ ਜਿਹੜਾ ਨੰਬਰ ਹੈ ਨਾ E, यूलर्स ਨੰਬਰ, ਬੜਾ ਹੀ ਖਾਸ ਨੰਬਰ ਹੈ ਇਹ, ਬੜਾ ਹੀ
ਪਿਆਰਾ ਤੇ ਨਿਆਰਾ ਨੰਬਰ ਆ, ਪਰ ਹੁਣ ਮੈਂ ਇਹਦੇ ਬਾਰੇ ਹੁਣੇ ਪੂਰੀ ਡਿਟੇਲ ਚ ਨਹੀਂ ਜਾਦਾ, ਨਹੀਂ ਤਾਂ ਇਹਦੇ ਬਾਰੇ ਪੂਰਾ ਇੱਕ ਲੈਕਚਰ ਦੇ ਸਕਦਾ ਮੈਂ ਤੁਹਾਨੂੰ ਕਿ ਇਹ ਕੀ ਚੀਜ਼ ਹੈ, ਇਹ ਕਿੱਥੋਂ ਆਇਆ। ਠੀਕ ਹੈ, ਪਰ ਮੈਂ ਨਹੀਂ ਦਊਂਗਾ ਇਹਦੇ ਬਾਰੇ। ਸੋ ਇਹ ਮੇਰਾ ਇੱਕ ਖਾਸ, ਹਾਂਜੀ ਪੁੱਛਣ ਵਾਲਾ ਸੀ ਕੀ ਦੇ ਬਾਰੇ ਤੇ ਐਕਸਪੈਰੀਮੈਂਟਲੀ ਹੁਣ ਮੈਂ ਪਾਈ ਦਾ ਤਾਂ ਤੈਨੂੰ ਪਤਾ ਪਾਈ ਕਿੱਥੋਂ ਆਈ ਆ। ਯੈਸ ਸਰ, ਪਾਈ ਦਾ ਉਹਦਾ ਵੀਡੀਓ ਵੀ ਪਾਤਾ ਵੀ ਮੈਂ, ਵੈਸੇ ਹੀ ਪਤਾ ਹੀ ਹੁੰਦਾ ਬੱਚਿਆਂ ਨੂੰ, ਵੱਡੇ ਬੱਚਿਆਂ ਨੂੰ, ਛੋਟੇ ਬੱਚਿਆਂ ਨੇ ਪਾਈ ਸੀ। ਸੋ ਇਹਦਾ ਈ ਕਿੱਥੋਂ ਆਇਆ ਪਤਾ ਲੱਗ ਜੂਗਾ, ਮਤਲਬ ਮੈਂ ਤੈਨੂੰ ਕੁਝ ਸ਼ੇਅਰ ਕਰ ਦੂੰਗਾ ਇਹਦੇ ਬਾਰੇ, ਪਰ ਤੂੰ ਇਹ ਚ ਇੰਟਰਸਟ ਹਲੇ ਨਾ ਲੈ, ਹਲੇ ਤੂੰ ਆਪਣੀ ਗੱਲ ਸਮਝ। ਜਿਹੜੇ ਲੌਗ ਦੇ ਬੇਸ ਦੇ ਵਿੱਚ ਆ ਈ ਹੁੰਦਾ ਨਾ, ਅੱਗੇ ਨੰਬਰ ਹੋਰ ਵੀ ਜਾ ਆਉਂਦਾ, ਆਪਾਂ ਇੰਨਾ ਵੱਡਾ ਨਹੀਂ ਲਿਖਦੇ, ਆਪਾਂ log to base ਈ ਵੀ ਨਹੀਂ ਲਿਖਦੇ। ਠੀਕ ਹੈ, ਯੈਸ ਆਪਾਂ ਬੇਸ ਦੀ ਬਜਾਏ log ਨੈਚੁਰਲ ਲਿਖ ਦਿੰਦੇ ਹਾਂ, ਨੈਚੁਰਲ log ਹੈ। ਹੁਣ ਸਮਝ ਲੱਗੀ ਗੱਲ? ਯੈਸ ਸੋ log ln log natural x। ਹੁਣ ਜਿਹੜਾ ਕਿਤਾਬਾਂ 'ਚ log ਲਿਖਿਆ ਹੁੰਦਾ ਉਹ ਆਪਾਂ ਮੰਨ ਲੈਂਦੇ ਆ ਬੇਸ 10 ਹੁੰਦਾ ਉਹ ਹਮੇਸ਼ਾ। ਯੈਸ, ਤੇ ਆਪਣੀਆਂ ਕਿਤਾਬਾਂ ਦੇ ਪਿੱਛੇ ਜੋ log ਦਾ ਟੇਬਲ ਦਿੱਤਾ ਹੁੰਦਾ ਉਹ log to base 10 ਵਾਲਾ ਟੇਬਲ ਦਿੱਤਾ ਹੁੰਦਾ, ਨੈਚੁਰਲ ਵਾਲਾ ਟੇਬਲ ਨਹੀਂ ਦਿੱਤਾ ਹੁੰਦਾ। log ਦਾ ਬੇਸ ਬਦਲਿਆ ਜਾ ਸਕਦਾ ਨੈਚੁਰਲ ਤੋਂ 10 ਨੂੰ। ਇਹਦਾ ਇੱਕ ਸਿੰਪਲ ਜਿਹਾ ਫਾਰਮੂਲਾ ਤੈਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਨੈਚੁਰਲ log ਹੋਵੇ ਕਿਸੇ ਵੀ ਨੰਬਰ ਦਾ, ਮੰਨ ਲਾ n ਦਾ, ਨੈਚੁਰਲ log ਦੇ ਨੀਚੇ ਬੇਸ ਮੈਂਸ਼ਨ ਕਰਨ ਦੀ ਲੋੜ ਹੈ ਯੋਗੇਸ਼? ਨੋ ਸਰ, ਲੋੜ ਹੀ ਨਹੀਂ ਹੈ। ਆਪਾਂ ਇਹਨੂੰ 2.303 ਨਾਲ ਗੁਣਾ ਕਰ ਦਈਏ ਤਾਂ ਇਹ log to base 10 ਬਣ ਜਾਂਦਾ, ਉਹਨੂੰ ਨੀਚੇ 10 ਵੀ ਲਿਖਣ ਦੀ ਲੋੜ ਨਹੀਂ ਹੈ, 10 ਵੀ ਲਿਖਣ ਦੀ ਲੋੜ ਨਹੀਂ। ਸਮਝ ਲੱਗੀ ਗੱਲ? ਆ ਕਲੀਅਰ ਹੋਈ ਗੱਲ ਹੁਣ? ਯੈਸ। ਬਾਕੀ log ਦੀਆਂ ਪ੍ਰਾਪਰਟੀਆਂ ਸਾਰੀਆਂ ਵੈਲਿਡ ਨੇ, ਚਾਹੇ ਨੈਚੁਰਲ log ਚਾਹੇ ਹੋਵੇ। ਯੈਸ, ਹੁਣ ਇੱਥੇ ਦੇਖ, ਸਾਰਾ ਕੁਝ ਮੈਂ ਕੰਮ ਕਰ ਰਿਹਾ ਸੀ, ਇਹ ਕਰ ਰਿਹਾ ਸੀ, e ਦੀ ਪਾਵਰ a ਆ ਗਈ, e ਦੀ ਪਾਵਰ ਨੂੰ ਮੈਂ ਉਧਰ ਇੱਕ ਨੈਚੁਰਲ log ਬਣਾਇਆ, ਨੈਚੁਰਲ log ਤੋਂ log ਬੇਸ 10 ਵਾਲਾ ਬਣਾਇਆ, log ਦੀਆਂ ਪ੍ਰਾਪਰਟੀਆਂ ਲਾਈਆਂ, ਉਹ 3 ਦੀ ਪਾਵਰ 2 ਕਰਕੇ 2 ਅੱਗੇ ਲੈ ਆਇਆ, log 3 ਦੀ ਵੈਲਿਊ ਪੁੱਟ ਕੀਤੀ, ਕਰ ਕਰਾ ਕੇ ਆਨਸਰ ਆ ਗਿਆ। ਹੁਣ ਸਮਝ ਲੱਗੀ ਗੱਲ? ਯੈਸ ਸਰ। ਸੋ ਇਹ ਗੱਲ ਬਹੁਤ ਚੰਗੀ ਤਰ੍ਹਾਂ ਪ੍ਰੈਕਟਿਸ ਕਰਨੀ ਚਾਹੀਦੀ ਆ ਮੈਡੀਕਲ ਵਾਲੇ ਬੱਚਿਆਂ ਨੂੰ ਵੀ, ਬਿਕੋਜ਼ ਇਹ ਤੁਹਾਨੂੰ ਕੈਮੀਕਲ ਕਾਈਨੈਟਿਕਸ ਬਹੁਤ ਕੰਮ ਆਉਣ ਵਾਲੀ ਚੀਜ਼ ਹੈ। ਹੁਣ ਕੈਮਿਸਟਰੀ ਦਾ ਕਰੋਗੇ, ਫਿਜ਼ੀਕਲ ਕੈਮਿਸਟਰੀ ਦਾ ਤਾਂ ਨਹੀਂ ਬਚ ਸਕਦੇ ਨਾ। ਯੈਸ। ਹੁਣ ਏਦਾਂ ਹੀ ਕਿੱਥੇ ਗਿਆ ਮੈਂ, ਇੱਕ ਮਿੰਟ, ਮੇਰਾ ਸਰਕਟ ਤਾਂ ਨਹੀਂ ਸੀ, ਮੈਂ ਕੁਝ ਕੀਤਾ ਹੁਣ, ਕੋਈ ਸਰਕਟ ਤਾਂ ਨਹੀਂ ਬਣਾਇਆ ਸੀ ਨਾ ਮੈਂ ਹੁਣੀ? ਮੈਂ ਇਸ ਤੋਂ ਬਾਅਦ ਹੀ ਗੱਲ ਕਰਨ ਲੱਗ ਗਏ ਨਾ ਆਪਾਂ। ਯੋਗੇਸ਼ ਨੇ ਪੁੱਛਿਆ ਆ ਹੱਲ ਕਰ ਲਿਓ, ਫਿਰ ਇਹਨੂੰ ਮੈਂ ਇੱਥੇ ਛੱਡ ਰਿਹਾ, ਮੈਨੂੰ ਆਰ ਤੇ ਸੀ ਤਾਂ ਪਤਾ ਹੁੰਦਾ ਤਾਂ ਪੁੱਟ ਕਰ ਦਿੰਦਾ ਬਸ। ਠੀਕ ਹੈ ਗੱਲ? ਇਹਦੇ ਬਾਰੇ ਕੋਈ ਡਾਊਟ ਕਿਸੇ ਨੂੰ ਵੀ ਹੋ ਤਾਂ ਪੁੱਛ ਲਓ। ਰਿਦਮ, ਪਲਕ, ਇੰਦਰਵੀਰ ਸਿੰਘ, ਇੰਦਰਵੀਰ, ਸਾਰੇ ਡੰਡੇ ਪਏ ਆ। ਸੁਣਦਾ ਪਿਆ ਇੰਦਰਵੀਰ? ਹਾਂਜੀ ਸਰ। ਗੱਲ ਸਮਝ ਆ ਰਹੀ ਹੈ ਸਾਰੀ? ਹਾਂਜੀ ਸਰ। ਤੂੰ ਤਾਂ ਨਾਨ ਮੈਡੀਕਲ ਤੋਂ ਆ ਨਾ? ਯੈਸ ਸਰ। ਆ log ਵਾਲੀ ਗੱਲ ਸਾਰੀ ਤੈਨੂੰ ਤਾਂ ਪਤਾ ਹੀ ਹੋਣੀ ਹੈ ਫਿਰ। ਸਰ ਪ੍ਰੋਪਰਲੀ ਨਹੀਂ ਪਤਾ। ਹੁਣ ਪਤਾ ਲੱਗ ਗਈ ਪ੍ਰੋਪਰਲੀ? ਹਾਂਜੀ ਸਰ। ਹੁਣ ਇਹ ਪ੍ਰੋਪਰਲੀ ਰਵੇ ਤਾਂ ਵਧੀਆ। ਚਲੋ ਹੁਣ ਮੰਨ ਲਓ ਇਹ ਸਵਾਲ ਜ਼ਰੂਰੀ ਨਹੀਂ ਹੈਗਾ ਕਿ ਤੁਹਾਨੂੰ ਕੈਪੈਸਿਟਰ ਦੀ ਉਹਦੇ ਬਾਰੇ, ਅੱਛਾ ਜਿਵੇਂ ਕਰੰਟ ਬਾਰੇ ਸਵਾਲ ਪੁੱਛਿਆ ਜਾਊਗਾ ਤਾਂ ਵੀ ਤੁਸੀਂ ਕਰ ਲਓਗੇ, ਤੁਸੀਂ ਆਰਾਮ ਨਾਲ ਕਰ ਸਕਦੇ ਹੋ ਨਾ। ਚਾਰਜ ਬਾਰੇ ਵੀ ਸਵਾਲ ਕਰ ਦੋਗੇ ਆਹ ਵਾਲੀ ਇਕੁਏਸ਼ਨ ਤੋਂ, ਕਿਸੇ ਵੀ ਆਰਸੀ ਸਰਕਟ ਚ। ਕਰੰਟ ਬਾਰੇ ਸਵਾਲ ਕਰ ਦੋਗੇ ਆਹ ਵਾਲੀ, ਕਿਉਂ? ਕਰੰਟ ਬਾਰੇ ਤੁਹਾਨੂੰ ਮੈਂ ਕਰਵਾ ਨਹੀਂ ਰਿਹਾ ਹਾਲੇ, ਕਿਉਂਕਿ ਤੁਹਾਨੂੰ ਪਤਾ ਲੱਗ ਗਿਆ ਕਿ ਮੈਂ ਵੈਲਿਊਜ਼ ਪੁੱਟ ਕਰਨੀ, log ਹੀ ਲੈਣਾ ਸਿੱਧਾ ਹੀ ਇੱਥੇ ਤਾਂ ਹੋ ਜਾਏਗਾ। ਠੀਕ ਹੈ, ਪਰ ਜ਼ਰੂਰੀ ਨਹੀਂ ਕਿ ਸਵਾਲ ਸਿਰਫ ਚਾਰਜ ਜਾਂ ਕਰੰਟ ਬਾਰੇ ਹੀ ਆਵੇ। ਸਵਾਲ ਇਦਾਂ ਵੀ ਪੁੱਛ ਸਕਦੇ ਤਾਂ ਫਾਈਂਡ the time in which energy in capacitor grows to half of maximum energy। ਲਓ ਜੀ, ਜਦੋਂ ਤੁਸੀਂ ਕਿਸੇ ਕੈਪੈਸਿਟਰ ਨੂੰ ਚਾਰਜ ਕਰਦੇ ਹੋ ਤਾਂ ਉਹ ਚ એનર્ਜੀ ਵੀ ਤਾਂ ਆਉਂਦੀ ਹੈ, ਤੇ એનર્ਜੀ ਜਦੋਂ ਮੈਕਸਿਮਮ ਚਾਰਜ ਹੁੰਦਾ ਮੈਕਸਿਮਮ એનર્ਜੀ ਹੁੰਦੀ ਹੈ। ਤਾਂ ਆਪਾਂ ਇਹ ਦੇਖਣਾ ਇੱਥੇ ਕਿ ਮੈਕਸਿਮਮ એનર્ਜੀ
तो ਕੀ ਹੈ એનર્ਜੀ ਹਾਫ, ਜਦੋਂ ਹਾਫ એનર્ਜੀ ਸਟੋਰ ਹੋ ਜੇ ਤੇ ਹਾਫ એનર્ਜੀ ਸਿੱਧੇ Q ਦੇ ਪ੍ਰੋਪੋਰਸ਼ਨਲ ਨਹੀਂ ਹੁੰਦੀ, ਤੁਸੀਂ Q ਤੋਂ Q/2 ਕਰ ਦੋ ਸਿੱਧੇ ਹੀ। ਤੁਹਾਨੂੰ ਪਤਾ ਕਿਹਦੇ ਪ੍ਰੋਪੋਰਸ਼ਨਲ ਹੁੰਦੀ ਆ એનર્ਜੀ? ਕੀ ਹੁੰਦੀ ਹੈ ਦੱਸੋ ਕੈਪੈਸਿਟਰ ਦੀ ਚਾਰਜ ਦੀ ਫਾਰਮ 'ਚ, ਜੇ ਤੁਹਾਨੂੰ ਪਤਾ ਹੋਵੇ। Q²/2C। ਹਾਂਜੀ ਬਿਲਕੁਲ ਆਈ ਹੁੰਦੀ ਹੈ। ਸੋ ਐ ਕਰਕੇ ਉਹੀ ਸਰਕਟ ਉਹੀ ਲੈ ਲਿਆ ਆਪਾਂ। ਫਿਰ ਮੈਂ ਵੈਲਿਊਜ਼ ਪੁੱਟ ਨਹੀਂ ਕੀਤੀਆਂ, ਮੈਂ ਤੁਹਾਨੂੰ ਵੈਲਿਊਜ਼ ਹੋਣਗੀਆਂ ਦੇਖੋ ਵੀ ਸਵਾਲ 'ਚ ਮੋਸਟਲੀ ਨਹੀਂ ਪੁੱਟ ਕੇ, ਮੈਂ ਤੁਹਾਨੂੰ ਮੈਂ ਜਨਰਲ ਗੱਲ ਕਰ ਰਿਹਾ। ਅੱਛਾ ਤਾਂ ਤੁਸੀਂ ਪੁੱਟ ਕੀ ਕਰੋਗੇ ਬਸ ਆਹੀ ਦੇਖਣਾ ਆਪਾਂ। ਦੇਖੋ ਮਤਲਬ U0 ਕੀ ਹੋਗੀ, ਮੈਕਸਿਮਮ એનર્ਜੀ ਕੀ ਹੋਗੀ, ਆਈ ਹੋਗੀ ਨਾ। ਤੇ ਜਿਹੜੇ ਟਾਈਮ ਤੇ ਤੁਸੀਂ ਗੱਲ ਕਰ ਰਹੇ ਹੋ ਉਦੋਂ ਜਿਹੜੀ એનર્ਜੀ ਹੋਊਗੀ ਉਹ ਕਿੰਨੀ ਹੋਣੀ ਚਾਹੀਦੀ ਹੈ? U0/2 ਹੈ ਨਾ। ਯੈਸ ਸਰ। ਤੇ ਜੇ ਮੰਨ ਲਓ ਆਪਾਂ ਕਹਿ ਦਈਏ ਕਿ ਇਸ ਟਾਈਮ ਚਾਰਜ Q ਸੀਗਾ, ਮੰਨ ਲਓ ਉਸ ਟਾਈਮ ਜਦੋਂ U ਸੀ, ਤਾਂ ਆਪਾਂ ਇਹ ਕਹਿ ਸਕਦੇ ਇਸ ਟਾਈਮ એનર્ਜੀ ਨਹੀਂ ਹੋਊਗੀ। ਜਾਂ ਫਿਰ ਇਹਨੂੰ ਇਹ ਕਹਿ ਦਈਏ ਜ਼ਿਆਦਾ ਬੈਟਰ ਹੈ, U ਜਿਹੜੀ ਹੈ ਮੰਨ ਲਓ ਐਟ ਰਿਕੁਆਇਰਡ ਟਾਈਮ, ਜਿਹੜਾ ਟਾਈਮ ਤੁਹਾਨੂੰ ਚਾਹੀਦਾ ਐਟ ਟਾਈਮ ਦੈਟ ਟਾਈਮ t, U will be equal to, ਮੰਨ ਲਓ ਚਾਰਜ Q ਹੋਏਗਾ ਤਾਂ Q²/2C ਹੋਏਗਾ। ਯੈਸ। ਤੇ ਤੁਹਾਨੂੰ ਪਤਾ Q²/2C ਜੋ ਹੈ ਉਹ ਹਾਫ ਆਫ U0²/2C ਹੈ। ਤਾਂ ਫਿਰ ਤੁਹਾਡਾ Q ਕਿਹਦੇ ਬਰਾਬਰ ਆਏਗਾ? ਆਏਗਾ Q0/2 ਹੈ ਨਾ। ਤੇ Q0/2 ਨੂੰ ਤੁਸੀਂ ਪੁੱਟ ਕਰਕੇ ਫਿਰ ਸਾਰਾ ਕੰਮ ਕਰ ਲੋਗੇ ਨਾ, ਫਿਰ ਲੌਗ ਲੂਗ ਲੈ ਕੇ। ਯੈਸ ਸਰ। ਐਂਡ ਬਾਕੀ ਸਾਰਾ ਐਜ਼ ਪ੍ਰੀਵੀਅਸ ਕੁਐਸਚਨ ਆਪਣੇ ਆਪ ਲੌਗ ਲੂਗ ਲੈ ਕੇ ਕਰ ਲੋਗੇ। ਠੀਕ ਹੈ, ਪਰ ਗੱਲ ਸਮਝਣ ਦੀ ਹੈ ਕਿ ਤੁਸੀਂ ਗੱਲ ਨੂੰ ਸਮਝੋ ਕਿ એનર્ਜੀ ਪੁੱਛੀ ਹੋ ਸਕਦੀ ਹੈ। ਤੁਸੀਂ ਯਾਦ ਰੱਖਣਾ ਹਰ ਗੱਲ ਨੂੰ ਚਾਰਜ ਜਾਂ ਕਰੰਟ ਦੀ ਫਾਰਮ 'ਚ ਲਿਆ ਕੇ ਕਰ ਹੀ ਲਓਗੇ ਸੋਲਵ ਤੁਸੀਂ। ਦੂਜੀ ਗੱਲ ਹੈ ਕਿ ਜਿਹੜੇ ਵੋਲਟੇजेस ਹੁੰਦੇ ਨੇ, ਵੋਲਟੇजेस ਦਾ ਤੁਹਾਨੂੰ ਪਤਾ ਸੌਖੇ ਨੇ, ਮੈਂ ਉਹ ਇੱਥੇ ਲਿਖਿਆ ਨਹੀਂ ਹੈ। ਤੁਹਾਨੂੰ ਪਤਾ ਕਿ ਵੋਲਟੇਜ ਅਕ੍ਰੋਸ ਜੇ ਕਰਨਾ ਹੋਵੇ, ਵੋਲਟੇਜ ਅਕ੍ਰੋਸ ਕੈਪੈਸਿਟਰ ਕੀ ਹੁੰਦਾ ਕਿਸੇ ਟਾਈਮ ਤੇ Q/C ਹੁੰਦਾ ਨਾ, ਆਹੀ ਆਏਗਾ ਨਾ। ਹੋਰ ਕੀ ਆਏਗਾ ਫਿਰ? ਆਹੀ ਆਏਗਾ। ਉਹ ਸੇਮ ਹੈ, ਮੈਂ ਕੱਲ ਗ੍ਰਾਫ ਵੀ ਬਣਵਾਇਆ ਸ਼ਾਇਦ ਤੁਹਾਨੂੰ। ਤੇ ਵੋਲਟੇਜ ਅਕ੍ਰੋਸ ਰੈਜ਼ਿਸਟਰ ਜਦੋਂ IR ਹੁੰਦਾ ਤਾਂ I0 ਦੇ ਨਾਲ ਬਸ ਤੁਸੀਂ R ਮਲਟੀਪਲਾਈ ਕਰ ਦਿਓ, ਬਾਕੀ ਸਾਰਾ ਸੇਮ ਹੀ ਹੋਏਗਾ। ਇਹ ਤਾਂ ਤੁਹਾਨੂੰ ਕਰਨੇ ਆਉਂਦੇ ਨੇ ਹੁਣ। ਆਪਾਂ ਪਰ ਚਾਰਜ ਤੇ ਉਹਦੀ ਫਾਰਮ 'ਚ ਆ એનર્ਜੀ ਵਾਲਾ ਕੁਐਸਚਨ ਕਰ ਸਕਦੇ ਹਾਂ। ਹੋ ਜਾਏਗਾ ਇਹ? ਯੈਸ। ਚਲੋ ਫਿਰ ਆਪਾਂ ਗੱਲ ਕਰੀਏ। ਹਾਂਜੀ ਹਾਂਜੀ, ਹੁਣ ਦੇਖੋ ਡਿਸਚਾਰਜਿੰਗ ਆਫ ਕੈਪੈਸਿਟਰ ਬਾਰੇ। ਕਿ ਡਿਸਚਾਰਜਿੰਗ ਆਫ ਕੈਪੈਸਿਟਰ, ਮੈਂ ਕਿਹਾ ਤੁਸੀਂ ਲਾ ਕੇ ਕੈਪੈਸਿਟਰ, ਇੱਕ ਮਿੰਟ, ਡਿਸਚਾਰਜਿੰਗ ਆਫ ਕੈਪੈਸਿਟਰ ਦੇਖੋ ਡਿਸਚਾਰਜਿੰਗ ਆਫ ਕੈਪੈਸਿਟਰ ਕੀ ਹੈ ਕਿ ਇਹ ਪਹਿਲਾਂ ਚਾਰਜ ਕਰ ਚੁੱਕੇ ਆਪਾਂ, ਹੁਣ ਇਹਨੂੰ ਡਿਸਚਾਰਜ ਕਰਨਾ ਹੈ ਇਨ RC ਸਰਕਟ ਹੀ ਹੈ। ਹੁਣ ਇਹ ਪੁੱਠਾ ਗੇੜ ਦੇਣਾ, ਪਰ ਸਾਰੀ ਗੱਲਬਾਤ ਜਿਹੜੀ ਕੀਤੀ ਹੋਈ ਹੈ ਕੁਝ ਵੀ ਨਹੀਂ ਹੈ ਸੌਖਾ ਕੰਮ ਹੀ ਹੈ। ਜਿਵੇਂ ਦੇਖੋ ਪਹਿਲਾਂ ਤੁਸੀਂ ਚਾਰਜਿੰਗ ਕੀਤੀ, ਚਾਰਜਿੰਗ ਕਰਨ ਲਈ ਤੁਸੀਂ ਇੱਕ ਰੈਜ਼ਿਸਟਰ ਦੇ ਨਾਲ ਕੈਪੈਸਿਟਰ ਲਗਾਇਆ ਤੇ ਬੈਟਰੀ ਲਾਈ ਤੇ ਉਹਦੇ ਨਾਲ ਕੈਪੈਸਿਟਰ ਨੂੰ ਮੈਕਸਿਮਮ ਚਾਰਜ ਕਰਤਾ, ਸਟੈਡੀ ਸਟੇਟ ਤੇ ਲਿਆਏ। ਸਟੈਡੀ ਸਟੇਟ ਉਦੋਂ ਹੀ ਹੁੰਦੀ ਨਾ ਜਦੋਂ ਚਾਰਜ ਹੋ ਜਾਂਦਾ ਪੂਰੀ ਤਰ੍ਹਾਂ। ਉਦੋਂ ਕੈਪੈਸਿਟਰ ਵਿੱਚ ਚਾਰਜ ਕਿੰਨਾ ਹੈ? Q0 ਹੈ, ਜੋ ਕਿ ਬੇਸਿਕਲੀ CE ਹੈ, ਜੋ ਕਿ ਡਿਪੈਂਡ ਕਰਦਾ ਕਿ ਬੈਟਰੀ ਕਿੰਨੇ ਵੋਲਟੇਜ ਦੀ ਲਾਈ। ਸੋ ਜੋ ਵੀ ਚਾਰਜ ਹੋਵੇ, ਹੁਣ ਆਪਾਂ ਮੰਨ ਕੇ ਚੱਲਾਂਗੇ Q0, ਮੰਨ ਲਓ ਮੈਕਸਿਮਮ ਉਹਦਾ ਚਾਰਜ ਜਿਹੜਾ Q0 ਹੈ। ਕਲੀਅਰ ਹੈ ਗੱਲ? ਹਾਂਜੀ ਸਰ। ਆਪਾਂ ਜਦੋਂ ਇਹਨੂੰ ਆਪਾਂ ਔਨ ਕੀਤਾ, ਹੌਲੀ ਹੌਲੀ ਕੈਪੈਸਿਟਰ ਹੋ ਗਿਆ ਚਾਰਜ। ਜਦੋਂ ਕੈਪੈਸਿਟਰ ਚਾਰਜ ਹੋ ਗਿਆ, ਮੈਂ ਫਿਰ ਇਹਨੂੰ ਚੱਕਿਆ, ਕੈਪੈਸਿਟਰ ਨੂੰ ਇੱਥੇ ਰੱਖਿਆ ਚਾਰਜ ਹੋਏ ਨੂੰ। ਕਹਿਣ ਦਾ ਭਾਵ ਹੈ ਕੈਪੈਸਿਟਰ ਇਸ ਟਾਈਮ ਪੂਰਾ ਫੁੱਲ ਹੈ ਤੇ ਉਹਦੇ ਉੱਪਰ ਚਾਰਜ ਕਿੰਨਾ ਹੈ? Q0 ਹੈ, ਇਧਰ -Q0 ਹੈ, ਯਾਨੀ ਪੂਰਾ ਚਾਰਜ ਹੋਇਆ। ਤੇ ਉਸ ਕੈਪੈਸਿਟਰ ਨੂੰ ਮੰਨ ਲਓ ਮੈਂ ਇਸ ਤਰ੍ਹਾਂ ਰੈਜ਼ਿਸਟਰ ਦੇ ਅਕ੍ਰੋਸ ਲਗਾਤਾ, ਬੈਟਰੀ ਹਟਾਤੀ ਨਾ, ਹੁਣ ਕੈਪੈਸਿਟਰ ਡਿਸਚਾਰਜ ਹੋਣਾ ਹੈ। ਜਿਵੇਂ ਹੀ ਮੈਂ ਬੈਟਰੀ ਹਟਾ ਕੇ ਉਹਨੂੰ ਐ ਕੀਤਾ, ਇੱਥੇ ਮੰਨ ਲਓ ਕੀ ਨੂੰ ਇੱਥੇ ਵੀ ਕੀ ਲਗਾਓ ਨਾ, ਵੀ ਇੱਥੇ ਵੀ ਕੀ ਲਗਾਓ ਇਸ ਤਰ੍ਹਾਂ ਕੀ, ਤੇ ਕੀ ਨੂੰ ਇੱਥੇ ਵੀ ਟਾਈਮ t = 0 ਤੇ ਹੀ ਔਨ ਕੀਤਾ ਮੈਂ, ਇੱਥੇ ਵੀ 0 ਤੇ ਔਨ ਕਰਦੇ ਹੁੰਦੇ ਆਪਾਂ। ਤਾਂ ਜਿਵੇਂ ਕੀ ਨੂੰ ਔਨ ਕਰੋਗੇ ਤਾਂ ਹੁਣ ਦੇਖੋ ਕੈਪੈਸਿਟਰ ਦੇ ਅਕ੍ਰੋਸ ਪੋਟੈਂਸ਼ੀਅਲ ਡਿਫਰੈਂਸ ਹੈਗਾ ਨਾ, Q0/C। ਯੈਸ। ਤਾਂ ਉਹਦੇ ਕਰਕੇ ਕੀ ਹੋਏਗਾ ਵੀ ਆ ਹਾਇਰ ਪੋਟੈਂਸ਼ੀਅਲ ਤੇ ਆ ਤੇ ਲੋਅਰ ਪੋਟੈਂਸ਼ੀਅਲ ਤੇ ਆ। ਇਹਦੇ ਅਕ੍ਰੋਸ ਇਹਨੇ ਰੈਜ਼ਿਸਟਰ ਦੇ ਅਕ੍ਰੋਸ, ਰੈਜ਼ਿਸਟਰ ਦੇ ਥਰੂ ਡਿਸਚਾਰਜ ਹੋਣਾ ਨਾ, ਹੁਣ ਚਾਰਜ ਇੱਧਰ ਨੂੰ ਫਲੋ ਕਰਨਾ, ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਸੀ।
ਵੀ ਕੈਪੈਸਿਟਰ ਨੂੰ ਐਂ ਚੱਕ ਕੇ ਤੁਸੀਂ 2 ਤਾਰਾਂ ਨਾਲ ਜੋੜ ਦੋ ਤਾਂ ਉਸੇ ਟਾਈਮ ਫਟ ਡਿਸਚਾਰਜ ਹੋ ਜਾਣਾ, ਪਰ ਹੁਣ ਇੱਥੇ ਹੌਲੀ ਹੌਲੀ ਹੋਊਗਾ। ਤੇ ਜੇ ਹੌਲੀ ਹੌਲੀ ਹੋਊਗਾ, ਸਭ ਤੋਂ ਪਹਿਲਾਂ ਜਿਹੜਾ ਕੈਪੈਸਿਟਰ ਦੇ ਅਕ੍ਰੋਸ ਵੋਲਟੇਜ ਹੈ ਸਭ ਤੋਂ ਜ਼ਿਆਦਾ ਹੈ ਕਿ ਨਹੀਂ ਦੱਸੋ? Yes, sir. T0 ਤੇ ਮਤਲਬ ਇਸ ਟਾਈਮ ਕੈਪੈਸਿਟਰ ਜਮਾ ਫੁੱਲ ਚਾਰਜ ਹੈ, ਪਰ ਉਸ ਤੋਂ ਜਿਵੇਂ ਜਿਵੇਂ ਸ਼ੁਰੂ ਹੋਏਗਾ ਮਤਲਬ ਡਿਸਚਾਰਜ ਹੋਣਾ, ਉਵੇਂ ਉਵੇਂ ਪੋਟੈਂਸ਼ੀਅਲ ਡਿਫਰੈਂਸ ਘਟੇਗਾ, ਤਾਂ ਉਵੇਂ ਉਵੇਂ ਕਰੰਟ ਘਟੇਗਾ, ਤੇ ਕਰੰਟ ਸਟਾਰਟਿੰਗ ਵੀ ਸਭ ਤੋਂ ਜ਼ਿਆਦਾ ਹੋਏਗਾ ਨਾ। Yes, sir. ਸੋ ਇੱਥੇ ਆਪਾਂ ਕਹਿ ਸਕਦੇ ਹਾਂ ਵੀ ਟਾਈਮ t equal to 0 ਤੇ ਇਨੀਸ਼ੀਅਲੀ ਆ ਡਿਸਚਾਰਜਿੰਗ ਵਾਲਾ ਪ੍ਰੋਸੈਸ ਤਾਂ ਆਪਣਾ ਇਹ ਹੈ, ਐਟ ਟਾਈਮ t is equal to 0 ਦਾ ਚਾਰਜ ਔਨ ਕੈਪੈਸਿਟਰ ਜਿਹੜਾ ਹੈ ਉਹ ਬੇਸਿਕਲੀ Q0 ਦੇ ਬਰਾਬਰ ਹੈ। ਤੇ ਜੇ ਮੈਂ ਕਹਾਂ ਕਿ ਵੋਲਟੇਜ ਅਕ੍ਰੋਸ ਕੈਪੈਸਿਟਰ ਜਿਹੜਾ ਆ ਡੈਲਟਾ V ਕਹਿ ਦਈਏ ਅਕ੍ਰੋਸ ਕੈਪੈਸਿਟਰ, ਉਹ ਕੀ ਹੋਏਗਾ? Q0/C ਹੋਏਗਾ। ਤੇ ਜਿਹੜਾ ਵੋਲਟੇਜ ਇਹਦੇ ਅਕ੍ਰੋਸ ਹੋਏਗਾ 2 ਪੁਆਇੰਟਸ ਦੇ ਅਕ੍ਰੋਸ, ਉਹੀ ਤਾਂ ਹੋਏਗਾ ਰੈਜ਼ਿਸਟਰ ਦੇ ਅਕ੍ਰੋਸ ਵੀ, ਫਿਰ ਕਿ ਨਹੀਂ? Yes, sir. ਜਿਵੇਂ ਜੇ ਆ ਮੰਨ ਲਓ 10 ਵੋਲਟ ਤੇ ਆ ਪੁਆਇੰਟ ਤੇ ਆ ਪੁਆਇੰਟ ਵੀ 10 ਵੋਲਟ ਤੇ ਹੋਏਗਾ, ਆ 2 ਵੋਲਟ ਤੇ ਆ ਵੀ 2 ਤੇ ਹੋਏਗਾ, ਤਾਂ 8 ਉੱਪਰ ਤੇ 8 ਨੀਚੇ। ਤਾਂ ਫਿਰ ਜੇ ਡੈਲਟਾ V ਅਕ੍ਰੋਸ C ਇੰਨਾ ਹੋਏਗਾ ਤਾਂ ਇਹੀ ਅਕ੍ਰੋਸ R ਹੋਏਗਾ, ਤਾਂ ਫਿਰ ਕਰੰਟ ਇਨ ਦਾ ਰੈਜ਼ਿਸਟਰ ਕਿੰਨਾ ਹੋਏਗਾ? ਰੈਜ਼ਿਸਟਰ ਆ ਇਹਦੇ ਵਿੱਚੋਂ ਕਰੰਟ ਮੰਨ ਲਓ ਸਟਾਰਟਿੰਗ ਵਿੱਚ I0 ਹੈ, ਤਾਂ I0 ਕਿੰਨਾ ਆਏਗਾ? ਜਿੰਨਾ ਉਹਦੇ ਅਕ੍ਰੋਸ ਪੋਟੈਂਸ਼ੀਅਲ ਡਿਫਰੈਂਸ ਹੈ ਅਕ੍ਰੋਸ। ਸਮਝ ਲੱਗੀ ਗੱਲ? ਇਹ ਮੈਕਸਿਮਮ ਕਰੰਟ ਹੋਏਗਾ। ਕਹਿਣ ਦਾ ਭਾਵ ਇਹ ਹੈ ਕਿ ਹੁਣ ਚਾਰਜ ਵੀ ਮੈਕਸਿਮਮ ਹੈ ਹਨਾ, ਤੇ ਸਰਕਟ 'ਚ ਕਰੰਟ ਵੀ ਮੈਕਸਿਮਮ ਹੈ। ਇਸ ਤੋਂ ਪਹਿਲਾਂ ਚਾਰਜਿੰਗ ਵਾਲੇ ਪ੍ਰੋਸੈਸ 'ਚ ਕੀ ਹੁੰਦਾ ਸੀ? ਰੈਜ਼ਿਸਟਰ ਦੇ ਅਕ੍ਰੋਸ ਆਪਾਂ ਗੱਲ ਕਰਦੇ ਸੀ ਵੀ ਜਿਹੜਾ ਕਰੰਟ ਹੁੰਦਾ ਸੀ ਉਹ ਬਹੁਤ ਜ਼ਿਆਦਾ ਹੁੰਦਾ ਸੀ ਸਟਾਰਟਿੰਗ 'ਚ ਹਨਾ, ਫਿਰ ਘਟਦਾ ਸੀ। ਇੱਥੇ ਵੀ ਕਰੰਟ ਜ਼ਿਆਦਾ ਹੈ ਤੇ ਹੌਲੀ ਹੌਲੀ ਘਟੇਗਾ, ਕਿਉਂਕਿ ਜਿਵੇਂ ਜਿਵੇਂ ਪੋਟੈਂਸ਼ੀਅਲ ਡਿਫਰੈਂਸ ਘਟੇਗਾ ਉੱਪਰ, ਤੇ ਜਿਹੜਾ ਇਹ 'ਚ એનર્ਜੀ ਸਟੋਰਡ ਸੀਗੀ ਉੱਪਰ ਕੈਪੈਸਿਟਰ ਦੇ ਵਿੱਚ, ਉਹ ਆ ਕੇ ਨੀਚੇ ਰੈਜ਼ਿਸਟਰ ਦੇ ਵਿੱਚ ਇਨ ਦਾ ਫਾਰਮ ਆਫ ਕੀ ਪ੍ਰੋਡਿਊਸ ਹੋਏਗਾ? ਹੀਟ ਬਣ ਜਾਏਗੀ ਉਹ ਸਾਰੀ। ਸੋ ਆਪਾਂ ਇਹਨੂੰ ਜੇ ਇਸ ਤਰ੍ਹਾਂ, ਪਹਿਲਾਂ ਤਾਂ ਆਪਾਂ ਬਿਲਕੁਲ ਪਿਛਲੇ ਐਕਸਪ੍ਰੈਸ਼ਨ ਦੇ ਵਾਂਗ ਹੀ ਕਰਨ ਦੀ ਕੋਸ਼ਿਸ਼ ਕਰੀਏ ਕਿ ਹੁਣ ਇੱਥੇ ਚਾਰਜ ਤੇ ਉਹਦੀ ਟਾਈਮ ਦੇ ਨਾਲ ਨਾਲ ਕਿਸ ਤਰ੍ਹਾਂ ਵੇਰੀਏਸ਼ਨ ਹੋਏਗੀ, ਕਿਉਂਕਿ ਹੁਣ ਬਿਲਕੁਲ ਪੁੱਠਾ ਕੰਮ ਹੈ। ਹੁਣ ਚਾਰਜ ਨਹੀਂ ਕਰ ਰਹੇ, ਅਸੀਂ ਡਿਸਚਾਰਜ ਕਰ ਰਹੇ ਹਾਂ ਕੈਪੈਸਿਟਰ ਨੂੰ। Q0/CR ਆਪਣੀ ਕਰੰਟ ਦੀ ਵੈਲਿਊ ਆ ਰਹੀ ਹੈ, ਤੇ ਆਪਾਂ ਇੱਥੇ ਰਿਜ਼ਲਟ ਕਿਵੇਂ ਫਾਈਂਡ ਕਰਦੇ? ਕਿਸੇ ਪਾਰਟਿਕੂਲਰ ਟਾਈਮ t ਦੇ ਉੱਪਰ, ਕਿਸੇ ਪਾਰਟਿਕੂਲਰ ਟਾਈਮ t ਦੇ ਉੱਪਰ ਜੇ ਮੈਂ ਦੇਖੀਏ ਐਟ ਜਾਂ ਆਫਟਰ ਟਾਈਮ t ਕੀ ਹੁੰਦਾ ਆ? ਕੈਪੈਸਿਟਰ ਦੇ ਵਿੱਚ ਆਫਟਰ ਟਾਈਮ t ਚਾਰਜ ਰਹਿ ਗਿਆ ਮੰਨ ਲਓ Q ਐਟ ਐਨੀ ਇੰਸਟੈਂਟ, ਤੇ ਰੈਜ਼ਿਸਟਰ ਜਿਹੜਾ ਆ ਇੱਥੇ ਮੈਂ ਲਗਾਈ ਦੇਵਾਂ ਸਵਿਚ, ਤੇ ਰੈਜ਼ਿਸਟਰ ਦੇ ਅਕ੍ਰੋਸ ਮੰਨ ਲਓ ਜਿਹੜਾ ਕਰੰਟ ਹੈ ਉਹ ਪਹੁੰਚ ਚੁੱਕਿਆ ਮੰਨ ਲਓ I, ਠੀਕ ਹੈ, ਐਟ ਟਾਈਮ t। ਤਾਂ ਹੁਣ ਕਰੰਟ, ਚਾਰਜ ਤੇ ਰੈਜ਼ਿਸਟੈਂਸ ਇਹਨਾਂ 'ਚ ਰਿਲੇਸ਼ਨ ਆ ਸਕਦਾ ਕੋਈ? ਕਿਵੇਂ ਆਏਗਾ ਬਈ? ਰਿਲੇਸ਼ਨ ਆ ਸਕਦਾ ਕੋਈ ਇਸ ਪਾਰਟਿਕੂਲਰ ਟਾਈਮ ਤੇ? ਵੈਸੇ ਤਾਂ ਸਿੱਧਾ ਸਿੱਧਾ ਹੀ ਦੇਖ ਸਕਦਾ ਬੰਦਾ ਵੀ Q ਦੇ ਅਕ੍ਰੋਸ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੈ ਆ ਵਾਲਾ ਕਿੰਨਾ ਆਏਗਾ? Q/C ਹੋਏਗਾ ਨਾ, ਤਾਂ ਉਹੀ ਰੈਜ਼ਿਸਟਰ ਦੇ ਅਕ੍ਰੋਸ ਹੋਏਗਾ। ਤਾਂ ਬੇਸਿਕਲੀ ਸਿੱਧੇ ਸਿੱਧੇ ਕਰੰਟ ਆਣਾ ਚਾਹੀਦਾ ਹੈ ਆਪਣਾ Q/C × R, ਹੈ ਕਿ ਨਹੀਂ? ਸਮਝ ਲੱਗ ਰਹੀ ਗੱਲ? Yes, sir. ਜਾਂ ਫਿਰ ਇਹਨੂੰ ਤੁਸੀਂ ਕੀ ਲਾਓਗੇ? ਤੁਸੀਂ ਉਹ ਇੱਥੋਂ ਲਗਾ ਦਿਓ ਆਪਣਾ KVL, ਇਧਰ ਜਾ ਰਹੇ ਹੋ ਤਾਂ ਉੱਪਰ ਨੂੰ ਜਾ ਰਹੇ ਹੋ, ਹਾਈਟ ਲੋਅਰ ਆ ਰਹੀ ਹੈ, ਤੇ ਫਿਰ IR, ਤੇ ਉਧਰ ਜਾ ਕੇ ਆ ਜਾਏਗਾ -Q/C = 0, ਤਾਂ ਫਿਰ ਤੁਹਾਡਾ I ਤਾਂ ਵੀ ਆ ਜਾਏਗਾ Q/CR, ਵਟਐਵਰ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ। ਸੋ ਜਦੋਂ I ਆ ਗਿਆ Q/CR, ਤਾਂ ਹੁਣ ਇੱਥੇ ਨਾ ਇੱਕ ਬੜੀ ਇੰਪੋਰਟੈਂਟ ਗੱਲ ਹੈ ਜਿਹੜੀ ਗੱਲ ਬੱਚੇ ਗਲਤੀ ਕਰ ਜਾਂਦੇ ਨੇ, ਕਿਉਂਕਿ ਤੁਸੀਂ ਦੇਖੋ ਤੁਸੀਂ I ਨੂੰ ਕੀ ਲਿਖ ਸਕਦੇ ਹੋ? ਤੁਸੀਂ I ਨੂੰ dQ/dt ਲਿਖ ਸਕਦੇ ਹੋ ਨਾ, ਪਰ ਮੈਥਮੈਟਿਕਲੀ ਇੱਥੇ ਬੇਸਿਕਲੀ ਚਾਰਜ ਜਿਹੜਾ Q ਚਾਰਜ ਨੂੰ ਆਪਾਂ ਕਹਿ ਰਹੇ ਹਾਂ ਜਿਹੜਾ ਕੈਪੈਸਿਟਰ ਦੇ ਉੱਪਰ ਹੈ, ਜਿਹੜਾ ਚਾਰਜ ਹੈ ਉਹ ਘਟ ਰਿਹਾ ਨਾ, ਇਸ ਲਈ dQ ਦੀ ਵੈਲਿਊ ਨੈਗੇਟਿਵ ਹੋਏਗੀ, ਤੇ ਕਰੰਟ ਨੂੰ ਫਿਰ ਪੋਜ਼ਿਟਿਵ ਬਣਾਉਣ ਲਈ ਸਾਨੂੰ I ਨੂੰ dQ/dt ਨਹੀਂ ਲਿਖਣਾ ਹੈ, ਬਲਕਿ -dQ/dt ਲਿਖਣਾ। ਇਹ ਗੱਲ ਡਿਸਚਾਰਜਿੰਗ ਵੇਲੇ ਕਰਨੀ ਹੈ, ਇਹ ਗੱਲ ਯਾਦ ਰੱਖਣਾ। ਚਾਰਜਿੰਗ ਵੇਲੇ ਆਪਾਂ ਇਹ ਨਹੀਂ ਕੀਤਾ ਸੀ, ਇਸ ਲਈ ਇੱਥੇ ਮੈਂ ਮੈਂਸ਼ਨ ਕਰ ਦਿੰਦਾ ਨੋਟਸ ਵਿੱਚ ਵੀ -dQ/dt ਲਿਖਾਂਗੇ ਆਪਾਂ, ਕਿਉਂਕਿ ਚਾਰਜ ਜਿਹੜਾ ਹੈ ਉਹ ਡਿਕਰੀਜ਼ ਕਰ ਰਿਹਾ।
बिकॉज क्यू डिक्रीज। ठीक है, ਹੁਣ ਆਪਾਂ ਇਹਨੂੰ ਕਿਵੇਂ ਵੇਰੀਏਬਲ ਸੈਪਰੇਬਲ ਵਾਂਗੂ ਸੋਲਵ ਹੀ ਕਰਨਾ ਨਾ ਜਿਵੇਂ ਪਹਿਲਾਂ ਕੀਤਾ ਆ। ਕੀ ਆ ਜਾਊਗਾ ਇਹ dq by q ਆ ਜਾਊਗਾ is equal to minus 1 over r c dt। ਦੱਸੋ ਇਸ ਤਾਂ ਕੋਈ ਡਾਊਟ ਨਹੀਂ? ਤਾਂ ਦੋਨੋਂ ਪਾਸੇ ਇੰਟੀਗਰਲ ਕਰ ਦੋ। ਹੁਣ ਇੰਟੀਗਰਲ ਚ ਵੈਲਿਊਜ਼ ਬੜੇ ਧਿਆਨ ਨਾਲ ਰੱਖਣੀਆਂ ਨੇ ਕਿਉਂਕਿ ਤੁਸੀਂ ਦੇਖੋ dq by q, q ਦੀ ਵੈਲਿਊ ਕਿੱਥੋਂ ਸ਼ੁਰੂ ਹੋ ਰਹੀ ਹੈ ਟਾਈਮ 0 ਤੇ ਕਿੰਨਾ ਸੀਗੀ q ਨੋਟ ਸੀ ਨਾ, q ਨੋਟ ਤੋਂ q ਹੋਈ ਆ, ਉੱਥੇ 0 ਤੋਂ q ਹੋਈ ਸੀ ਨਾ, ਇੱਥੇ q ਨੋਟ ਤੋਂ q ਹੋਈ ਆ ਤੇ ਟਾਈਮ ਦੀ ਵੈਲਿਊ 0 ਤੋਂ ਲੈ ਕੇ t ਹੋਈ ਆ ਉਵੇਂ। ਇਸੇ ਲਈ ਇਸ ਗੱਲ ਦਾ ਖਿਆਲ ਰੱਖਦੇ ਹੋਏ ਕੰਮ ਕਰਨਾ ਹੈ ਇੱਥੇ। ਤੇ ਇਹਨੂੰ ਸੋਲਵ ਕਰਨਾ ਬੜਾ ਸੌਖਾ ਹੈ ਕਿਉਂਕਿ ਇਹ ਬਣ ਜਾਏਗਾ dq by q, ਇਹ log of q ਬਣ ਜਾਏਗਾ। लिमिट्स पुट करोगे q नॉट तो लेके q तक -1 over rt, t आ जाएगा और t -0 करोगे t ही बन जाएगा बेसिकली। तो मैं यही छोड़ देना है। a बनेगा log of पहला लिमिट पुट को अपर फिर लिमिट नीचे वाली -1 over rc into t, फिर बन जाएगा log of q by q नॉट is equal to -1 over rc into t, फिर a बन जाएगा लॉग उधर जाके की बन जाएगा। हुण दा पता लग रहा है योगेश? यस सर। ठीक है, हुण इस तो बाद ये बन जाएगा q इज इक्वल टू q नॉट e दी पावर -t by rc। सो बिल्कुल चार्ज घटेगा ते चार्ज दे घटन दा एक्सप्रेशन बिल्कुल वही आया जो पिछली बार करंट दा आया सी, है कि नहीं? आई है ना? यस तो पिछली बार जिवें करंट सीगा मैक्सिमम तो घटदा सीगा, ये भी ग्राफ यही ही बनेगा ना फिर ए मैक्सिमम वैल्यू q नॉट तो घटदे 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 डिस्चार्जिंग होएगी इसकी। ते जे इत्थों ही हुण तुसीं चार्ज दी वैल्यू आ गई ते इत्थों ही जे तुसीं करंट देखना चाहो तो करंट की हुंदा dq by dt आपां नूं पता है हुण जिवें आपां गल कीती है। ते जे आपां इहनूं करांगे तां एक्सप्रैशन अपना करंट दा भी बिल्कुल सेम ही आएगा, तुसीं करके देख लियो आही आएगा। मतलब आई नॉट की वैल्यू बदल जाएगी बस अपनी। आई नॉट की वैल्यू थे क्यू बाय की होएगी क्यू नॉट बाय आरसी, है ना? उत्थे अपनी आई की वैल्यू की सीगी, आई नॉट की वैल्यू उत्थे सीगी ई बाय आर, बैटरी लगी हुई सी उत्थे कारण बैटरी थी, इत्थे कारण बैटरी नहीं है। सो जो तुसीं इहनूं करोगे तो बिल्कुल आ एक्सप्रैशन मिल जाएगा करंट लिए भी। मतलब करंट इत्थे हले भी डिक्रीज ही करेगा टाइम दे नाल जिवें पहला डिक्रीज कर रहा सी, ये डिक्रीज होने लग गया जो कि पहला इनक्रीज कर रहा सी। ते इत्थे भी तुसीं चाहो तो एट टाइम t इज इक्वल टू टॉ जे ले लो टाइम कांस्टेंट, तो तुसीं चार्ज नूं देख सकते हो। ते चार्ज तुहाडा आएगा q इज इक्वल टू q नॉट ते 1 by e आ जाएगा, दैट इज 0.37 ऑफ q नॉट, दैट इज 37% ऑफ q नॉट। कहने दा भाव है कि घटदे घटदे चार्ज जो अपना 37% रह जाएगा, है ना, तां जिहड़ा टाइम होएगा उहनूं आपां टाइम कांस्टेंट कह के चल रहे हैं। ये हैगा ड्यूरिंग डिस्चार्जिंग। दसो ये गल सब समझ लगी? यस सर। सो थोड़ा जिहा जिवें वो एक बार लगदा है आपां नूं कि बिल किवें ਅਸੀਂ ਉਹਨੂੰ ਮਤਲਬ ਮਿਕਸ ਹੋ ਰਿਹਾ दोनों चीज़ां, पर मिक्स नहीं हो रही, दोनों चीज़ां अलग अलग ने, दोनों थोड़ा फर्क भी है। सो करंट इथों कट लोगे ना तुसीं, आ वाला एक्सप्रेशन मैं नहीं कटिया हुण, चलो कर ही दिना, नहीं कितना टाइम लगना। Q जिहड़ा आएगा इक्वल टू आएगा Q नॉट e दी पावर -t बटा rc। ते जे तुसीं करंट लिखना चाहते हो तो करंट में हुणे लिखाया तुहानूं -dq by dt है ना, तो माइनस dq by dt की आएगा q नॉट का q नॉट पे रहेगा, e दी पावर ऐसा पे रहेगी इनटू -1 over rc आएगा, चेन रूल -1 rt by rc दी डेरिवेटिव मल्टीप्लाई किया, माइनस ना माइनस कटिया जाएगा, ये आ जाएगा q नॉट by rc, आई आना सी करंट दी मैक्सिमम वैल्यू। ठीक है, t 0 ते देखो अपने आप ही यही आ जाएगा करंट, इसीलिए इन्हें बोलते हैं आप i इक्वल टू आई नॉट e दी पावर -t by rc। तो करंट की वैल्यू भी वही आएगी, 37% रह जाएगी कट के, ये भी बिल्कुल वही आएगा एट टाइम t इक्वल टू टाइम कांस्टेंट, i होएगा वो 0.37 आई नॉट रह जाएगा, कटते डिके हो रहा। दसो गल कोई ऐसे डाउट हो तो पूछ लो, ये तो मैथमेटिकल स्टेप ही ने वैसे,
ਸੋ ਮੈਂ ਜੇ ਦੋਨੋਂ ਚੀਜ਼ਾਂ ਨੂੰ ਮੈਂ ਇੱਕ ਵਾਰ ਸਮ ਅਪ ਕਰਨ ਦੀ ਕੋਸ਼ਿਸ਼ ਕਰਾਂ ਤਾਂ ਮੈਂ ਸਮ ਅਪ ਕਰ ਸਕਦਾ ਕਿ ਵਾਈਲ ਚਾਰਜਿੰਗ, ਜਦੋਂ ਆਪਾਂ ਚਾਰਜਿੰਗ ਦੀ ਗੱਲ ਕਰ ਰਹੇ ਸੀ ਜਾਂ ਗਰੋਥ ਆਫ ਚਾਰਜ ਕਹਿ ਸਕਦੇ ਆਪਾਂ ਇਨ ਦਾ, ਤੇ ਆ ਹੈਗਾ ਡਿਸਚਾਰਜਿੰਗ। ਚਾਰਜਿੰਗ ਦੇ ਵੇਲੇ ਕੀ ਹੁੰਦਾ ਹੈ, ਜਿਹੜਾ ਚਾਰਜ ਔਨ ਕੈਪੈਸਿਟਰ ਹੈ ਉਹ ਇਨਕਰੀਜ਼ ਕਰਦਾ ਆ ਤੇ ਕਰੰਟ ਜਿਹੜਾ ਆ ਸਰਕਟ ਦੇ ਵਿੱਚ ਉਹ ਡਿਕਰੀਜ਼ ਕਰਦਾ। ਬਹੁਤ ਚੰਗੀ ਤਰ੍ਹਾਂ ਕੀਤਾ ਆਪਾਂ ਇਹਨੂੰ, ਪਿਛਲੇ ਲੈਕਚਰ ਤੋਂ ਵੀ ਪਹਿਲਾਂ ਵੀ ਕੀਤਾ ਸੀ। ਤੇ ਚਾਰਜ ਦੇ ਇਨਕਰੀਜ਼ ਕਰਨ ਦੇ ਲਈ ਐਕਸਪ੍ਰੈਸ਼ਨ ਜਿਹੜਾ ਆ ਉਹ ਇਹ ਕੰਮ ਕਰਦਾ ਆ, ਆਰਸੀ ਲਿਖ ਦੋ, ਵੇਅਰ Q ਨੋਟ ਕਿਹਦੇ ਬਰਾਬਰ ਸੀਗਾ ਦੱਸੋ? ਹਾਂ ਸੀ ਨਾ, ਭੁੱਲਣਾ ਨਹੀਂ ਹੈ। ਤੇ ਜਿਹੜਾ ਕਰੰਟ ਹੈਗਾ ਇੱਥੇ, ਕਰੰਟ ਕੀ ਆ, I नॉट e ਦੀ ਪਾਵਰ -t/RC। ਤੇ ਇੱਥੇ ਕਰੰਟ ਦੀ ਮੈਕਸਿਮਮ ਵੈਲਿਊ ਕਿੰਨੀ ਸੀਗੀ? ਆਹ ਗੱਲ ਵੀ ਨਹੀਂ ਭੁੱਲਣੀ ਵੀ I नॉट ਕੀ ਸੀ ਇੱਥੇ ਡਿਊਰਿੰਗ ਚਾਰਜਿੰਗ। ਠੀਕ ਹੈ, ਤੇ ਡਿਊਰਿੰਗ ਚਾਰਜਿੰਗ ਆਪਣੇ ਗ੍ਰਾਫ ਜੇ ਬਣਾਈਏ ਤਾਂ ਆਪਣੇ ਦੋ ਗ੍ਰਾਫ ਬਣਦੇ ਆ, ਇੱਕ ਤਾਂ ਚਾਰਜ ਦੇ ਨਾਲ ਟਾਈਮ ਦਾ, ਇੱਕ ਕਰੰਟ ਦੇ ਨਾਲ ਟਾਈਮ ਦਾ। ਸੋ ਜਿਹੜਾ ਚਾਰਜ ਨਾਲ ਬਣਦਾ ਹੈ ਟਾਈਮ ਦਾ ਗ੍ਰਾਫ, ਚਾਰਜ ਦੀ ਮੈਕਸਿਮਮ ਵੈਲਿਊ ਨਹੀਂ ਮੈਕਸਿਮਮ ਵੈਲਿਊ ਤਾਂ ਅਟੇਨ ਕਰਨੀ ਹੈ ਇਸ ਤਰ੍ਹਾਂ ਕਰਕੇ। ਆ ਮੈਕਸਿਮਮ ਵੈਲਿਊ ਹੈ ਮੰਨ ਲਓ, that is Q naught is equal to CE। ਇਸ ਤਰ੍ਹਾਂ ਮੈਕਸਿਮਮ ਵੈਲਿਊ ਅਟੇਨ ਕਰਦਾ ਹੈ। ਤੇ ਇੱਥੇ ਇੱਕ ਹੋਰ ਗੱਲ ਹੈ, ਟਾਈਮ ਕਾਂਸਟੈਂਟ ਦੇ ਉੱਪਰ ਜੇ ਇਹਨਾਂ ਰਿਲੇਟ ਕਰੀਏ ਤਾਂ ਟਾਈਮ ਕਾਂਸਟੈਂਟ ਤੇ ਕੀ ਹੁੰਦਾ, ਕਿੰਨੇ % ਰਹਿ ਜਾਂਦਾ ਉਹ ਪਤਾ? 63% ਨਾ, 0.63 of Q naught ਜੋ ਵੀ रहेगा। ठीक है, ਤੇ ਜਿਹੜਾ ਕਰੰਟ ਹੈਗਾ ਇੱਧਰ, ਕਰੰਟ ਰਿਡਿਊਸ ਹੋਣਾ ਸ਼ੁਰੂ ਹੁੰਦਾ ਤੇ ਮੈਕਸਿਮਮ ਵੈਲਿਊ ਤੋਂ ਰਿਡਿਊਸ ਹੁੰਦਾ ਤੇ ਮੈਕਸਿਮਮ ਵੈਲਿਊ ਜਿਹੜੀ ਹੈ ਉਹ ਹੈਗੀ E/R। ਸੋ ਆ E/R ਹੈ ਇੱਥੇ, E/R ਤੋਂ ਕਰੰਟ ਘਟਦਾ ਹੈ, ਇਸ ਤਰ੍ਹਾਂ ਘਟਦਾ ਰਹਿੰਦਾ ਇਸ ਤਰ੍ਹਾਂ। ਤੇ ਘਟਦੇ ਘਟਦੇ ਇਹ ਜਿਵੇਂ ਟਾਈਮ ਕਾਂਸਟੈਂਟ ਦੇ ਉੱਪਰ ਜੇ ਗੱਲ ਕਰੀਏ, t = τ ਤੇ ਗੱਲ ਕਰੀਏ ਤਾਂ ਇਹਦੀ ਵੈਲਿਊ ਕਿੰਨੀ ਰਹਿ ਜਾਂਦੀ ਹੈ? 37%। ਸੋ ਆ ਪਤਾ ਹੀ ਲੱਗ ਗਿਆ, ਡਿਕਰੀਜ਼ ਹੋਏਗੀ ਤਾਂ ਟਾਈਮ ਕਾਂਸਟੈਂਟ ਤੇ ਆ ਹੀ ਰਹਿ ਜਾਏਗਾ, ਪਤਾ ਐਕਸਪ੍ਰੈਸ਼ਨ ਸੇਮ ਹੈ। ਕਿਉਂਕਿ ਤੇ ਜੇ ਇੱਧਰ ਗੱਲ ਕਰੀਏ ਆਪਾਂ ਹੁਣ ਡਿਸਚਾਰਜਿੰਗ ਵਾਲੇ ਪਾਸੇ, ਡਿਸਚਾਰਜਿੰਗ ਵਾਲੇ ਪਾਸੇ ਚਾਰਜ ਦਾ ਐਕਸਪ੍ਰੈਸ਼ਨ ਜੋ ਹੋਏਗਾ, ਪਹਿਲੀ ਗੱਲ ਤਾਂ ਇੱਥੇ ਵੀ ਚਾਰਜ ਇੱਥੇ ਵੀ ਡਿਕਰੀਜ਼ ਕਰੇਗਾ, ਕਰੰਟ ਡਿਕਰੀਜ਼ ਕਰੇਗਾ, ਯਾਨੀ ਇੱਥੇ ਕਰੰਟ ਤਾਂ ਦੋਨੋਂ ਪਾਸੇ ਡਿਕਰੀਜ਼ ਕਰ ਰਿਹਾ, ਇੱਥੇ ਚਾਰਜ ਵੀ ਡਿਕਰੀਜ਼ ਕਰੇਗਾ। ਡਿਕਰੀਜ਼ ਵਾਲਾ ਇਹੀ ਰਿਜ਼ਲਟ ਬਣਦਾ, ਦੇਖੋ ਨੀਚੇ ਵਾਲਾ ਹੀ। ਸੋ Q = Q naught e ਦੀ ਪਾਵਰ -t/RC ਬਣੇਗਾ ਉਹੀ, ਤੇ ਕਰੰਟ ਦਾ ਵੀ ਕੀ ਹੋਏਗਾ, I naught e ਦੀ ਪਾਵਰ -t/RC ਬਣੇਗਾ, ਬਿਲਕੁਲ ਸੇਮ। ਪਰ ਇੱਥੇ ਜਿਹੜਾ ਚਾਰਜ ਹੈ ਫੁੱਲ ਚਾਰਜ ਹੋਇਆ ਆ, ਇਹ ਫੁੱਲ ਚਾਰਜ ਬੇਸਿਕਲੀ ਇਹ ਡਿਪੈਂਡ ਕਰਦਾ ਕਿੰਨਾ ਚਾਰਜ ਕੀਤਾ ਗਿਆ, ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਮੈਨੂੰ ਨਹੀਂ ਪਤਾ ਉਹ 'ਚ ਕਿੰਨਾ ਬੈਟਰੀ 'ਚ ਕਿਹੜੀ ਬੈਟਰੀ ਨਾਲ ਲਾਇਆ ਸੀ, ਕਿੰਨਾ ਚਾਰਜ ਕੀਤਾ ਸੀ, ਕੀ ਪਤਾ ਪਹਿਲਾਂ ਹੀ ਪੂਰਾ ਚਾਰਜ ਨਾ ਹੋਣ ਦਿੱਤਾ ਗਿਆ ਹੋਵੇ। ਜਿੰਨਾ ਵੀ ਚਾਰਜ ਮਤਲਬ ਉਸ ਟਾਈਮ ਹੈਗਾ ਸੀ ਨਾ ਡਿਸਚਾਰਜ ਕਰਨ ਤੋਂ ਪਹਿਲਾਂ, ਜਸਟ ਇਹ ਇਨੀਸ਼ੀਅਲ ਚਾਰਜ ਹੈ, ਟਾਈਮ t = 0 ਤੇ ਕੁਝ ਵੀ ਹੋ ਸਕਦਾ ਹੈ, ਵਟਐਵਰ ਇਟਸ ਵੈਲਿਊ ਕੁਝ ਵੀ ਹੋ ਸਕਦੀ ਹੈ। ਉਸ ਅਕੋਰਡਿੰਗ ਆਪਣਾ ਜਿਹੜਾ ਕਰੰਟ ਹੈ, ਕਰੰਟ ਵੀ ਆਪਾਂ ਦੇਖਦੇ ਹਾਂ, ਕਰੰਟ ਫਿਰ ਇਸ Q naught ਦੇ ਹਿਸਾਬ ਨਾਲ ਆਉਂਦੀ ਹੈ, Q naught/RC ਆਪਾਂ ਹੁਣੇ ਕੀਤਾ ਹੈ। ਇਹਨਾਂ ਦੇ ਗ੍ਰਾਫ ਜਿਹੜੇ ਬਣਨਗੇ ਬਿਲਕੁਲ ਨੀਚੇ ਵਾਲਾ ਗ੍ਰਾਫ ਹੈ ਨਾ, ਆਹੀ ਵਾਲਾ ਨੀਚੇ ਵਾਲਾ ਗ੍ਰਾਫ ਇਹੀ ਹੈ ਦੋਨੋਂ ਗ੍ਰਾਫ, ਤੇ ਦੋਨਾਂ ਬਾਰੇ ਉਹੀ ਗੱਲ ਟਰੂ ਹੈ, ਟਾਈਮ ਕਾਂਸਟੈਂਟ ਤੇ ਜਾ ਕੇ ਉਹ 37% ਤੱਕ ਤੇ ਆ ਜਾਂਦੇ ਨੇ ਡਿਕਰੀਜ਼ ਹੁੰਦੇ ਹੁੰਦੇ। ਕਲੀਅਰ ਹੈ? ਇਹਦੇ ਬਾਰੇ ਕੋਈ ਡਾਊਟ ਰਹਿ ਗਿਆ ਕਿਸੇ ਨੂੰ ਤਾਂ ਪੁੱਛੋ। ਸਰ ਇੱਕ ਵਾਰ ਦੱਸ ਦਿਓ, I naught Q naught/RC ਹੈ। Q naught/RC ਕਿੱਦਾਂ ਹੈ? ਹਾਂਜੀ, ਆ ਦੇਖੋ ਜਿਵੇਂ ਡਿਸਚਾਰਜਿੰਗ ਆਪਾਂ ਸ਼ੁਰੂ ਕੀਤੀ ਸੀ ਨਾ, ਜਿੱਥੇ ਇੱਥੇ ਆ ਡਿਸਚਾਰਜਿੰਗ, ਆ ਦੇਖੋ ਇਨੀਸ਼ੀਅਲੀ ਮੰਨ ਲਓ ਟਾਈਮ t = 0 ਤੇ ਜਿਵੇਂ ਕੀਤਾ ਉਵੇਂ I naught ਕਰੰਟ ਜੇ ਆ ਰਿਹਾ ਉਹਦੇ ਵਿੱਚ ਹਨਾ, ਜਾਂ I ਕਰੰਟ ਆ ਰਿਹਾ ਮੰਨ ਲਓ t ਟਾਈਮ ਤੇ ਨਹੀਂ ਬਲਕਿ ਸਟਾਰਟਿੰਗ ਵਿੱਚ ਗੱਲ ਕਰੋ, ਇੱਥੇ ਇਹਦੇ ਤੁਸੀਂ ਦੇਖੋ ਨਾ, ਇਹਦੇ ਉੱਪਰ ਲਗਾਓ KVL। ਜੇ ਮੰਨ ਲਓ t = 0 ਦੇ ਉੱਪਰ ਮੈਂ ਇੱਥੇ ਕਹਾਂ ਕਿ ਇੱਥੇ ਕਰੰਟ ਆ ਰਿਹਾ I naught ਆਪਾਂ ਕਿਉਂਕਿ ਕੱਲ ਇਹ ਸਾਰਾ ਕੰਮ ਐਵੇਂ ਕਰ ਰਹੇ ਸੀ ਨਾ ਬਾਈ KVL ਛੱਡ KVL KVL ਲਗਾਓ ਇੱਥੇ, ਤਾਂ ਇੱਥੋਂ ਸਟਾਰਟ ਕਰਦੀ ਹੈ, ਆਪਾਂ ਇੱਥੋਂ ਸਟਾਰਟ ਕਰਦੇ ਹਾਂ। ਚਲੋ ਇੱਥੋਂ ਇੱਧਰ ਨਿਕਲੋ ਤਾਂ ਕਰੰਟ ਉਧਰੋਂ ਇੱਧਰ ਆਏਗਾ ਨਾ, ਡਿਸਚਾਰਜ ਹੋਏਗਾ ਤਾਂ ਯੈਸ ਸਰ, I naught A ਚੋਂ R ਚੋਂ ਪਾਸ ਕਰੇਗਾ ਤਾਂ ਬੇਸਿਕਲੀ ਤੁਸੀਂ ਕਹਿ ਸਕਦੇ ਹੋ -I naught R ਹੋਏਗਾ।
है ना। पर स्टार्ट तो नहीं शुरू कर रहे, पॉजिटिव नहीं हो रही। ओह पॉजिटिव होएगा, सॉरी ठीक है, ये तो स्टार शुरू करें, पॉजिटिव होएगा, ऊपर ला नेगेटिव होएगा, माइनस क्यू नॉट बाय सी, यही होगा ना। यस सर। तो देख तेरा इनिशियल करंट क्या आया, ठीक है। ठीक है सर। हाँ जी। मैं वो कहता सी भी कैपेसिटर दे अक्रॉस, कैपेसिटर मान लो हम 15 वोल्ट तक तू चार्ज करता, कैपेसिटर दे अक्रॉस वोल्टेज 15 वोल्ट है, फिर जो नीचे रेजिस्टेंस लगाएंगे तो 15 वोल्ट करके आऊगा ना नीचे करंट। वो बैटरी वांगू ही है ना, एक तरह की बैटरी जिहदी वोल्टेज घटदी जा रही है हौली हौली, है ना। हाँ जी। तो बस आ सीगा अपना किथे गया आ ग्राफ में बना नहीं रहे थे, ग्राफ तुम बना लोगे एक बार इन्नी तो हम तुहानू पता लग गई। हम दोनों चलो ध्यान रखना एक्सप्रेशन सेम भी दिख रहा ता भी अलग अलग है, क्योंकि इस आई नॉट डिस्चार्जिंग वेले आई नॉट आ स्टार्टिंग तो आ सी, इत्थे आई नॉट आ सी स्टार्टिंग दे विच, आ गल्लां दा ते भुलेखा पैंदा। सो इस गल का ख्याल रखना पूरी तरह। हुण जिवें सवाल दे विच तुहानू मैं समझाया है फिर कि किवें सवाल करने आ, ते ओहदा ते मैं कुछ सवाल करा देना। एट स्टडी स्टेट तुहानू पता ही है कि की करना आपां, स्टडी स्टेट ते कैपेसिटर दे विचों करंट नहीं जांदा ना, कैपेसिटर वाली वायर चों। सो सवाल तो यह पूछा जाता कि दैट मान लो एक 2 ohms मान लो रजिस्टर, ये भी 2 ohm रजिस्टर है, ये कैपेसिटर लाता आप 2 माइक्रोफैरड का, इस तरह ते आप इत्थे ला दी रजिस्टेंस एक होर 1 ohm दी, इत्थे रजिस्टेंस होर ला दो एक 3 ohm दी, इधर लगा दो तुसी बैटरी 2 वोल्ट दी, 12 वोल्ट दी लगाओ रजिस्टर। हुण वो कह रहे हैं देखो फाइंड द चार्ज स्टोर्ड इन द कैपेसिटर। हुण जे इन्ना ही सवाल देता ना तो तुसी अपने आप मान लोगे कि वो की है स्टेडी स्टेट है ना, जो होर कुछ फाइंड चार्ज स्टोर्ड इन द कैपेसिटर कहता, फिर स्टेडी स्टेट ही पूछ रहा होना ना, वो एवें थोड़ी पूछ रहा होना। फिर नहीं तो टाइम दसदा किन्ने टाइम ते दसा मैं, फिर टाइम वाली गलबात विच पैंदे आपां, इधर तो कुछ है नहीं, स्टेडी स्टेट ही मान लेना। पर इत्थे गिवन है फाइंड द चार्ज स्टोर्ड इन द कैपेसिटर इन स्टेडी स्टेट। सो इन स्टेडी स्टेट तुहानू मैं 2 गल्लां सिखाइयां सीगियां। मैं कहा जो स्टेडी स्टेट है तो तुसी की मान सकते हो, कैपेसिटर वाली वायर है। हाँ कैपेसिटर वाली वायर च करंट नहीं जा सकता ना। सो तुसी ये मान के चल सकते हो कि आ वायर है ही नहीं, आ वायर नूं भुल जाओ, ये करंट नहीं जा रहा ना, है ना। सो लीव इट, क्योंकि ये स्टेडी स्टेट है। स्टेडी स्टेट तो फिर इत्थे दसो फिर कि कितना आएगा करंट सर्किट विच। हुण कड्ढना सौखा नहीं है करंट सीधा ही, है ना। तो करंट इन द सर्किट सीधा ही सीधा आ जाएगा 12 वोल्ट, एक ते आ 2 सीगी, 2 ते 1 3 ते 3 6, सीधा सीधा 2 एम्पीयर करंट आ गया, गल खत्म। हुण उन्होंने स्टेडी स्टेट दे विच करंट पूछा, उते कितना है, सॉरी चार्ज पूछा। देखो चार्ज तो है ही कैपेसिटर ते, चार्ज होने तो बाद उन्हें करंट लेना बंद करता ना उस पासे में। तो हुण तुसीं इत्थे जे 2 एम्पीयर करंट पता लग गया थानू, ते 2 एम्पीयर करंट जिहड़ा गया वा थानू पता होना चाहिए कि 2 एम्पीयर करंट इधरों निकलिया वा, ऐ गया इहदे विचों दी, फिर इहदे विचों निकलिया, ऐ निकलिया, ते इत्थे आके फिर 3 विचों निकलिया, ऐ निकलिया ना। हुण तुसीं जदों 2 एम्पीयर करंट आ चुकिया वा, हुण कैपेसिटर तो है ही उत्थे, कैपेसिटर पर कोई ना कोई चार्ज भी होना। जो चार्ज पता करना चाहते तो केवीएल लगा दो कैपेसिटर नूं नाल लैके जिहड़ी मर्जी लूप, चाहे ऊपर वाली हाफ चाहे नीचे वाली हाफ, तुहाडी मर्जी। सो आप उपरली हाफ चला दिंदे आ, सो केवीएल लगा दिंदे आपां अपर लूप दे विच, इत्थे जिथों मर्जी ऐ लगा लो, ऐ करके। सो मान लो इत्थों शुरू कर दो स्टार तो, इधर चलो। अच्छा करंट इधर आ रहा ना, करंट इधर नूं आ रहा वा 2 एम्पीयर, तो ये कितना आ जाऊगा देखो, +4 आ जाऊगा। यस। ते उधरों जो इधरों आओगे तो आ वाले 2 दे विचों तो कुछ होया ही नहीं ना, करंट ही नहीं है इसका, सीधा ही आऊगा कैपेसिटर, ते कैपेसिटर दे विच हायर टू लोअर, ते ए आ जाऊगा -Q बाय, जो Q पता करना है
2 माइक्रोफैरड। क्लियर है गल? ਤੇ ਇਸ ਤੋਂ ਬਾਅਦ ਕੀ ਆਊਗਾ? ਬਸ ਹੋ ਗਿਆ, इक्वल टू 0। ਇਕੁਅਲ ਟੂ 0। ਤਾਂ Q ਜਿਹੜਾ ਤੁਹਾਡਾ ਉਹ ਕਿੰਨਾ ਆਊਗਾ? 8 ਮਾਈਕਰੋ ਕੂਲਮ ਆਊਗਾ। ਦੱਸੋ ਗੱਲ ਸਮਝ ਲੱਗੀ ਕਿ ਨਹੀਂ? ਇਹ 2 ਸਟੈਪ ਲੱਗੇ। ਮਤਲਬ ਗੱਲ ਇਹ ਸਟੈਡੀ ਸਟੇਟ ਦੇ ਵਿੱਚ ਸਭ ਤੋਂ ਸੌਖਾ ਕੰਮ ਹੁੰਦਾ ਕਰੰਟ ਸਰਕਟ ਚ ਪਹਿਲਾਂ ਪਤਾ ਕਰ ਲਓ। ਕਰੰਟ ਪਤਾ ਕਰਦੇ ਹੋਏ ਬਿਲਕੁਲ ਅੰਨੇਵਾਹ ਸਮਝ ਲਓ ਕਿ ਕੈਪੈਸਿਟਰ ਵਾਲੀ ਬ੍ਰਾਂਚ ਵਿੱਚ ਕਰੰਟ ਜਾਣਾ ਹੀ ਨਹੀਂ ਹੈ, ਤਾਂ ਕਰੰਟ ਪਤਾ ਲੱਗ ਹੀ ਜਾਂਦਾ ਹੈ। ਜਦੋਂ ਕਰੰਟ ਪਤਾ ਲੱਗ ਜਾਂਦਾ ਚੁੱਪ ਕਰਕੇ ਕੈਪੈਸਿਟਰ ਨੂੰ ਨਾਲ ਮੰਨ ਕੇ ਕਿਸੇ ਵੀ ਇੱਕ ਲੂਪ ਦੇ ਵਿੱਚ ਕੈਪੈਸਿਟਰ ਜਿਹਦੇ ਵਿੱਚ ਕੈਪੈਸਿਟਰ ਆਂਦਾ ਹੋਵੇ, ਆਹੀ ਸਵਾਲ ਤੁਸੀਂ ਨੀਚੇ ਵਾਲੇ ਲੂਪ ਤੋਂ ਵੀ ਕਰ ਸਕਦੇ ਸੀ, ਸੇਮ ਹੀ ਆਂਸਰ ਆਣਾ ਸੀ। ਕਰਕੇ ਦੇਖ ਲਿਓ ਚਾਹੇ 8 ਮਾਈਕਰੋ ਕੂਲਮ। ਸੋ ਇਹ ਚ ਕੋਈ ਪ੍ਰੋਬਲਮ ਆ ਕਿਸੇ ਨੂੰ? ਬਲਜੀਤ ਬੱਚੇ ਹੁੰਦੇ ਹੀ ਭਾਜੀ ਘੱਟ ਤੋਂ ਘੱਟ 10 11 12 ਬੱਚੇ ਐਬਸੈਂਟ। ਦੱਸਣ 12 ਬੱਚੇ ਐਬਸੈਂਟ ਆ, ਕਿਹਨੂੰ ਪੜਾਉਂਗਾ? ਕੀ ਤੁਸੀਂ ਸਿੱਖ ਲਓਗੇ ਬਾਅਦ ਚ? ਕੀ ਕਰ ਲਓਗੇ? 12 ਜਣੇ ਐਬਸੈਂਟ। ਜਸ਼ਨਜੋਤ जी सर। ਸਮਝ ਲੱਗ ਰਹੀ ਗੱਲ? यस सर। ਸੋ ਹੁਣ ਇਸ ਤਰ੍ਹਾਂ ਹੀ ਮੰਨ ਲਓ ਆਪਾਂ ਇੱਕ ਸਵਾਲ ਹੋਰ ਕਰਦੇ ਹਾਂ, ਬਸ ਫਿਰ ਇਹਨੂੰ ਇਸ ਮਸਲੇ ਨੂੰ ਇੱਥੇ ਨਿਬੇੜੀਏ। ਸਵਾਲ ਐ ਕਰ ਲਓ ਵੀ, ਅੱਛਾ ਤੁਸੀਂ ਸਵਾਲ ਐ ਵੀ ਪਤਾ ਕਰ ਸਕਦੇ ਹੋ ਕਿ ਕੈਪੈਸਿਟਰ ਦੇ ਅਕ੍ਰੋਸ ਜੇ ਤੁਸੀਂ ਵੋਲਟੇਜ ਪਤਾ ਕਰ ਲਓ ਨਾ ਕੈਪੈਸਿਟਰ ਦੇ ਅਕ੍ਰੋਸ ਕਿੰਨਾ ਆ, ਤਾਂ ਉਹਦੇ ਨਾਲ ਵੀ ਪਤਾ ਲੱਗ ਜਾਂਦਾ ਨਾ ਕਿੰਨਾ ਚਾਰਜ ਸਟੋਰਡ ਹੈ। ਉਹ ਚ ਸੀਵੀ ਹੁੰਦਾ ਉਹ ਫਿਰ ਐ ਕਰ ਲਓ। ਆ ਹੈਗਾ ਮੰਨ ਲਓ 6 ਓਮ ਦੀ ਬੈਟਰੀ ਹੈ ਤੇ ਆ ਹੈਗੀ ਆ 4 ਓਮ ਦੀ ਬੈਟਰੀ। ਉਹ 4 ਸੌਰੀ ਕੀ ਬੋਲੀ ਜਾ ਰਿਹਾ ਮੈਂ, ਰੈਜ਼ਿਸਟੈਂਸ ਤੇ 4 ਓਮ ਦਾ ਰੈਜ਼ਿਸਟੈਂਸ। ਆ ਹੈਗੀ ਆ 1 ਓਮ ਤੇ 1 ਓਮ ਦੇ ਨਾਲ ਇੱਥੇ ਕੈਪੈਸਿਟਰ ਲਗਾਇਆ ਉੱਪਰ 2 ਮਾਈਕਰੋਫੈਰਡ ਦਾ। ਐ ਕਰਕੇ ਇੱਥੇ ਅੱਗੇ ਸਰਕਟ ਨੂੰ ਫਿਰ ਹੋਰ ਵਧਾਇਆ ਹੋਇਆ ਆਪਾਂ। ਇੱਥੇ ਹੈਗੀ ਆ ਮੰਨ ਲਓ 4 ਓਮ ਐਂਡ 3 ओम। फिर नीचे ले आओ इधर 20 वोल्ट डायग्राम बना लियो ते आ मान लो अपना टाइम t0 ते ਆਪਾਂ ऑन ਕੀਤਾ इस तरह। the question हैगा find charge stored in capacitor in steady state। ਵੀ ਸਟੈਡੀ ਸਟੇਟ ਦੇ ਵਿੱਚ ਹੀ ਤੁਸੀਂ ਫਾਈਂਡ ਚਾਰਜ ਹੋਵੇ। ਉਹੀ ਸਵਾਲ ਤਾਂ ਉਹੀ ਹੈ, ਹਲੇ ਵੀ ਸਵਾਲ ਸੇਮ ਹੀ ਹੈ, ਪਰ ਬਸ ਕੁਝ ਗੱਲਾਂ ਜਿਹੜੀਆਂ ਨੇ ਮੈਂ ਥੋੜੇ ਜਿਹੇ ਦੱਸਣਾ ਚਾਹੁੰਦਾ ਕਿ ਸ਼ਾਰਟਕਟ ਦੇ ਵਿੱਚ ਆਪਾਂ ਕਿਵੇਂ ਕੰਮ ਕਰਦੇ ਹਾਂ। ਜਿਵੇਂ ਮੈਨੂੰ ਅਦਰਵਾਈਜ਼ ਤਾਂ ਤੁਸੀਂ ਫਿਰ ਬਿਲਕੁਲ ਉਹੀ ਉਵੇਂ ਚੱਲੋਗੇ ਲਕੀਰ ਦੇ ਫਕੀਰ, ਜਿਵੇਂ ਮੈਂ ਹੁਣੀ ਪਿਛਲਾ ਕੁਐਸਚਨ ਕੀਤਾ। ਫਿਰ ਤੁਸੀਂ ਕੀ ਕਰੋਗੇ? ਤੁਸੀਂ ਪਹਿਲਾਂ ਤਾਂ ਮੰਨ ਲਓਗੇ ਆਹੀ ਕਰੋਗੇ ਨਾ ਵੀ ਇਹ ਚ ਤਾਂ ਕਰਨ ਜਾਣਾ ਨਹੀਂ, ਆਹੀ ਮੰਨੋਗੇ ਨਾ। फिर तुसी की करोगे? फिर टोटल करंट पता करोगे। टोटल करंट पता करके फिर तुसी इस ब्रांच विच करंट पता करोगे ते इस ब्रांच विच करंट पता करन तो बाद इधर जो करंट पता ला जाएगा फिर आ वाले लूप दे विच तुसी की लगाओगे? KVL। ऐही करोगे ना सर? नीचे वाली नु इग्नोर भी कर सकते हैं ना? हाँ आही कर जा रहा मैं। ਆਪਾਂ ਹੁਣ ਕੀ ਕਰਾਂਗੇ? ਆਪਾਂ ਨੀਚੇ ਵਾਲੇ ਨੂੰ ਇਗਨੋਰ ਕਰ ਸਕਦੇ ਹਾਂ ਕਿਉਂਕਿ ਮੈਂ ਤੁਹਾਨੂੰ ਸਮਝਾਇਆ ਸੀ ਕਿ ਜਦੋਂ ਕੋਈ ਬੈਟਰੀ ਲੱਗੀ ਹੋਵੇ ਇਸ ਤਰ੍ਹਾਂ 2 ਅਲੱਗ-ਅਲੱਗ ਬ੍ਰਾਂਚਸ ਵਿੱਚ, ਆ ਬ੍ਰਾਂਚਸ ਇੰਡੀਪੈਂਡੈਂਟ ਨੇ। ਇਹ ਤੁਹਾਨੂੰ ਮੈਂ ਕੈਪੈਸਿਟਰ ਵੇਲੇ ਕਰਾਇਆ ਸੀ ਨਾ। ਤਾਂ ਆਹ ਵਾਲੀ ਬ੍ਰਾਂਚ ਨੂੰ ਇਗਨੋਰ ਹੀ ਕਰ ਦੋ ਤਾਂ ਵੀ ਕਰੰਟ ਵੰਡੋਗੇ ਮੁੜ ਕੇ ਉਨਾ ਹੀ ਆਏਗਾ। ਸਿੱਧਾ ਉੱਪਰ ਦੇਖੋ, ਹੁਣ ਦੱਸੋ ਸਿੱਧਾ ਹੀ ਕਰੰਟ ਕਿੰਨਾ ਆਇਆ ਉੱਪਰ? 2 एम्पीयर आ गया। 2 एम्पीयर करंट आ गया तो कहने का भाव 2 एम्पीयर इधर जा रहा है, 2 एम्पीयर इधर जा रहा है। जे 2 एम्पीयर इधर जा रहा आ गया 4 दूनी 8 वोल्ट आ जाऊगा। 8 वोल्ट ही कैपेसिटर दे अक्रॉस होगा, 16 माइक्रो कूलम चार्ज आ जाऊगा सीधे। पर स्टिल आप जे अपने ਉਹਦੇ ਨਾਲ 2 एम्पीयर करंट आ गया ना। ਹੁਣ ਤੁਸੀਂ ਉੱਪਰ ਵਾਲੀ ਜਿਹੜੀ ਆਹ ਵਾਲੀ ਹੈਗੀ ਆ ਲੂਪ, ਇਹਦੇ ਵਿੱਚ ਤੁਸੀਂ ਕੀ ਲਗਾਓਗੇ? KVL ਲਗਾ ਲਓ ਜਿੱਥੋਂ ਮਰਜੀ, ਇਸੇ ਸਟਾਰ ਤੋਂ ਸ਼ੁਰੂ ਕਰ ਲਓ। इधर जा रहा है हाई टू लोअर -8 आ जाऊगा 8 वोल्ट। उधरों फिर लोअर टू हाई करोगे प्लस Q बाय 2 माइक्रोफैरड इज इक्वल टू 0। तो Q कितना आ गया? 16 माइक्रो कूलम। क्लियर है?
Yes, sir. ਸੋ ਇਸ ਤਰ੍ਹਾਂ ਮਤਲਬ ਬਾਕੀ ਵਿੱਚ ਹੋਰ ਵੇਰੀਏਸ਼ਨਸ ਹੋ ਸਕਦੀਆਂ, ਹੋਰ ਤਰ੍ਹਾਂ ਦੇ ਸਵਾਲ ਹੋ ਸਕਦੇ ਆ। ਬਸ ਇੱਕ ਆਖਰੀ ਇੱਕ ਚੀਜ਼ ਛੋਟੀ ਜੀ ਬਸ ਆਪਣੇ ਮਤਲਬ ਦੀ ਹੈਗੀ ਆ, ਉਹ ਮੈਂ ਤੁਹਾਨੂੰ ਹੁਣ ਹੀ ਦੱਸ ਦਿੰਦਾ ਵਾਂ, ਫਿਰ ਇਹ ਖਤਮ ਹੈ ਆਪਣਾ। ਫਿਰ ਅਗਲੀ ਵਾਰ ਆਪਾਂ ਕੁਝ ਪ੍ਰੋਬਲਮਸ ਦੇਖਾਂਗੇ ਜੇ ਆਪਣਾ ਲੈਕਚਰ ਲੱਗ ਪਾਇਆ ਤਾਂ, HC ਵਰਮਾ ਪ੍ਰੋਬਲਮਸ, ਐਂਡ ਫਿਰ ਆਪਾਂ ਉਸ ਤੋਂ ਬਾਅਦ 1-2 ਦਿਨ ਆਰਾਮ ਨਾਲ ਉੱਤੇ ਲਗਾ ਕੇ ਫਿਰ ਮੈਗਨੈਟਿਕ ਇਫੈਕਟ ਸ਼ੁਰੂ ਕਰਾਂਗੇ। ਪਹਿਲਾਂ ਤਾਂ ਕੀ ਹੈ ਦੇਖੋ, ਇਹਦੇ ਵਿੱਚ ਲਾਸਟ ਜਿਹੜਾ ਟੌਪਿਕ ਆ ਉਹ ਹੈਗਾ ਫਿਊਜ਼ ਵਾਇਰ ਦੇ ਬਾਰੇ। ਇਹ ਤੁਸੀਂ 36 ਵਾਰ ਸੁਣਿਆ ਹੋਣਾ ਬਚਪਨ ਤੋਂ ਹੀ, ਫਿਊਜ਼ ਵਾਇਰ। ਉਹੀ ਆਮ ਜਾਣਕਾਰੀ ਹੁੰਦੀ ਹੈ ਇਹਦੇ ਬਾਰੇ ਬੱਚਿਆਂ ਨੂੰ। ਤੁਸੀਂ ਦੱਸੋ ਤੁਹਾਨੂੰ ਕਿਸੇ ਨੂੰ ਜਾਣਕਾਰੀ ਹੈ ਤਾਂ ਕੀ ਹੁੰਦੀ ਫਿਊਜ਼ ਵਾਇਰ? ਪਤਾ ਕਿਸੇ ਨੂੰ? Yes, sir. ਕੀ ਹੈ? ਯੈਸ ਸਰ। ਸਰ ਮਤਲਬ ਜਿਵੇਂ ਹਾਊਸ ਹੋਲਡ ਸਪਲਾਈ ਨੂੰ ਲਿਮਿਟ ਕਰਨ ਲਈ ਕਿ ਇਸ ਤਰ੍ਹਾਂ ਕਰੰਟ ਫਲੋ ਕਰੇਗਾ ਤਾਂ ਉਹ ਘਟ ਜਾਂਦੀ ਹੈ, ਮਤਲਬ ਮੈਲਟ ਹੋ ਜਾਂਦੀ ਹੈ, ਉਹ ਲਿਮਿਟ ਕਰਦੀ ਹੈ ਜ਼ਿਆਦਾ ਕਰੰਟ। ਹਾਂ ਤਾਂ ਕਿ ਉਹ ਆਪਾਂ ਕਹਿੰਦੇ ਫਿਊਜ਼ ਉੜ ਗਿਆ ਹਨਾ, ਕਿ ਫਿਊਜ਼ ਉੜ ਗਿਆ ਮਤਲਬ ਉਹ ਐ ਨਹੀਂ ਵੀ ਪੰਛੀ ਆ ਵੀ ਉੜ ਗਿਆ, ਉਹ ਉੜ ਗਿਆ ਦਾ ਮਤਲਬ ਹੁੰਦਾ ਕਿ ਵੀ ਆਪਣਾ ਵੀ ਉਹ ਚ ਫਿਊਜ਼ ਵਾਇਰ ਜਿਹੜੀ ਹੁੰਦੀ ਹੈ ਨਾ ਉਹ ਪਿਘਲ ਗਈ, ਕਿਉਂਕਿ ਕਿਸੇ ਖਾਸ ਵੈਲਿਊ ਤੱਕ ਦਾ ਕਰੰਟ ਹੀ ਉਹ ਸਹਿ ਸਕਦੀ ਹੈ। ਤੇ ਹਰ ਇੱਕ ਵਾਇਰ ਜਿਹੜੀ ਹੈ ਇਸ ਤਰ੍ਹਾਂ ਦੀ ਬਣਾਈ ਜਾਂਦੀ ਹੈ ਫਿਊਜ਼ ਵਾਇਰ, ਵੀ ਉਹਦਾ ਇੱਕ ਮੈਕਸਿਮਮ ਕਰੰਟ ਦੱਸਿਆ ਜਾਂਦਾ ਵੀ ਮੈਕਸਿਮਮ ਇੰਨਾ ਕਰੰਟ ਇਹ ਸਹਿ ਸਕਦੀ ਹੈ। ਉਸ ਤੋਂ ਬਾਅਦ ਜੇ ਕਰੰਟ ਵਧਿਆ ਤਾਂ ਇਹ ਵਾਇਰ ਪਿਘਲ ਜਾਣੀ ਹੈ। ਸੋ ਬੇਸਿਕਲੀ ਫਿਊਜ਼ ਵਾਇਰ ਕਿਸੇ ਮਟੀਰੀਅਲ ਦੀ ਬਣੀ ਹੋਈ ਵਾਇਰ ਹੋ ਸਕਦੀ ਹੈ। ਮਟੀਰੀਅਲ ਬਹੁਤ ਜ਼ਿਆਦਾ ਸਪੈਸੀਫਿਕਲੀ ਨਹੀਂ ਪਤਾ ਮੈਨੂੰ ਵੀ, ਅਲੋਇਜ਼ ਵਗੈरह जो यूज करते हैं जो भी है। आप फ्यूज वायर है मान लो, ठीक है। ਤੇ ਫਿਊਜ਼ ਵਾਇਰ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਮੈਕਸਿਮਮ ਕਰੰਟ ਕਿੰਨਾ ਜਾ ਸਕਦਾ ਹੈ, ਤਾਂ ਉਹ ਮੈਕਸਿਮਮ ਕਰੰਟ ਆਪਾਂ ਨੂੰ ਪਤਾ ਹੁੰਦਾ ਵੀ ਇੰਨਾ ਕਰੰਟ ਇਹ ਸਹਿ ਸਕਦੀ ਹੈ, ਨਹੀਂ ਤਾਂ ਇਹ ਨਹੀਂ ਮੈਲਟ ਹੋ ਜਾਣਾ। ਸੋ ਜੋ ਵੀ ਕਰੰਟ ਦੀ ਮੈਕਸਿਮਮ ਵੈਲਿਊ ਹੋਏਗੀ ਉਹ ਹੁਣ ਜਿਵੇਂ ਮੰਨ ਲਓ ਮੈਂ ਜੇ ਜਾਵਾਂ ਕਿਸੇ ਜਗ੍ਹਾ ਤੇ ਮੈਂ ਉਹਨੂੰ ਪੁੱਛੂੰਗਾ ਵਾਇਰ ਦੁਕਾਨ ਤੇ ਲੈਣ ਜਾਵਾਂ, ਮੈਂ ਕਹਾਂਗਾ ਵੀ 10 ਐਂਪੀਅਰ ਵਾਲੀ ਫਿਊਜ਼ ਵਾਇਰ ਦੇ ਦਿਓ, ਮਤਲਬ ਕਿ 10 ਐਂਪੀਅਰ ਜਿਹਦਾ ਮੈਕਸਿਮਮ ਕਰੰਟ ਹੋਵੇ। ਮੈਂ ਕਹੂੰਗਾ 20 ਐਂਪੀਅਰ ਵਾਲੀ ਦੇ ਦਿਓ, ਮਤਲਬ ਜਿਹੜੀ 20 ਐਂਪੀਅਰ ਮੈਕਸਿਮਮ ਕਰੰਟ ਸਹਿ ਸਕਦੀ ਹੋਵੇ, ਉਸ ਤੋਂ ਬਾਅਦ ਪਿਘਲ ਜਾਏ, ਤਾਂ ਇਹ ਜ਼ਰੂਰੀ ਹੈ। ਹੁਣ ਪਿਘਲ ਜਾਣਾ ਮਤਲਬ ਕਹਿੰਦਾ ਮਤਲਬ ਹੁਣ ਪਿਘਲਣਾ ਵੀ ਜ਼ਰੂਰੀ ਹੈ, ਨਹੀਂ ਤਾਂ ਪਿਘਲੀ ਨਾ ਤਾਂ ਫਿਰ ਉਹ ਸਾਰਾ ਕਰੰਟ ਤੁਹਾਡੇ ਅਪਲਾਇੰਸ ਵੀ ਜਾ ਕੇ ਉਹਨੂੰ ਸਾੜ ਦੂਗਾ, ਖਰਾਬ ਕਰ ਦੂਗਾ, ਠੀਕ ਹੈ। ਸੋ ਮੰਨ ਲਓ ਜੇ ਮੈਂ ਕਿਸੇ ਅਪਲਾਇੰਸ ਨੂੰ ਕਿਸੇ ਪਾਰਟਿਕੂਲਰ ਮੈਕਸਿਮਮ ਵੈਲਿਊ ਆਫ ਕਰੰਟ ਤੋਂ ਬਚਾਉਣਾ ਹੈ, ਮੈਂ ਫਿਊਜ਼ ਵਾਇਰ ਲਗਾ ਦੂੰਗਾ ਕਿ ਜਦੋਂ ਕਦੇ ਵੋਲਟੇਜ ਕਿਸੇ ਕਾਰਨ ਵੱਧ ਜਾਵੇ ਬਹੁਤ ਜ਼ਿਆਦਾ ਘਰ ਦੇ ਵਿੱਚ, ਤਾਂ ਉਹ ਉਸ ਪਾਰਟਿਕੂਲਰ ਮੇਰੇ ਅਪਲਾਇੰਸ ਮੈਂ ਚਲਾ ਰਿਹਾ ਹਾਂ, ਮੰਨ ਲਓ ਉਸ ਟਾਈਮ ਕੀ ਹੁੰਦਾ ਸੀ, ਸਾਡੇ ਇੱਥੇ ਵੋਲਟੇਜ ਕਈ ਵਾਰ ਅਚਾਨਕ ਹੀ ਵੱਧਦੀ ਹੁੰਦੀ ਸੀ, ਲੋਕਾਂ ਦੇ ਟੀਵੀ ਟੂਵੀ ਸੜ ਜਾਂਦੇ ਹੁੰਦੇ ਸੀ। ਇਹ ਤਾਂ ਉਦੋਂ ਦੀ ਗੱਲਾਂ ਨੇ, ਮੈਨੂੰ ਲੱਗਦਾ ਤੁਸੀਂ ਸ਼ਾਇਦ ਨਹੀਂ ਜੰਮੇ ਹੋਣੇ ਉਸ ਟਾਈਮ। ਸੋ ਕੀ ਹੋਇਆ, ਕੁਝ ਪੁੱਛ ਰਿਹਾ ਕੋਈ? ਸੋ ਦੇਖੋ ਇਹਦੇ ਵਿੱਚ ਕੀ ਮੰਨ ਲਓ ਵਾਇਰ ਜਿਹੜੀ ਹੈਗੀ, ਵਾਇਰ ਦੀ ਲੈਂਥ ਹੈਗੀ ਮੰਨ ਲਓ L, ਠੀਕ ਹੈ। ਜੇ ਫਿਊਜ਼ ਵਾਇਰ ਦੀ ਲੈਂਥ ਹੈਗੀ ਮੰਨ ਲਓ L, ਤੇ ਇਹਦਾ ਜਿਹੜਾ ਰੇਡੀਅਸ ਹੈਗਾ ਮੰਨ ਲਓ, ਇਹਦਾ ਰੇਡੀਅਸ R ਮੰਨ ਲਓ, ਡਾਇਮੀਟਰ ਦਿਖਾਤਾ ਮੈਂ, ਤੇ ਇਹਦੀ ਜਿਹੜੀ ਮਟੀਰੀਅਲ ਦੀ ਬਣੀ ਹੋਈ ਆ ਉਹ ਰੈਜ਼ਿਸਟਿਵਿਟੀ ਉਹਦੀ ਰੋ ਮੰਨ ਲਓ, ਠੀਕ ਹੈ। ਮੈਂ ਇੱਥੇ ਲਿਖ ਦਿੰਦਾ ਵੀ ਇਹਦੀ ਲੈਂਥ ਹੈਗੀ ਹੈ L, ਇਹਦੀ ਜਿਹੜੀ ਰੈਜ਼ਿਸਟਿਵਿਟੀ ਹੈ ਉਹ ਹੈਗੀ ਆ ਰੋ, ਇਹਦਾ ਜਿਹੜਾ ਰੇਡੀਅਸ ਹੈ ਆਫ ਕ੍ਰਾਸ ਸੈਕਸ਼ਨ ਉਹ ਹੈਗਾ ਮੰਨ ਲਓ R, ਠੀਕ ਹੈ। ਤੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਫਿਊਜ਼ ਵਾਇਰ ਜਿਹੜੀ ਹੈ ਉਹ ਜਿਸ ਵੀ ਮਟੀਰੀਅਲ ਤੋਂ ਬਣੇਗੀ, ਫਿਊਜ਼ ਵਾਇਰ should have low melting point, low melting point मतलब मेल्टिंग पॉइंट लो होवे, कहने का भाव गर्म होई नाल ही पिघल जवे, जल्दी मेल्ट कर जवे, लो मेल्टिंग पॉइंट इसलिए कहने ਆਪਾਂ। एंड हाई रेजिस्टेंस, हाई रेजिस्टेंस ਕਾਦੇ ਵਾਸਤੇ, ਤਾਂ ਕਿ ਇਹਦੇ ਵਿੱਚੋਂ ਹੀਟ ਪ੍ਰੋਡਿਊਸ ਹੋਵੇ ਜਦੋਂ ਕਰੰਟ ਪਾਸ ਕਰੇ ਵਿੱਚੋਂ, ਹਨਾ ਕੋਈ ਪਾਰਟਿਕੂਲਰ ਵੈਲਿਊ ਜਿੰਨੀ ਵੀ ਆਪਣੀ ਮੈਕਸਿਮਮ ਹੈ ਉਦੋਂ ਹੀਟ ਪ੍ਰੋਡਿਊਸ ਹੋਵੇ, ਤੇ ਹੀਟ ਪ੍ਰੋਡਿਊਸ ਆਈ ਹੋਗੀ ਜੇ ਰੈਜ਼ਿਸਟੈਂਸ ਹੋਗੀ। ਸੋ ਫਿਊਜ਼ ਵਾਇਰ ਦੀ ਰੈਜ਼ਿਸਟੈਂਸ ਹਾਈ ਹੁੰਦੀ ਹੈ ਤੇ ਮੈਲਟਿੰਗ ਪੁਆਇੰਟ ਜਿਹੜਾ ਉਹ ਲੋ ਹੋਣਾ ਚਾਹੀਦਾ ਹੈ, ਤਾਂ ਕਿ ਪਿਘਲੇ ਉਹ ਉਸੇ ਟਾਈਮ ਪਿਘਲ ਜਾਵੇ, ਠੀਕ ਹੈ। ਤੇ ਮੰਨ ਲਓ ਜੇ ਆਪਾਂ ਇਹਨੂੰ ਇਹਦੇ ਵਿੱਚੋਂ ਕਰੰਟ I ਪਾਸ ਕਰਦੇ ਆ, ਤਾਂ ਇਹ 'ਚ ਜਿਹੜੀ ਪਾਵਰ ਹੋਏਗੀ ਜਾਂ ਪਾਵਰ ਜਾਂ ਹੀਟ ਪ੍ਰੋਡਿਊਸ ਕਹਿ ਦਈਏ ਆਪਾਂ ਵਾਇਰ ਵਿੱਚ, ਹੀਟ ਪ੍ਰੋਡਿਊਸਡ in 1 second,
ਵਾਇਰ 'ਚ ਕਿੰਨੀ ਹੋਏਗੀ, ਜਿਹੜਾ ਜਿੰਨਾ ਮੈਕਸਿਮਮ ਕਰੰਟ ਹੈ, ਮੰਨ ਲਓ I ਸਕੁਅਰ R, I ਹੋਏਗੀ ਨਾ in 1 second कहना I square RT ਹੁੰਦੀ ਵੈਸੇ, ਤੁਸੀਂ ਕਹਿਣਾ I square RT ਹੈ, ਪਰ T ਦੀ ਵੈਲਿਊ 1 ਪੁੱਟ ਕਰ ਲਈ 1 ਸੈਕਿੰਡ 'ਚ ਇੰਨੀ ਇਹ ਪਾਵਰ ਹੈ ਸਮਝ ਲਓ in 1 second। ਤੇ ਆਪਾਂ ਇਹਨੂੰ ਕਹਿ ਸਕਦੇ ਹਾਂ I square ਹੀਟ ਪ੍ਰੋਡਿਊਸ, ਜਿਹੜੀ R ਦੀ ਜਗ੍ਹਾ ਤੇ ਆਪਾਂ ਲਿਖ ਸਕਦੇ ਹਾਂ rho L divided by pi R square, ਠੀਕ ਹੈ ਜੀ ਗੱਲ, rho L by ਆ ਆਪਣੀ ਹੀਟ ਪ੍ਰੋਡਿਊਸਡ ਹੈ in 1 second, ਜਿਹੜੀ ਕਿ ਕਿਸੇ ਫਿਊਜ਼ ਵਾਇਰ 'ਚ ਹੋਏਗੀ, ਠੀਕ। ਤੇ ਆਪਾਂ ਜੇ ਮੰਨ ਲਈਏ ਕਿ ਇਹ ਵਾਇਰ ਕਿਸੇ ਪਾਰਟਿਕੂਲਰ ਟੈਂਪਰੇਚਰ T ਦੇ ਉੱਪਰ ਹੈ, ਤਾਂ ਬੇਸਿਕਲੀ ਉਹ ਕਿੰਨੀ मतलब हीट रेडिएट करेगी, मतलब उस टाइम आप आए देखिए ये क्यों देख रहे हैं आप, मैं वापस आना इस पेज पे, पहला एक गल समझिए। देखो मान लो कोई भी वायर है, कोई भी मटेरियल है इस तरह का, ठीक है, ओदा टेंपरेचर मान लो T है, बाहर दा टेंपरेचर मैं नहीं गल कर रहा, मैं सिर्फ क्या कह रहा, कोई भी बॉडी जिहदा कोई भी टेंपरेचर T हुंदा वो हीट रेडिएट करती है, ठीक है। जिवें तुहाडी बॉडी है, तुहाडी बॉडी का टेंपरेचर 37 डिग्री रहिंदा है ना, 37 डिग्री सेंटीग्रेड, तो तुहाडी बॉडी भी हीट रेडिएट करती है। कोई भी बॉडी जिहदा टेंपरेचर कुछ भी होवे, हुण अपने घरे मेरा फोन है, इस टाइम किताबां रखियां, लैपटॉप है, हर चीज जिहदा भी टेंपरेचर कुछ भी हुंदा है तो वो हीट रेडिएट करती है। हुण हीट रेडिएट करती है किनू, सराउंडिंग नू दिंदी है ना हीट, यस सराउंडिंग नू हीट दिंदी है। सो इस टाइम में सराउंडिंग का टेंपरेचर कुछ नहीं मान रहा, मैं बस कह रहा है बॉडी जिसका टेंपरेचर T है, ठीक है ना। सो अब मैं लिखता हूं अ बॉडी एट टेंपरेचर T विल रेडिएट एनर्जी, ये रेडिएट कर दी अपने टेंपरेचर की वजह नाल सिर्फ, ठीक है। ते एनर्जी कितनी रेडिएट कर दी है, E सिग्मा A T ਦੀ ਪਾਵਰ 4, ਇੱਥੇ A ਹੈਗਾ ਇਹਦਾ ਏਰੀਆ, ਜਿੰਨੇ ਏਰੀਆ ਤੋਂ ਇਹਨੇ ਰੇਡੀਏਟ ਕਰਨੀ ਹੀਟ, ਆ ਜਿਹੜਾ ਉੱਪਰਲਾ ਓਪਨ ਏਰੀਆ ਹੈ ਸਾਰਾ ਜਿੰਨਾ, ਸਟੀਫਨਸ ਕਾਂਸਟੈਂਟ ਹੈ ਸਿਗਮਾ A, ਠੀਕ ਹੈ। ਇਹਦੀ ਵੈਲਿਊਜ਼ ਕੁਝ ਇਸ ਤਰ੍ਹਾਂ ਦਾ ਯਾਦ ਕਰਨ ਦੀ ਕੋਈ ਲੋੜ ਨਹੀਂ ਤੁਹਾਨੂੰ, ਪਰ ਸਟੀਫਨ ਕਾਂਸਟੈਂਟ ਕਹਿੰਦੇ ਨੇ ਆਪਾਂ ਹੀਟ ਵਾਲੇ ਜਿਹੜੇ ਚੈਪਟਰ ਦੇ ਵਿੱਚ ਆਪਾਂ ਨੂੰ ਸੀਗਾ ਪਿਛਲੀ ਵਾਰ। E ਨੂੰ ਐਮਿਸਿਵਿਟੀ ਕਹਿੰਦੇ ਆ, T ਨੂੰ ਟੈਂਪਰੇਚਰ ਬੋਲਦੇ ਆ ਆਪਾਂ, ਉਹੀ ਜਿਹੜਾ ਟੈਂਪਰੇਚਰ ਤੇ ਹੈ, ਮੰਨ ਲਓ ਇਸ ਤਰ੍ਹਾਂ। ਤੇ ਜੇ ਮੰਨ ਲਓ ਕੋਈ ਵੀ ਬੋਡੀ ਹੈ, आप हम आ कर रहे हैं कि आप बॉडी के टेंपरेचर को इग्नोर कर दो, बॉडी का टेंपरेचर ना देखो, बस आ देखो कि बाहर टेंपरेचर T0 है जी सराउंडिंग का, तब T0 टेंपरेचर बाहर है तो उतों ये बॉडी हीट नू की करेगी, एब्जॉर्ब कर दी वापस। तो हीट एब्जॉर्ब्ड, अगर मैं कह देवां हीट एब्जॉर्ब्ड इफ टेंपरेचर ऑफ सराउंडिंग is T0, तो वो कितनी है हीट एब्जॉर्ब्ड, E सिग्मा, वही सारा कुछ, बस T0 दी पावर 4 हो जाएगी, और T दी पावर 4 दे मतलब प्रोपोर्शनल होता है टेंपरेचर दी पावर दे। हुण ਇਹਦਾ मतलब जे आ बॉडी T टेंपरेचर ते होके इन्नी हीट रेडिएट करती है लगातार, ते इन्नी हीट एब्जॉर्ब करती है, तो बेसिकली नेट हीट रेडिएट कितनी करती है, नेट एनर्जी, हीट एनर्जी रेडिएटेड कितनी होगी, ये होगी ना फिर E सिग्मा A T दी पावर 4 माइनस E सिग्मा A T0 दी पावर 4। क्लियर है गल, ये यानी कि इस तरह हो गया। हुण जे मैं यही गल करा इत्थे कि आहा ता हीट प्रोड्यूस्ड है, याद रखना ये रेडिएट नहीं प्रोड्यूस कह रहा मैं इत्थे, रेडिएट ता बॉडी करदी अपने टेंपरेचर दी वजह नाल करदी है, पैदा नहीं करती, पर इत्थे इहदे अंदर करंट पास हो रहा तो ये अपने आप अंदर हीट पैदा कर रही है, ठीक है, जिहदे नाल इहदा पर्टिकुलर टेंपरेचर जिहड़ा वो वध रहा मान लो, है ना। तो मैं कह रहा कि यह जे किसी टेंपरेचर ते आके फिक्स हो जाती है, सो मैं ये कह रहा कि इफ T इज कांस्टेंट, इफ T इज कांस्टेंट, अगर इसका टेंपरेचर वध नहीं रहा तो इसका मतलब की होएगा, इसका मतलब जिन्नी भी हीट उस टाइम जनरेट हो रही है ये अंदर हीट जनरेटेड, वही हीट रेडिएट हो रही होनी है, तो है ना, यस सर, ताही तो ये टेंपरेचर नहीं बढ़ रहा, नहीं तो टेंपरेचर बढ़ जाना सी। सो हीट जनरेटेड इज इक्वल टू हीट रेडिएटेड, तो हीट जनरेट जिहड़ी हो रही है वो तुहानूं पता है कितनी है, I स्क्वायर इंटू रेजिस्टेंस की जगह लिखा है पर रो L ओवर पाई R स्क्वायर,
ਤੇ ਹੀਟ ਰੇਡੀਏਟਡ ਜਿਹੜੀ ਹੈ ਹੋਗੀ E ਸਿਗਮਾ A T ਦੀ ਪਾਵਰ 4 ਮਾਈਨਸ T ਨੋਟ ਦੀ ਪਾਵਰ 4 ਹੈ। T ਨੋਟ ਇਜ਼ ਦ ਟੈਂਪਰੇਚਰ ਆਫ ਸਰਾਊਂਡਿੰਗ। ਕਲੀਅਰ ਹੈ? यस सर। ਹੁਣ ਇਹ ਜਿਹੜਾ ਹੈ ਨਾ ਇੱਥੇ ਇਹ ਹੁੰਦਾ ਕਰਵਡ ਏਰੀਆ, ਯਾਦ ਰੱਖਣਾ ਉਹਦਾ ਕਰਵਡ ਏਰੀਆ ਆਫ ਦਾ, ਕਿਉਂਕਿ ਜਿਹੜੀ ਵਾਇਰ ਹੈ ਇਸ ਤਰ੍ਹਾਂ ਲੱਗੀ ਹੁੰਦੀ ਹੈ ਤੇ ਵਾਇਰ ਇਸ ਤਰ੍ਹਾਂ ਲੱਗੀ ਹੁੰਦੀ ਹੈ ਤੇ ਇਹਦਾ ਕਰਵਡ ਏਰੀਆ ਤੋਂ ਹੀ ਸਭ ਕੁਝ ਕਰਦੀ ਹੈ ਉਹ, ਯਾਦ ਰੱਖਣਾ ਜਿਹੜਾ ਸਰਫੇਸ ਏਰੀਆ ਹੁੰਦਾ ਇਹਦਾ। ਤੇ ਦੂਜੀ ਗੱਲ ਇੱਥੇ ਤਾਂ ਤਾਰ ਨੂੰ ਕਨੈਕਸ਼ਨ ਲੱਗਿਆ ਹੁੰਦਾ, ਜੁੜਿਆ ਹੁੰਦਾ, ਇੱਧਰ ਵੀ ਜੁੜਿਆ ਹੁੰਦਾ ਨਾ, ਇਸ ਲਈ ਆਹ ਵਾਲਾ ਇਗਨੋਰ ਕਰ ਦੋ, ਸਿਰਫ ਕਰਵਡ ਏਰੀਆ ਹੋਏਗਾ। ਤਾਂ ਇੱਥੇ ਫਾਰਮੂਲਾ ਕੀ ਆਏਗਾ ਉਹਦਾ ਕਰਵਡ ਏਰੀਆ ਦਾ, E ਸਿਗਮਾ A 2 ਪਾਈ RL ਆਏਗਾ, है ना? ए भी लिखे अपन ने, फिर 2 पाई आर 2 पाई RL नहीं सॉरी, हाँ वो हटा दो ना, नहीं है, ठीक है। तो आर तो हूँ देखो सारा कुछ कांस्टेंट है, बस की है कि करंट दा स्केयर जिहड़ा है वो किदे प्रोपोर्शनल आ रहा है, आर दी क्यूब दे, अगर टी कांस्टेंट है। समझ लगी गल? यस सर। यानी कि ਜਿਹੜਾ ਕਰੰਟ ਫਿਊਜ਼ ਵਾਇਰ ਦੇ ਵਿੱਚ ਮੈਕਸਿਮਮ ਕਰੰਟ ਜਿੰਨਾ ਵੀ ਹੈ ਉਹ ਬੇਸਿਕਲੀ ਉਸ ਫਿਊਜ਼ ਵਾਇਰ ਜੇ ਸੇਮ ਹੀ ਮਟੀਰੀਅਲ ਦੀ ਬਣੀ ਹੋਵੇ ਤਾਂ ਉਹਦੇ ਰੇਡੀਅਸ ਦੇ ਕਿਊਬ ਦੇ ਪ੍ਰੋਪੋਰਸ਼ਨਲ ਹੁੰਦਾ ਹੈ, ਜਾਂ ਫਿਰ ਕਹਿ ਸਕਦੇ ਹਾਂ ਕਿ ਜਿਹੜਾ ਕਰੰਟ ਹੈ ਉਹ ਰੇਡੀਅਸ ਦੇ 3/2 ਉਹਦੇ ਪ੍ਰੋਪੋਰਸ਼ਨਲ ਹੁੰਦਾ ਹੈ। ਠੀਕ ਹੈ, यस ਸਮਝ ਲੱਗੀ ਗੱਲ? ਸੋ ਬਸ ਇੱਕ ਆਈਡੀਆ ਹੈਗਾ ਜਿਹੜਾ ਇਹਦੇ ਨਾਲ ਦੇ ਰਿਲੇਟਡ, ਜੇ ਕੁਝ ਆ ਜਾਵੇ ਕਦੀ ਕੁਝ ਪੁੱਛ ਲਿਆ ਜਾਵੇ ਕਿਤੇ ਆਪਾਂ ਨੂੰ ਰੇਡੀਅਸ ਦੇ ਰਿਲੇਟਡ, ਤਾਂ ਹੋ ਸਕਦਾ ਫਿਊਜ਼ ਵਾਇਰ ਬਾਰੇ। ਬਾਕੀ ਆਪਣਾ ਕੰਪਲੀਟ ਹੈ। ਹੁਣ ਆਰਸੀ ਸਰਕਟਸ ਦੇ ਬਾਰੇ ਥੋੜੇ ਕੁਐਸਚਨਸ ਜਿੰਨੇ ਜ਼ਿਆਦਾ ਟਰਾਈ ਕਰੋਗੇ ਉਨਾ ਵਧੀਆ ਰਹੇਗਾ, ਉਹ ਟਰਾਈ ਕਰਨੇ ਜ਼ਰੂਰੀ ਹੈ। ਰੈਜ਼ਿਸਟੈਂਸਿਸ ਬਾਰੇ ਕੁਐਸਚਨਸ ਟਰਾਈ ਕਰਨੇ ਜ਼ਰੂਰੀ ਹੈ, ਕੁਝ ਮੈਂ ਕਰਵਾਏ ਵੀ ਸੀ ਤੁਹਾਨੂੰ ਕਲਾਸ 'ਚ ਵੀ ਕਾਫੀ ਸਾਰੇ, ਤੇ ਹੁਣ ਜਿੱਥੋਂ ਮਰਜ਼ੀ ਟਰਾਈ ਕਰ ਸਕਦੇ ਹੋ ਤੁਸੀਂ, ਕਿਉਂਕਿ ਆਪਣਾ ਹੁਣ ਇੱਕ ਤਰ੍ਹਾਂ ਇਹ ਕੰਪਲੀਟ ਹੋ ਗਿਆ ਹੈ।